SIT ਕਹਿੰਦੀ ਹੈ ਕਿਸੇ ਵੀ ਪੋਲੀਟੀਕਲ ਪਾਰਟੀ ਦਾ ਇਹਦੇ ਵਿੱਚ ਕੋਈ ਹੱਥ ਨਹੀਂ ਹੈਗਾ, ਯਾਨੀ ਕਿ ਤੁਸੀਂ ਝੂਠ ਬੋਲ ਰਹੇ ਸੀ। ਉਹ ਮੈਨੂੰ ਨਹੀਂ ਸਮਝ ਆਉਂਦੀ ਵੀ ਉਹਨਾਂ ਨੇ ਕਿਸ ਬੇਸ ਤੇ ਤਿਆਰ ਕੀਤੀ ਹੈ। ਇਹਦੇ ਵਿੱਚ ਸਿਆਸੀ ਪਾਰਟੀਆਂ ਦੀ ਇਨਵੋਲਵਮੈਂਟ ਹੈਗੀ ਹੈ, ਇਸ ਦੀ ਮੈਂ ਖੁਦ ਗਵਾਹ ਹੈਗੀ ਹਾਂ ਕਿਉਂਕਿ ਮੈਂ ਉਹਨਾਂ ਨੂੰ ਮੀਟਿੰਗਾਂ ਕਰਦੇ ਦੇਖਿਆ ਹੈ। ਕੀ ਰਜਿੰਦਰ ਕੌਰ ਮਿਮਸਾ SIT ਤੋਂ ਉੱਪਰ ਹੋ ਕੇ ਹੋਏ ਆ? ਸਿੱਟ ਦੀ ਕਿਤੇ ਨਾ ਕਿਤੇ ਸਿਆਸੀ ਪਾਰਟੀਆਂ ਦੇ ਨਾਲ ਕੋਈ ਗਰਜ਼ਾਂ ਜੁੜੀਆਂ ਹੋਣਗੀਆਂ, ਮਜਬੂਰੀਆਂ ਜੁੜੀਆਂ ਹੋਣਗੀਆਂ ਜਿਹੜੀ ਉਹਨਾਂ ਨੂੰ ਉਹ ਪਰਦੇ ਤੇ ਸਾਹਮਣੇ ਲੈ ਕੇ ਆਉਣਾ ਨਹੀਂ ਚਾਹੁੰਦੀਆਂ। ਸਿਰਫ ਤੇ ਸਿਰਫ ਪੋਲੀਟੀਕਲ ਮੋਟੀਵੇਟਡ ਇਹ ਬਿਆਨ ਹੈ, ਪਰ ਮੈਂ ਸਮਝਦਾ ਕਿ ਕਾਂਗਰਸ ਪਾਰਟੀ ਦੇ ਸਮੇਂ ਦੇ ਵਿੱਚ ਸਿੱਟ ਬਣੀ ਜਿਹੜੀ ਮਾਨਯੋਗ ਹਾਈ ਕੋਰਟ ਦੇ ਹੁਕਮ ਤੇ ਬਣੀ ਸੀ। ਤੁਹਾਡੇ ਵੀ ਕੋਈ ਸਿਆਸੀ ਮਫਾਦ ਹੋ ਸਕਦੇ? ਨਹੀਂ, ਮੇਰਾ ਕਿਸੇ ਪਾਰਟੀ ਨਾਲ ਨਾ। ਜੇ ਤੁਹਾਨੂੰ ਅਕਾਲੀ ਦਲ ਟਿਕਟ ਦੇ ਦਿੰਦਾ ਫਿਰ ਤੁਸੀਂ ਚੁੱਪ ਰਹਿੰਦੇ? ਨਹੀਂ, ਬਿਲਕੁਲ ਵੀ ਨਹੀਂ, ਮੈਂ ਟਿਕਟ ਛੱਡ ਦਿੰਦੀ। ਇਧਰੋਂ ਜਦੋਂ ਲੱਗਿਆ ਕਿ ਮੈਨੂੰ ਕਿਤੋਂ ਇਲੈਕਸ਼ਨ ਪਾਰਟੀ ਨਹੀਂ ਲੜਾ ਰਹੀ ਤੇ ਉਹ ਛੱਡ ਕੇ ਜਿਹੜੇ ਹੈਗੇ ਵਾਪਸ, ਮੇਰਾ ਖਿਆਲ ਮੈਨੂੰ ਤਾਂ ਇਹ ਵੀ ਨਹੀਂ ਪਤਾ ਕਾਂਗਰਸ ਪਾਰਟੀ ਚਲੇ ਗਏ ਜਾਂ ਕਿੱਥੇ ਚਲੇ ਗਏ। ਤੁਸੀਂ ਹਰਸ਼ ਤੂਰੀ ਨੂੰ ਪਹਿਲਾਂ ਤੋਂ ਜਾਣਦੇ ਸੀ? ਬਿਲਕੁਲ ਮੈਂ ਜਾਣਦੀ ਸੀ। ਉਹ ਵੀ ਤੁਹਾਨੂੰ ਜਾਣਦਾ ਸੀ? ਬਿਲਕੁਲ ਮੈਨੂੰ ਜਾਣਦਾ ਸੀ ਜੀ। ਕਿਵੇਂ ਜਾਣਦੇ ਸੀ ਤੁਸੀਂ ਇੱਕ ਦੂਜੇ ਨੂੰ? ਮੈਨੂੰ ਮੈਸੇਜ ਆਇਆ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਤੁਹਾਨੂੰ ਦਿੱਲੀ ਮਿਲਣਾ ਚਾਹੁੰਦੇ ਹੈਗੇ। ਮੈਂ ਐਂਟਰ ਕਰ ਰਹੀ ਸੀ ਆਪਣੀ ਚੈਕਿੰਗ ਕਰਾ ਕੇ ਤੇ ਉਹ ਵਿੱਚ ਦੀ ਆ ਕੇ ਭੱਜ ਕੇ ਪੌੜੀ ਤੋਂ ਉਤਰਦੇ ਹੋਏ ਮੇਰੇ ਵੱਲ ਆਇਆ। ਇੰਨੇ ਨੂੰ ਸੁਖਬੀਰ ਜੀ ਆ ਗਏ। ਜਦ ਮੈਂ ਨੇੜੇ ਗਈ ਤਾਂ ਉਹਨਾਂ ਦੀ ਵਰਡਿੰਗ ਸੀ ਹੱਥ ਮਿਲਾਉਂਦੇ ਹੋਏ ਸੁਖਬੀਰ ਜੀ ਦੀ, ਯਾਰ ਫੋਨ ਫਾਨ ਕਰ ਲਿਆ ਕਰੋ, ਤੁਸੀਂ ਮਰਵਾਓਗੇ ਕਿਸੇ ਦਿਨ ਮੈਨੂੰ। ਅੱਛਾ, ਹਰਸ਼ ਤੂਰੀ ਨੂੰ ਉੱਥੋਂ ਦੇਖਣ ਤੋਂ ਬਾਅਦ ਤੁਸੀਂ ਫਿਰ ਅਕਾਲੀ ਦਲ ਦੀ ਹਮਾਇਤ ਕੀਤੀ? ਹਾਂਜੀ ਬਿਲਕੁਲ। ਮੈਨੂੰ ਇਹ ਨਹੀਂ ਪਤਾ ਸੀਗਾ ਵੀ ਇਹ ਹਰਸ਼ ਤੂਰੀ ਕੇਸ ਦੇ ਵਿੱਚ ਇਨਵੋਲਵ ਹੈ। ਫਿਰ ਤੁਹਾਨੂੰ ਇਹ ਪਤਾ ਕਦੋਂ ਲੱਗਾ ਕਿ ਹਰਸ਼ ਤੂਰੀ ਵੀ ਇਹਦੇ ਵਿੱਚ ਉਹਦੀ ਇਨਵੋਲਵਮੈਂਟ ਸੀਗੀ? ਇਹ ਮੈਨੂੰ 2021 ਫਰਵਰੀ ਨੂੰ ਪਤਾ ਲੱਗਿਆ ਜਦ ਅਖਬਾਰ 'ਚ ਆਇਆ। ਜਦੋਂ ਉਹ ਮਿਲਦਾ ਸੀਗਾ ਉਦੋਂ ਤੁਹਾਡਾ ਉੱਥੇ ਹੋਣਾ ਕਿਉਂ ਜ਼ਰੂਰੀ ਹੁੰਦਾ ਸੀ, ਜਾਂ ਤੁਸੀਂ ਉੱਥੇ ਤੁਹਾਡੀ ਮੌਜੂਦਗੀ ਕਿਵੇਂ ਹੁੰਦੀ ਸੀ? ਮੈਂ ਤਾਂ ਟਾਈਮ ਲੈ ਕੇ ਜਾਂਦੀ ਸੀ। ਚਰਨਜੀਤ ਬਰਾੜ ਮੇਰਾ ਟਾਈਮ ਫਿਕਸ ਕਰਦੇ ਸੀਗੇ ਮਿਲਣ ਵਾਸਤੇ। ਤੁਹਾਡੇ ਕੋਲ ਸਬੂਤ ਕੀ ਹੈ? ਇਹ ਤਾਂ ਕਹਿ ਸਕਦੇ ਹਾਂ ਅਸੀਂ ਕਿ ਇੱਕ ਹਿਸਾਬ ਦੀ ਕਿਰਦਾਰ ਕੁਸ਼ੀ ਹੋ ਗਈ। ਉਹ ਖੁਦ ਕਹਿੰਦੇ ਨੇ ਵੀ ਘਟਨਾ ਸਾਡੇ ਦੌਰਾਨ ਹੋਈ ਪਰ ਅਸੀਂ ਦੋਖੀਆਂ ਨੂੰ ਪਛਾਣ ਨਹੀਂ ਸਕੇ। ਮੈਂ ਪਛਾਣ ਕਰਾ ਦੇਣੀ ਨਾ, ਮੈਨੂੰ ਮੌਕਾ ਦੇ। ਇੱਥੇ ਕਿਵੇਂ ਲੋਕ ਵੀ ਯਕੀਨ ਕਰਨਗੇ ਵਾਕਈ ਤੁਸੀਂ ਉੱਥੇ ਮੀਟਿੰਗ ਦੌਰਾਨ ਹਰਸ਼ ਤੂਰੀ ਨੂੰ ਉੱਥੇ ਹੀ ਦੇਖਿਆ ਔਰ ਇਹ ਹਰਸ਼ ਤੂਰੀ ਉਹੀ ਹੈ? ਦੇਖੋ, ਮੈਡੀਕਲੀ ਟੈਸਟ ਜਿਹੜੇ ਵੀ ਹੁੰਦੇ ਆ ਮੈਂ ਉਹ ਕਰਾਉਣ ਨੂੰ ਅੱਜ ਵੀ ਤਿਆਰ ਹਾਂ। ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦਾ ਟੈਸਟ ਹੋ ਜਾਏ, ਮੇਰਾ ਵੀ ਟੈਸਟ ਹੋ ਜਾਏ। ਉਸ ਤੋਂ ਬਾਅਦ ਮੈਂ ਅਨੇਕਾਂ ਵਾਰ ਗਈ ਬਟ ਮੈਂ ਉਸ ਤੋਂ ਬਾਅਦ ਨਹੀਂ ਦੇਖਿਆ ਕਿਉਂਕਿ ਉਸ ਦਿਨ ਇਹਨਾਂ ਦੀ ਵਰਡਿੰਗ ਸੀ ਤੁਹਾਡਾ ਕਰਤਾ ਤੇ ਆਪਾਂ ਛੇਤੀ ਮਿਲਦੇ ਹਾਂ। ਕੀ ਕਰਤਾ ਅੱਜ ਤੱਕ ਉਹ ਕੁਐਸਚਨ ਮੇਰੇ ਮਨ ਦੇ ਵਿੱਚ ਹੈ, ਵੈਦਰ ਹੀ ਇਜ਼ ਲਾਈਵ ਔਰ ਡੈਡ। ਫਿਰ ਮੇਰੇ ਬੇਟੇ ਨੂੰ ਧਮਕੀ ਦਿੱਤੀ, ਤੂੰ ਦੇਖਿਆ ਮਿੱਡੂ ਖੇੜੇ ਦਾ ਕੀ ਹਸ਼ਰ ਹੋਇਆ, ਸੋਸ਼ਲ ਮੀਡੀਆ 'ਤੇ ਤੂੰ ਦੇਖਦਾ ਹੀ ਹੋਏਗਾ, ਤੇਰੀ ਮੰਮੀ ਤਾਂ ਗਵਾਹੀ ਦੇ ਕੇ ਪਾਸੇ ਹੋ ਜਾਏਗੀ, ਭੁਗਤਣਾ ਤਾਂ ਕਾਕੇ ਤੈਨੂੰ ਪਏਗਾ। ਸ਼ੈ ਹੈਗੀ ਪੋਲੀਟੀਕਲ ਹਾਈ ਅਥਾਰਟੀ ਦੀ, ਲੀਡਰਸ ਦੀ, ਤਦੀ ਉਹਨਾਂ ਦੇ ਵਰਕਰ ਚਮਚੇ ਚੇਲੇ ਆ ਕੇ ਇਹ ਚੀਜ਼ ਵਰਡਿੰਗ ਬੋਲਦੇ ਹਨ। ਸਿੱਟ ਦੇ ਮੁਖੀ ਪਰਮਾਰ ਸਾਹਿਬ ਸੁਨਾਰੀਆ ਜੇਲ੍ਹ ਜਾ ਕੇ ਸਵਾਲ ਜਵਾਬ ਕਰਦੇ ਆ ਰਾਮ ਰਹੀਮ ਦੇ ਕੋਲੋਂ। ਤੁਸੀਂ ਕੋਸ਼ਿਸ਼ ਕੀਤੀ ਉਹਨਾਂ ਦੇ ਕੋਲ ਪਹੁੰਚ ਕਰਨ ਦੀ? ਜਿਸ ਦਿਨ ਰਾਮ ਰਹੀਮ ਜੀ ਦੀ ਪੁੱਛਗਿੱਛ ਕਰਨ ਵਾਸਤੇ 8 ਨੂੰ ਜਾ ਰਹੇ ਸੀ ਸੁਨਾਰੀਆ ਜੇਲ੍ਹ, ਉਸ ਤੋਂ 2 ਦਿਨ ਪਹਿਲਾਂ ਮੈਨੂੰ ਫੋਨ ਆਇਆ ਸੀ ਜ਼ਰੂਰ ਉਹਨਾਂ ਦਾ। ਕਹਿੰਦੇ ਮੈਡਮ ਤੁਹਾਡੇ ਅਸੀਂ ਨਾ ਬਿਆਨ ਕਰਵਾਉਣਾ ਚਾਹੁੰਦੇ ਹਾਂ। ਮੈਂ ਉਹਨਾਂ ਨੂੰ ਜਲਦੀ 'ਚ ਕਹਿਤਾ ਵੀ ਮੈਂ ਰਿਗਾਰਡਿੰਗ ਸੁਖਬੀਰ ਜੀ ਦੇ ਵੀ ਹਰਸ਼ ਤੂਰੀ ਨਾਲ ਮਿਲਦੇ ਹੋ 3 ਵਾਰ ਦੇਖਿਆ, ਮੈਂ ਇਹ ਬਿਆਨ ਦੇਣਾ ਚਾਹੁੰਦੀ ਹਾਂ। ਪਤਾ ਨਹੀਂ ਸ਼ਾਮ ਤੱਕ ਕਿਵੇਂ ਸੁਖਬੀਰ ਜੀ ਬਾਦਲ ਕੋਲ ਪਹੁੰਚ ਗਈ ਉਹ ਗੱਲ, ਤੇ ਨਾਲ ਦੀ ਨਾਲ ਮੇਰੇ ਤੇ ਐਕਸ਼ਨ ਸ਼ੁਰੂ ਹੋ ਗਿਆ। ਬਰਗਾੜੀ, ਬੈਬਲ ਕਲਾਂ, ਕੋਟਕਪੂਰਾ ਗੋਲੀकांड ਔਰ ਉਹਦੇ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਔਰ ਉਸ ਬੇਅਦਬੀ ਦੇ ਇਰਦ ਗਿਰਦ ਘੁੰਮਦੀ ਸਿਆਸਤ ਔਰ ਸਿਆਸਤਦਾਨਾਂ ਦੇ ਲਾਰੇ ਔਰ ਉਹਨਾਂ ਲਾਰਿਆਂ ਦੇ ਨਾਲ ਘੁੰਮਦੀਆਂ ਲੋਕਾਂ ਦੀਆਂ ਉਮੀਦਾਂ। SIT ਨੇ ਆਪਣੀ ਰਿਪੋਰਟ ਜਾਰੀ ਕੀਤੀ 467 ਪੰਨਿਆਂ ਦੀ ਔਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਉਹ ਜੋ ਰਿਪੋਰਟ ਹੈ ਸੌਂਪ ਦਿੱਤੀ ਹੈ ਸਿੱਖ ਆਗੂਆਂ ਨੂੰ। ਲੇਕਿਨ ਇੱਕ ਨਾਮ ਚਰਚਾ ਦੇ ਵਿੱਚ ਆਇਆ ਸੀਗਾ ਰਜਿੰਦਰ ਕੌਰ ਮਿਮਸਾ ਔਰ ਇਸ ਰਿਪੋਰਟ ਦੇ ਵਿੱਚ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਜੋ ਕੁਝ ਵੀ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਉਹਦੇ ਪਿੱਛੇ ਕਿਸੇ ਵੀ ਸਿਆਸੀ ਪਾਰਟੀ, ਕਿਸੇ ਵੀ ਪੋਲੀਟੀਕਲ ਪਾਰਟੀ ਦਾ ਦੂਰ ਤੱਕ ਕੋਈ ਨਾਤਾ, ਕੋਈ ਰਿਸ਼ਤਾ, ਕੋਈ ਤਾਲੁਕਾਤ ਨਹੀਂ ਹੈ। ਲੇਕਿਨ ਰਜਿੰਦਰ ਕੌਰ ਮਿਮਸਾ ਜੋ ਪਹਿਲਾਂ ਕਾਂਗਰਸ ਦੇ ਵਿੱਚ ਸੀ ਔਰ ਬਾਅਦ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਉਹਨਾਂ ਨੇ ਜੁਆਇਨਿੰਗ ਕੀਤੀ, ਉਹਨਾਂ ਦਾ ਇਹ ਕਹਿਣਾ ਹੈ ਕਿ ਜੋ ਇਸ ਕੇਸ ਦੇ ਵਿੱਚ ਭਗੌੜੇ ਨੇ ਹਰਸ਼ ਤੂਰੀ, ਉਹਨਾਂ ਦੀ ਮੀਟਿੰਗਸ ਹੁੰਦੀਆਂ ਇਹਨਾਂ ਨੇ ਵੱਡੇ ਸਿਆਸੀ ਲੀਡਰਾਂ ਦੇ ਨਾਲ ਦੇਖੀ ਹੈ, ਉਹ ਵੀ ਸਫਦਰਜੰਗ ਦੀ ਕੋਠੀ ਦੇ ਵਿੱਚ। ਮੇਰੇ ਨਾਲ ਇਸ ਵਕਤ ਸਟੂਡੀਓ ਦੇ ਵਿੱਚ ਮੌਜੂਦ ਨੇ ਔਰ ਨਾਲ ਇਹਨਾਂ ਦਾ ਇਹ ਵੀ ਕਹਿਣਾ ਹੈ ਕਿ SIT ਦੇ ਕੋਲ ਜਦੋਂ ਇਹ ਪਹੁੰਚਦੇ ਨੇ ਆਪਣੇ ਬਿਆਨ ਦਰਜ ਕਰਵਾਉਣ ਦੇ ਲਈ ਤਾਂ ਇਹਨਾਂ ਦੇ ਬਿਆਨ ਨਹੀਂ ਦਰਜ ਹੁੰਦੇ ਔਰ ਉਸ ਤੋਂ ਬਾਅਦ ਇਹ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਰਿਟ ਪਟੀਸ਼ਨ ਦਾਖਲ ਕਰਦੇ ਆ। ਰਜਿੰਦਰ ਜੀ, SIT ਕਹਿੰਦੀ ਹੈ ਕਿ ਕਿਸੇ ਵੀ ਪੋਲੀਟੀਕਲ ਪਾਰਟੀ ਦੇ ਪਿੱਛੇ ਕੋਈ ਸ਼ਮੂਲੀਅਤ ਨਹੀਂ ਸੀ, ਕਿਸੇ ਵੀ ਪੋਲੀਟੀਕਲ ਪਾਰਟੀ ਦਾ ਇਹਦੇ ਵਿੱਚ ਕੋਈ ਹੱਥ ਨਹੀਂ ਹੈਗਾ, ਯਾਨੀ ਕਿ ਤੁਸੀਂ ਝੂਠ ਬੋਲ ਰਹੇ ਸੀ?
ਸਭ ਤੋਂ ਪਹਿਲਾਂ ਤਾਂ ਤੁਹਾਡੇ ਮੈਂ ਚੈਨਲ ਦਾ ਧੰਨਵਾਦ ਕਰੂੰਗੀ, ਸਪੋਕਸਮੈਨ ਦਾ, ਕਿਉਂਕਿ ਇਹਨਾਂ ਨੇ ਮੈਨੂੰ ਅੱਜ ਇਹ ਪਲੇਟਫਾਰਮ ਦਿੱਤਾ ਸੱਚ ਨੂੰ ਲੋਕਾਂ ਤੱਕ ਲਿਆਉਣ ਵਾਸਤੇ। ਮੈਂ ਜੋ ਵੀ ਗੱਲ ਕਹੂੰਗੀ ਗੁਰੂ ਮਹਾਰਾਜ ਨੂੰ ਹਾਜ਼ਰ ਨਾਜ਼ਰ ਮੰਨ ਕੇ ਕਹੂੰਗੀ, ਔਰ ਜੋ ਵੀ ਮੈਂ ਪਹਿਲਾਂ ਕਿਹਾ ਉਹ ਬਿਲਕੁਲ ਸੱਚ ਹੈਗਾ। ਤੇ ਜੋ ਤੁਸੀਂ ਮੈਨੂੰ ਸਵਾਲ ਕੀਤਾ ਹੈ ਤੇ ਮੈਂ ਹੁਣ ਉਸ ਦਾ ਜਵਾਬ ਦਿੰਨੀ ਹੈਗੀ ਆ ਕਿ ਜੋ ਸਿੱਟ ਨੇ ਕੱਲ੍ਹ ਰਿਪੋਰਟ ਫਾਈਲ ਕੀਤੀ ਹੈਗੀ ਹੈ, ਉਹ ਮੈਨੂੰ ਨਹੀਂ ਸਮਝ ਆਉਂਦੀ ਵੀ ਉਹਨਾਂ ਨੇ ਕਿਸ ਬੇਸ 'ਤੇ ਤਿਆਰ ਕੀਤੀ ਹੈ। ਇਹਦੇ ਵਿੱਚ ਸਿਆਸੀ ਪਾਰਟੀਆਂ ਦੀ ਇਨਵੋਲਵਮੈਂਟ ਹੈਗੀ ਹੈ, ਇਸ ਦੀ ਮੈਂ ਖੁਦ ਗਵਾਹ ਹੈਗੀ ਹਾਂ, ਕਿਉਂਕਿ ਮੈਂ ਉਹਨਾਂ ਨੂੰ ਮੀਟਿੰਗਾਂ ਕਰਦੇ ਦੇਖਿਆ ਹੈਗਾ। ਕੀ ਰਜਿੰਦਰ ਕੌਰ ਮਿਮਸਾ SIT ਤੋਂ ਉੱਪਰ ਹੋ ਕੇ ਹੋਏ ਆ, ਜਾਂ ਤੁਹਾਨੂੰ ਐਂ ਲੱਗਦਾ ਕਿ SIT ਦੀ ਜਾਂਚ ਜੋ ਹੈਗੀ ਹੈ ਰਜਿੰਦਰ ਕੌਰ ਮਿਮਸਾ ਦੇ ਦਾਅਵਿਆਂ ਦੇ ਸਾਹਮਣੇ ਅਧੂਰੀ ਆ? ਮੈਂ ਇਹ ਕਹਿ ਸਕਦੀ ਹਾਂ ਕਿ ਰਜਿੰਦਰ ਕੌਰ ਮਿਮਸਾ ਤਾਂ ਸ਼ਾਇਦ ਰੱਬ ਦਾ ਇੱਕ ਜ਼ਰੀਆ ਹੋਏਗੀ ਸੱਚ ਨੂੰ ਸਾਹਮਣੇ ਲਿਆਉਣ ਵਾਸਤੇ, ਬਟ ਸਿੱਟ ਦੀ ਕਿਤੇ ਨਾ ਕਿਤੇ ਸਿਆਸੀ ਪਾਰਟੀਆਂ ਦੇ ਨਾਲ ਕੋਈ ਗਰਜ਼ਾਂ ਜੁੜੀਆਂ ਹੋਣਗੀਆਂ, ਮਜਬੂਰੀਆਂ ਜੁੜੀਆਂ ਹੋਣਗੀਆਂ, ਜਿਹੜੀ ਉਹਨਾਂ ਨੂੰ ਉਹ ਪਰਦੇ 'ਤੇ ਸਾਹਮਣੇ ਲੈ ਕੇ ਆਉਣਾ ਨਹੀਂ ਚਾਹੁੰਦੀਆਂ। ਇਸ ਕਰਕੇ ਉਹ ਸਰੇਆਮ ਡੇਰਾ ਸਰਸਾ ਨੂੰ ਪਲੀ ਲੈ ਕੇ ਅੱਗੇ ਲੈ ਕੇ ਆ ਰਹੀਆਂ ਨੇ, ਤਾਂ ਕਿ ਉਹ ਬਾਬਾ ਜੀ ਤਾਂ ਆਲਰੇਡੀ ਜੇਲ੍ਹ ਦੇ ਵਿੱਚ ਹੈਗੇ ਆ ਔਰ ਇਹ ਕੇਸ ਬਿਲਕੁਲ ਖਤਮ ਕਰਨਾ ਚਾਹੁੰਦੇ ਨੇ। ਜਿਸ ਵੇਲੇ ਤੁਸੀਂ ਅਕਾਲੀ ਦਲ ਤੋਂ ਅਸਤੀਫਾ ਦਿੱਤਾ, ਤੁਸੀਂ ਇੱਕ ਬਕਾਇਦਾ ਤੌਰ ਤੇ ਵੀਡੀਓ ਜਾਰੀ ਕੀਤੀ ਫੇਸਬੁੱਕ ਤੇ, ਔਰ ਤੁਸੀਂ ਉਸ ਵੀਡੀਓ ਦੇ ਵਿੱਚ ਵੀ ਇਸ ਚੀਜ਼ ਦਾ ਜ਼ਿਕਰ ਕੀਤਾ ਕਿ ਤੁਸੀਂ ਹਰਸ਼ ਧੁਰੀ ਨੂੰ ਇੱਕ ਵੱਡੇ ਸਿਆਸੀ ਲੀਡਰ ਦੇ ਨਾਲ ਮੀਟਿੰਗ ਕਰਦਿਆਂ ਹੋਇਆ ਦੇਖਿਆ ਸੀਗਾ, ਔਰ ਕਿੰਨੀ ਵਾਰੀ ਤੁਸੀਂ ਉਸ ਸਫਦਰਜੰਗ ਕੋਠੀ ਗਏ ਹੋ, ਔਰ ਕਿਸ ਲੀਡਰ ਦੇ ਨਾਲ ਤੁਸੀਂ ਹਰਸ਼ ਧੁਰੀ ਨੂੰ ਦੇਖਿਆ? ਮੈਂ 2016 ਦੇ ਦਸੰਬਰ ਦੇ ਇੱਕਦਮ ਅਖੀਰ ਦੇ ਵਿੱਚ, ਉਸ ਟਾਈਮ 2017 ਦੀ ਚੋਣਾਂ ਦਾ ਸਿਲਸਿਲਾ ਸ਼ੁਰੂ ਹੋਇਆ ਸੀ, ਕਿਸੇ ਕਦਵਰ ਲੀਡਰ ਦੇ ਥਰੂ ਮੈਨੂੰ ਮੈਸੇਜ ਆਇਆ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਤੁਹਾਨੂੰ ਦਿੱਲੀ ਮਿਲਣਾ ਚਾਹੁੰਦੇ ਹੈਗੇ ਆ। ਅਤੇ ਮੈਂ ਹਾਲਾਂਕਿ ਨਹੀਂ ਇੰਟਰਸਟਡ ਸੀਗੀ, ਬਟ ਮੈਨੂੰ ਇਹ ਲੱਗਿਆ ਕਿ ਸ਼ਾਇਦ ਵੱਡੇ ਲੀਡਰਾਂ ਨੂੰ ਮਿਲਣ ਨਾਲ ਕਿਤੇ ਨਾ ਕਿਤੇ ਕੋਈ ਗਾਈਡਲਾਈਨ ਮਿਲ ਜਾਂਦੀ ਹੈ ਅਤੇ ਮੈਨੂੰ ਅੱਗੇ ਸਿਆਸਤ ਦੇ ਵਿੱਚ ਆਪਣਾ ਵਧੀਆ ਕਦਮ ਚੁੱਕਣ ਦਾ ਮੌਕਾ ਮਿਲੇਗਾ। ਮੈਂ ਕਾਫੀ ਟਾਈਮ ਬਾਅਦ ਉਹਨਾਂ ਨੂੰ ਟਾਈਮ ਦਿੱਤਾ ਕਿ ਹਾਂ ਮੈਂ ਮਿਲ ਕੇ ਉਹਨਾਂ ਨਾਲ ਗੱਲਬਾਤ ਕਰਨਾ ਚਾਹੁੰਦੀ ਹਾਂ, ਅਤੇ ਮੈਂ 12 ਸਫਦਰਜੰਗ ਰੋਡ ਪਹੁੰਚੀ ਦਿੱਲੀ ਉਹਨਾਂ ਦੀ ਰਿਹਾਇਸ਼ 'ਤੇ। ਉੱਥੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਤਾਂ ਨਹੀਂ ਸੀਗੇ, ਬਟ ਹਰਸ਼ ਧੂਰੀ ਉੱਥੇ ਮੌਜੂਦ ਸੀਗੇ। ਉਹਨਾਂ ਨੇ ਦੇਖਦੇ ਹੀ ਮੈਨੂੰ ਮੇਰੇ ਕੋਲ ਆਏ ਅਤੇ ਮੈਨੂੰ ਕਹਿਣ ਲੱਗੇ, ਮੈਡਮ ਅੱਜ ਕੱਲ੍ਹ ਤੁਸੀਂ ਧੂਰੀ ਦਿਖਦੇ ਨਹੀਂ ਹੈਗੇ। ਤੁਸੀਂ ਹਰਸ਼ ਧੂਰੀ ਨੂੰ ਪਹਿਲਾਂ ਤੋਂ ਜਾਣਦੇ ਸੀ? ਬਿਲਕੁਲ ਮੈਂ ਜਾਣਦੀ ਸੀ। ਉਹ ਵੀ ਤੁਹਾਨੂੰ ਜਾਣਦਾ ਸੀ? ਬਿਲਕੁਲ ਮੈਨੂੰ ਜਾਣਦਾ ਸੀ ਜੀ। ਔਰ ਇਹ ਰਾਬਤਾ ਇੱਕ ਦੂਜੇ ਦੇ ਨਾਲ ਕਿਵੇਂ ਕਾਇਮ ਹੋਇਆ, ਕਿਵੇਂ ਜਾਣਦੇ ਸੀ ਤੁਸੀਂ ਇੱਕ ਦੂਜੇ ਨੂੰ? ਮੈਂ ਹਰਸ਼ ਧੂਰੀ ਨੂੰ 2007 ਦੀ ਇਲੈਕਸ਼ਨਾਂ ਸੀਆਂ ਜਦ ਸਾਡੀ ਧੂਰੀ ਦੇ ਵਿੱਚ ਮਾਈ ਰੂਪ ਕੌਰ ਬਾਗੜੀਆਂ ਉੱਥੇ MLA ਦੇ ਤੌਰ 'ਤੇ ਇਲੈਕਸ਼ਨ ਲੜ ਰਹੇ ਸੀਗੇ, ਅਤੇ ਉਹਨਾਂ ਦੀ ਮੀਟਿੰਗਾਂ ਦੇ ਵਿੱਚ ਉਸ ਟਾਈਮ ਡੇਰਾ ਸਰਸਾ ਨੇ ਸਮਰਥਨ ਦਿੱਤਾ ਸੀਗਾ ਕਾਂਗਰਸ ਨੂੰ। ਉਸ ਟਾਈਮ ਮੀਟਿੰਗਾਂ ਦੇ ਵਿੱਚ ਅਕਸਰ ਇਹ ਲੜਕਾ ਆਉਂਦਾ ਸੀ, ਉਸ ਟਾਈਮ ਬਹੁਤ ਘੱਟ ਉਮਰ ਸੀ ਇਸ ਬੱਚੇ ਦੀ, ਅਤੇ ਉਸ ਟਾਈਮ ਅਸੀਂ ਆਮ ਗੱਲਾਂ ਕਰਦੇ ਸੀ। ਔਰ ਇਹਦੀ ਨਾ ਕੱਕੜ ਵਾਲੇ ਪੁਲ ਦੇ ਥੋੜ੍ਹੀ ਜਿਹੀ ਨੇੜੇ ਹੀ ਐਨਕਾਂ ਦੀ ਦੁਕਾਨ ਹੁੰਦੀ ਸੀ, ਅਤੇ ਮੈਂ ਇੱਕ ਦੋ ਵਾਰ ਇਹਦੀ ਸ਼ੌਪ 'ਤੇ ਵੀ ਵਿਜ਼ਿਟ ਕੀਤਾ, ਕਿਉਂਕਿ ਮੈਨੂੰ ਵੀ ਸਪੈਕਸ ਲੱਗੀ ਹੋਈਆਂ, ਮੇਰੇ ਹਸਬੈਂਡ ਨੂੰ ਵੀ ਸਪੈਕਸ ਲੱਗੀਆਂ। ਪ੍ਰੋਬਲਮ ਆਈ ਅਤੇ ਅਸੀਂ ਕਿਹਾ ਚਲੋ ਨੋਇੰਗ ਬੰਦਾ ਹੈ, ਇਹਦੇ ਕੋਲ ਹੀ ਜਾ ਕੇ ਆਪਾਂ ਠੀਕ ਕਰਵਾ ਲੈਂਦੇ ਹਾਂ, ਅਤੇ ਉਸ ਤਰ੍ਹਾਂ ਸਾਡੀ ਨੇੜਤਾ ਕਾਫੀ ਵੱਧ ਗਈ ਅਤੇ ਗੱਲਬਾਤ ਹੁੰਦੀ ਸੀ ਜਦ ਵੀ ਮੀਟਿੰਗਾਂ ਸੀ। ਮੈਂ ਕਾਫੀ ਲੰਬਾ ਚਿਰ ਧੂਰੀ ਰਹੀ ਹਾਂ ਅਤੇ ਮੇਰੇ ਕੋਲ ਪ੍ਰੂਫ ਵੀ ਹੈ, ਰਾਸ਼ਨ ਕਾਰਡ, ਵੋਟ ਕਾਰਡ, ਮੇਰਾ ਸਭ ਧੂਰੀ ਦਾ ਹੀ ਹੈਗਾ। ਅੱਛਾ, ਤੁਸੀਂ ਹੁਣ ਕੋਠੀ ਦੇ ਅੰਦਰ ਦਾਖਲ ਹੋ ਗਏ, ਹਰਸ਼ ਧੂਰੀ ਉੱਥੇ ਬੈਠਾ, ਤੁਸੀਂ ਇੱਕ ਦੂਜੇ ਦੇ ਨਾਲ ਮੁਲਾਕਾਤ ਕਰਦੇ ਹੋ, ਉਸ ਤੋਂ ਬਾਅਦ ਅੱਗੇ ਸਿਲਸਿਲਾ ਕੀ ਚੱਲਦਾ? ਨਹੀਂ ਜੀ, ਹਰਸ਼ ਧੂਰੀ ਉੱਥੇ ਬੈਠਾ ਨਹੀਂ ਸੀ। ਇੱਕ ਉੱਥੇ ਦਰਖਤ ਹੈ ਅੰਬ ਦਾ, ਵੱਡਾ ਸਾਰਾ ਦਰਖਤ ਹੈ, ਉਹਦੇ ਨੇੜੇ ਹੀ ਮਤਲਬ ਕਿ ਬਰਾਂਡਾ ਜਿਹਾ ਸ਼ੁਰੂ ਹੋ ਜਾਂਦਾ ਆਫਿਸ ਦਾ, ਉਹਦੇ ਕੋਲ ਖੜੇ ਸੀ। ਮੈਂ ਐਂਟਰ ਕਰ ਰਹੀ ਸੀ ਆਪਣੀ ਚੈਕਿੰਗ ਕਰਾ ਕੇ, ਅਤੇ ਉਹ ਵਿੱਚ ਦੀ ਆ ਕੇ ਭੱਜ ਕੇ ਪੌੜੀਆਂ ਤੋਂ ਉਤਰਦੇ ਹੋਏ ਮੇਰੇ ਵੱਲ ਆਇਆ, ਅਤੇ ਮੈਨੂੰ ਆਂਦੀ ਨੇ ਮੇਰੇ ਪੈਰੀ ਹੱਥ ਲਾਏ, ਅਤੇ ਮੈਂ ਵੀ ਉਹਦੇ ਮੋਢੇ 'ਤੇ ਹੱਥ ਰੱਖਿਆ। ਮੈਂ ਕਿਹਾ ਵੀ ਹਰਸ਼ ਵੀ ਕੀ ਹਾਲ ਹੈ? ਕਹਿੰਦਾ ਮੈਡਮ ਠੀਕ ਹੈ, ਬਟ ਤੁਸੀਂ ਹੁਣ ਅੱਜ ਕੱਲ੍ਹ ਧੂਰੀ ਦਿਖਦੇ ਨਹੀਂ ਹੈਗੇ, ਕਿ ਸਿਆਸਤ ਛੱਡਤੀ? ਮੈਂ ਕਿਹਾ ਨਹੀਂ, ਮੈਨੂੰ ਅੱਜ, ਕਹਿੰਦਾ ਤੁਸੀਂ ਇੱਥੇ ਕਿਵੇਂ, ਤੁਸੀਂ ਤਾਂ ਕਾਂਗਰਸ 'ਚ ਸੀ। ਮੈਂ ਕਿਹਾ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਬੁਲਾਇਆ, ਕਹਿੰਦਾ ਤੁਸੀਂ ਜੁਆਇਨ ਕਰਨਾ ਹੈ। ਸਾਡੀ ਇੰਨੀ ਗੱਲ ਚੱਲ ਹੀ ਰਹੀ ਸੀ, ਇੰਨੇ ਨੂੰ ਸੁਖਬੀਰ ਜੀ ਆ ਗਏ, ਅਤੇ ਮੈਨੂੰ ਕੁਝ ਪਤਾ ਨਹੀਂ ਸੀਗਾ ਵੀ ਕਿਸ ਤਰ੍ਹਾਂ ਦਾ ਮਿਲਣ ਦਾ ਅਕਾਲੀ ਦਲ ਲੀਡਰਸ ਨੂੰ ਹੁੰਦਾ ਪ੍ਰੋਗਰਾਮ। ਮੈਂ ਵੀ ਭੱਜ ਕੇ ਨੇੜੇ ਲੱਗ ਗਈ, ਅਤੇ ਕਿਉਂਕਿ ਸਾਡੇ ਨਾਲ ਕਬੀਰ ਜੀ ਜਿਹੜੇ ਨਾਭੇ ਤੋਂ ਇਲੈਕਸ਼ਨ ਲੜੇ ਹੈਗੇ ਅਕਾਲੀ ਦਲ ਦੀ ਟਿਕਟ ਤੋਂ, ਉਹ ਵੀ ਮੇਰੇ ਨਾਲ ਸੀਗੇ। ਹੋਰ ਵੀ 3-4 ਕੈਂਡੀਡੇਟਸ ਤਿਆਰ ਕੀਤੇ ਸੀ ਉਹਨਾਂ ਨੇ। ਜਦ ਮੈਂ ਨੇੜੇ ਗਈ ਤਾਂ ਉਹਨਾਂ ਦੀ ਵਰਡਿੰਗ ਸੀ, ਹੱਥ ਮਿਲਾਉਂਦੇ ਹੋਏ ਸੁਖਬੀਰ ਜੀ ਦੀ ਪੌੜੀਆਂ 'ਤੇ ਖੜੇ ਹੋਏ ਸੀ। ਉਹ ਵੀ ਪੌੜੀਆਂ 'ਤੇ ਅੱਧਾ ਪੈਰ ਸੀ, ਅੱਧਾ ਨੀਚੇ ਸੀ। ਕਹਿੰਦੇ ਯਾਰ ਫੋਨ ਫਾਨ ਕਰ ਲਿਆ ਕਰੋ, ਤੁਸੀਂ ਮਰਵਾਓਗੇ ਕਿਸੇ ਦਿਨ ਮੈਨੂੰ ਇਹ ਲੱਗਿਆ ਵੀ ਇਲੈਕਸ਼ਨਾਂ ਦਾ ਦੌਰ ਚੱਲ ਰਿਹਾ ਹੈ, ਵੀ ਪ੍ਰੇਮੀਆਂ ਨੂੰ ਇਹ ਸ਼ੋਅ ਨਹੀਂ ਕਰਨਾ ਚਾਹੁੰਦੇ ਵੀ ਅਸੀਂ ਇਹਨਾਂ ਦਾ ਸਮਰਥਨ ਲੈ ਰਹੇ ਹਾਂ, ਸ਼ਾਇਦ ਇਸ ਕਰਕੇ ਇਹਨਾਂ ਨੂੰ ਕਹਿ ਰਹੇ ਨੇ ਗੱਲ, ਜਾਂ ਮੈਨੂੰ ਕਮੈਂਟ ਕਰ ਰਹੇ ਨੇ ਵੀ ਮੈਂ ਕਾਂਗਰਸੀ ਹੋਣ ਕਰਕੇ ਵੀ ਸ਼ਾਇਦ ਬਿਨਾਂ ਇਨਫੋਰਮੇਸ਼ਨ ਤੋਂ ਇੱਥੇ ਪਹੁੰਚੀ ਹੋਈ ਹਾਂ, ਬੰਦੇ ਨੇ ਇਨਫੋਰਮ ਨਹੀਂ ਕੀਤਾ ਵੀ ਮੀਮਸਾ ਆ ਰਹੇ ਨੇ ਅੱਜ ਮਿਲਣ ਵਾਸਤੇ। ਇਸ ਤਰ੍ਹਾਂ ਦਾ ਕੁਝ ਮੇਰੇ ਦੋ ਚਿੱਤੀ 'ਚ ਸੀ। ਮੈਂ ਥੋੜ੍ਹਾ ਪਿੱਛੇ ਹਟ ਗਈ, ਆਪਣੇ ਆਪ ਨੂੰ ਥੋੜ੍ਹਾ ਸਾਈਡ ਹੋ ਕੇ ਖੜ ਗਈ, ਆਪਣੇ ਆਪ ਨੂੰ ਇਨਫੀਰੀਅਰਟੀ ਫੀਲ ਕੀਤੀ ਮੈਂ ਉੱਥੇ, ਕਿ ਸ਼ਾਇਦ ਚੰਗਾ ਨਹੀਂ ਹੋਇਆ ਮੈਂ ਇੱਥੇ ਆ ਕੇ ਜੋ
ਮਤਲਬ ਸਟੈਪ ਚੱਕਿਆ। ਇਨਫੀਰੀਅਰਿਟੀ ਕਿਸ ਚੀਜ਼ ਦੀ? ਇਨਫੀਨੀਟੀ ਇਹ ਹੋਈ ਕਿ ਸ਼ਾਇਦ ਸੁਖਬੀਰ ਨੂੰ ਪਤਾ ਹੀ ਨਹੀਂ ਹੈਗਾ ਵੀ ਇਹ ਰਜਿੰਦਰ ਕੌਰ ਮੀਮਸਾ ਤੇ ਮੈਨੂੰ ਮਿਲਣ ਆ ਰਹੇ ਨੇ, ਜਾਂ ਕੋਈ ਇਸ ਤਰ੍ਹਾਂ ਦਾ ਪ੍ਰੋਗਰਾਮ ਹੈਗਾ ਕਾਂਗਰਸੀ ਨੇ। ਮਤਲਬ ਜੋ ਵਜੂਦ ਤੁਹਾਡਾ ਕਾਂਗਰਸ 'ਚ ਸੀਗਾ, ਤੁਸੀਂ ਉਸ ਟਾਈਮ ਮੁਲਾਕਾਤ ਦੌਰਾਨ ਉੱਥੇ ਫੀਲ ਨਹੀਂ ਕੀਤਾ? ਹਾਂਜੀ, ਮੈਂ ਕਾਂਗਰਸ ਦੇ ਵਿੱਚ ਸੀਗੀ, ਮੈਨੂੰ ਹਰ ਲੀਡਰਸ਼ਿਪ ਚੰਗੀ ਤਰ੍ਹਾਂ ਜਾਣਦੀ ਸੀ ਤੇ ਮੈਨੂੰ ਕਦੀ ਵੇਟ ਕਰਨ ਦੀ ਵੀ ਜ਼ਰੂਰਤ ਨਹੀਂ ਪਈ ਸੀ। ਔਰ ਵਧੀਆ VIP ਤੁਸੀਂ ਉਸ ਟਾਈਮ ਖਫਾ ਚੱਲ ਰਹੇ ਸੀ ਕਾਂਗਰਸ ਤੋਂ? ਨਹੀਂ, ਕੋਈ ਖਫਾ ਨਹੀਂ ਸੀਗੇ। ਐਕਚੁਅਲੀ ਟਿਕਟਾਂ ਦੀ ਚੱਲ ਰਹੀ ਸੀਗੀ ਗੱਲਬਾਤ, ਤਾਂ ਸੁਖਬੀਰ ਜੀ ਦੇ ਜਿਹੜਾ ਬੰਦਾ ਸੀਗਾ ਉਹਨੇ ਮੈਨੂੰ ਮੈਸੇਜ ਕੀਤਾ ਵੀ ਮੈਡਮ ਸ਼ਾਇਦ ਤੁਹਾਨੂੰ ਇਸ ਵਾਰ ਵੀ ਪਾਰਟੀ ਟਿਕਟ ਨਾ ਦੇਵੇ ਤੇ ਸਾਡਾ ਇੰਟਰਸਟ ਤੁਹਾਡੇ ਤੇ ਹੈਗਾ, ਵੀ ਜੇ ਤੁਸੀਂ ਇੰਟਰਸਟਡ ਹੋ ਸਾਡੀ ਪਾਰਟੀ ਜੁਆਇਨ ਕਰਨ ਦੇ ਵਾਸਤੇ ਤਾਂ ਤੁਸੀਂ ਸੁਖਬੀਰ ਸਰ ਨੂੰ ਟਾਈ ਅਪ ਕਰ ਲਓ। ਤੇ ਪਰ ਇਸ ਤੋਂ ਪਹਿਲਾਂ ਤੁਸੀਂ ਕੈਪਟਨ ਅਮਰਿੰਦਰ ਸਿੰਘ ਤੋਂ ਲੈ ਕੇ ਹੋਰ तमाम ਦਿੱਲੀ ਦੇ ਜੀ तमाम ਲੀਡਰਸ਼ਿਪ ਹੈਗੀ ਕਿ ਸੀ ਵੇਨੂਗੋਪਾਲ ਤੱਕ ਵੀ ਤੁਹਾਡੀ ਪਹੁੰਚ ਰਹੀ ਹੈ ਕਾਂਗਰਸ ਦੇ ਵਿੱਚ? ਬਿਲਕੁਲ ਜੀ, ਮੈਂ ਇਲੈਕਸ਼ਨ ਕਮਿਸ਼ਨ ਦੇ ਵਿੱਚ ਦਿੱਲੀ ਕੰਮ ਕਰ ਰਹੀ ਸੀ ਰਾਹੁਲ ਜੀ ਦੀ ਟੀਮ 'ਚ, ਤੇ ਮੈਂ 70 ਸਟੇਟਾਂ ਦੇ ਵਿੱਚ ਵੀ ਕੰਮ ਕੀਤਾ ਹੈ ਔਰ ਕਾਂਗਰਸ ਨੂੰ ਮਜ਼ਬੂਤ ਕੀਤਾ। ਮੈਂ ਬਹੁਤ ਵਧੀਆ ਵੈਲ ਸੈੱਟ ਸੀ ਕਾਂਗਰਸ ਦੇ ਵਿੱਚ, ਮੈਨੂੰ ਕੋਈ ਨਾਰਾਜ਼ਗੀ ਨਹੀਂ ਸੀ। ਦੇਖੋ 2017 ਦਾ ਜਿਹੜਾ ਟਿਕਟ ਸੀਗਾ ਜਾਂ ਉਸ ਤੋਂ ਪਹਿਲਾਂ ਜਿਹੜੀਆਂ ਚੋਣਾਂ ਹੋਈਆਂ ਉਹ 'ਤੇ ਮੁਹੰਮਦ ਸਦੀਕ ਲੜੇ, ਉਦੋਂ ਵੀ ਮੇਰਾ ਮਤਲਬ ਕਿ ਮੈਨੂੰ ਕਵਰਿੰਗ ਕੈਂਡੀਡੇਟ ਬਣਾ ਦਿੱਤਾ ਗਿਆ ਤੇ ਮੈਨੂੰ ਤਦ ਵੀ ਨਾਰਾਜ਼ਗੀ ਨਹੀਂ, ਤਦ ਵੀ ਮੈਂ ਪਾਰਟੀ ਨਹੀਂ ਛੱਡੀ ਸੀ। ਮੈਂ ਪਾਰਟੀ ਦੀ ਮਜ਼ਬੂਤੀ ਨਾਲ ਮਦਦ ਕੀਤੀ ਤੇ ਮੁਹੰਮਦ ਸਦੀਕ ਨੂੰ ਉੱਥੋਂ ਜਿਤਾਇਆ ਸੀ। ਪਰ ਦੁੱਖ ਤੁਹਾਨੂੰ ਉਦੋਂ ਹੋਇਆ ਜਦੋਂ ਕੈਪਟਨ ਅਮਰਿੰਦਰ ਸਿੰਘ ਧਨੌਲੇ ਵਾਲੀ ਸਾਈਡ ਆ ਗਏ? ਨਹੀਂ, ਇਸ ਤਰ੍ਹਾਂ ਵੀ ਕੁਝ ਨਹੀਂ। ਮੈਨੂੰ ਦੇਖੋ ਕੈਪਟਨ ਸਾਹਿਬ ਤਾਂ ਜਿੰਨੀ ਵਾਰ ਵੀ ਮਿਲਦੇ ਸੀ ਮੈਨੂੰ ਬਹੁਤ ਵਧੀਆ ਤਰੀਕੇ ਨਾਲ ਰਿਸਪੈਕਟ ਨਾਲ ਮਿਲਦੇ ਸੀਗੇ। ਮੈਨੂੰ ਕੈਪਟਨ ਨਾਲ ਕਦੀ ਕੋਈ ਨਾਰਾਜ਼ਗੀ ਨਹੀਂ ਸੀਗੀ, ਕਿਉਂਕਿ ਮੇਰੀ ਤਾਂ ਤਾਰ ਹਾਈ ਅਥਾਰਟੀ ਨਾਲ ਜੁੜੇ ਹੋਈ ਸੀ ਰਾਹੁਲ ਜੀ ਨਾਲ, ਕਿਉਂਕਿ ਕੈਪਟਨ ਸਾਹਿਬ ਤਾਂ ਉਹੀ ਕਰਦੇ ਨਾ ਜਿਹੜਾ ਹਾਈ ਅਥਾਰਟੀ ਨੂੰ। ਮੈਂ ਸਵਾਲ ਤੁਹਾਡੇ ਕੋਲੋਂ ਇਸ ਕਰਕੇ ਡੀਪਲੀ ਕਰਦਾ ਪਿਆ, ਇਨ ਡੈਪਥ ਜਾ ਕੇ ਇਸ ਕਰਕੇ ਪੁੱਛਦਾ ਪਿਆ, ਇਹ ਹੱਥ ਦੇ ਵਿੱਚ ਕਟਿੰਗਸ ਪਈਆਂ ਹੋਈਆਂ ਮੇਰੇ। ਲੋਕ ਤੁਹਾਡੀ ਕ੍ਰੈਡੀਬਿਲਿਟੀ ਦੇ ਸਵਾਲ ਚੁੱਕਦੇ ਆ। ਲੋਕ ਇਹ ਕਹਿੰਦੇ ਆ ਕਿ ਰਜਿੰਦਰ ਕੌਰ ਮੀਮਸਾ ਆਪਣਾ ਸਿਆਸੀ ਭਵਿੱਖ ਸੁਧਾਰਨ ਦੇ ਲਈ ਕਦੀ ਅਕਾਲੀ ਦਲ ਕਦੀ ਕਾਂਗਰਸ, ਤੇ ਜਦੋਂ ਦੋਵੇਂ ਪਾਸੇ ਬਾਜ਼ੀ ਨਹੀਂ ਸਹੀ ਬੈਠੀ ਤੇ ਇਹਨਾਂ ਨੇ ਛਿੱਟੇ ਸੁੱਟਣੇ ਸ਼ੁਰੂ ਕਰਤੇ ਅਕਾਲੀ ਦਲ ਤੇ। ਇਹ ਕ੍ਰੈਡੀਬਿਲਿਟੀ ਦੇ ਸਵਾਲ ਹੁੰਦਾ ਤੁਹਾਡੀ? ਨਹੀਂ, ਦੇਖੋ ਮੈਂ ਸਭ ਨੂੰ ਸਪਸ਼ਟ ਇਹ ਗੱਲ ਕਹਿਣਾ ਚਾਹੂੰਗੀ ਕਿ ਗੁਰੂ ਗ੍ਰੰਥ ਸਾਹਿਬ ਜੀ ਤੋਂ ਉੱਪਰ ਦੀ ਕੁਝ ਵੀ ਨਹੀਂ ਹੈਗਾ। ਸਿਆਸਤ ਦਾ ਬਹੁਤ ਦੂਰਾਂ ਦੀ ਗੱਲਾਂ ਹੁੰਦੀਆਂ ਨੇ। ਜਿੱਥੇ ਗੁਰੂ ਗ੍ਰੰਥ ਸਾਹਿਬ ਆ ਜਾਂਦਾ ਆਪਣੀਆਂ ਭਾਵਨਾਵਾਂ ਜੁੜੀਆਂ ਹੁੰਦੀਆਂ ਨੇ। ਮੇਰੇ ਪਰਿਵਾਰ ਨਾਲ ਸੁਖਬੀਰ ਬਾਦਲ ਜੀ ਨਾਲ ਜਾਂ ਬੀਬਾ ਹਰਸਿਮਰਤ ਨਾਲ ਕੋਈ ਇਹੋ ਜਿਹਾ ਇਸ਼ੂ ਨਹੀਂ ਕ੍ਰੀਏਟ ਹੋਇਆ ਸੀ। ਦੇਖੋ ਮੈਂ ਬੀਬਾ ਜੀ ਵਾਸਤੇ ਕੰਮ ਕਰ ਰਹੀ ਸੀ ਬਠਿੰਡੇ ਦੇ ਵਿੱਚ, ਬੀਬਾ ਜੀ ਜੋ ਮੈਨੂੰ ਆਦੇਸ਼ ਕਰਦੇ ਸੀ ਮੈਂ ਪੂਰਾ ਸਿਰ ਮੱਥੇ ਚੜਾਉਂਦੀ ਸੀ। ਬੀਬਾ ਜੀ ਵੀ ਮੇਰੇ ਵੱਲੋਂ ਬਹੁਤ ਖੁਸ਼ ਸੀਗੇ, ਸੰਤੁਸ਼ਟ ਸੀ। ਪਰ ਜਦ ਗੱਲ ਇਹ ਸੱਚਾਈ ਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ, ਤਾਂ ਮੈਨੂੰ ਲੱਗਿਆ ਇੱਕ ਪਾਸੇ ਪਰਿਵਾਰ ਦਾ ਵਿਸ਼ਵਾਸ ਹੈ ਤੇ ਇੱਕ ਪਾਸੇ ਗੁਰੂ ਗ੍ਰੰਥ ਸਾਹਿਬ ਦਾ ਆਪਣਾ ਆਦਰ ਸਤਿਕਾਰ ਹੈ, ਤੇ ਮੈਨੂੰ ਇੱਕ ਚੁਣਨਾ ਸੀਗਾ ਤਾਂ ਓਬਵੀਅਸਲੀ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਚੁਣਿਆ। ਅਗਰ ਮੈਂ ਸਿਆਸੀ ਕੋਈ ਚੀਜ਼ ਦੇਖਣਾ ਚਾਹੁੰਦੀ ਤਾਂ ਬਹੁਤ ਪਹਿਲਾਂ ਮੈਂ ਆਮ ਆਦਮੀ ਪਾਰਟੀ ਵੀ ਜੁਆਇਨ ਕਰ ਸਕਦੀ ਸੀਗੀ। ਅੱਛਾ, ਤੁਸੀਂ ਇੱਕ ਵਾਰੀ ਮਿਲੇ ਬਾਦਲ ਸਾਹਿਬ ਨੂੰ, ਉਸ ਤੋਂ ਬਾਅਦ ਦੁਬਾਰਾ ਵੀ ਮੀਟਿੰਗ ਹੋਈ? ਕਾਫੀ ਵਾਰ। ਜਦੋਂ ਮੈਂ 2000 ਦਸੰਬਰ ਦੇ ਲਾਸਟ ਦੇ ਵਿੱਚੋਂ ਸਿਲਸਿਲਾ ਸ਼ੁਰੂ ਹੋਇਆ ਤਾਂ ਕਰਮਵਾਰ ਬਹੁਤ ਬਾਰ ਗਏ ਹੈ। ਉਹ ਔਨ ਰਿਕਾਰਡ ਉਹਨਾਂ ਦੇ ਰਜਿਸਟਰਸ ਹੋਏਗਾ, ਉਹਨਾਂ ਦੇ ਕੈਮਰੇ 'ਚ ਹੋਏਗਾ, ਮੇਰੀ ਮੋਬਾਈਲਸ ਲੋਕੇਸ਼ਨ ਸ਼ੋ ਕਰ ਦੇਣਗੀਆਂ। ਦੇਖੋ ਅੱਜ ਕੱਲ੍ਹ ਤਾਂ ਸੋਸ਼ਲ ਮੀਡੀਆ ਇੰਨਾ ਤੇਜ਼ ਹੈ, ਹਰ ਚੀਜ਼ ਬਹੁਤ ਜ਼ਿਆਦਾ ਪਾਰਦਰਸ਼ਤਾ ਨਾਲ ਹੈਗੀ ਹੈ। ਅੱਛਾ, ਇਹ ਜੋ ਭਗੌੜਾ ਹਰਸ਼ਤੁਰੀ ਹੈ, ਇਹਨੂੰ ਤੁਸੀਂ ਇੱਕ ਵਾਰੀ ਉੱਥੇ ਦੇਖਿਆ, ਤੁਸੀਂ ਇਸ ਵਾਰ ਹੁਣ ਦੁਬਾਰਾ ਜ਼ਿਕਰ ਕਰ ਰਹੇ ਹੋ ਕਿ ਤੁਹਾਡੀ ਕਈ ਵਾਰ ਮੁਲਾਕਾਤ ਹੋਈ। ਉਸ ਤੋਂ ਬਾਅਦ ਉਹਨਾਂ ਮੁਲਾਕਾਤਾਂ ਦੇ ਦੌਰਾਨ ਤੁਸੀਂ ਕਈ ਥਾਵਾਂ ਤੇ ਕਿਹਾ ਕਿ ਤੁਸੀਂ ਦੁਬਾਰਾ ਕਈ ਲੋਕਾਂ ਨੂੰ ਉੱਥੇ ਮਿਲਦਿਆਂ ਜੁਲਦਿਆਂ ਦੇਖਿਆ, ਉਹਦੇ ਬਾਰੇ ਦੱਸੋ। ਦੇਖੋ ਭਗੌੜੇ ਤਾਂ 3 ਡਿਕਲੇਅਰ ਹੋਏ ਨੇ, ਬਟ ਮੈਂ ਅਰਸ਼ਤੂਰੀ ਨੂੰ ਇਸ ਕਰਕੇ ਕਹਿ ਰਹੀ ਹਾਂ ਕਿਉਂਕਿ ਮੈਂ ਉਸਨੂੰ ਜਾਣਦੀ ਸੀ, ਬਹੁਤ ਵਧੀਆ ਤਰੀਕੇ ਨਾਲ ਜਾਣਦੀ ਸੀਗੀ ਔਰ ਚਿਹਰਾ ਪਹਿਚਾਣਦੀ ਸੀ। ਉਹਦੇ ਨਾਲ ਜਗਜੀਤ ਸਿੰਘ ਬਾਲੇ ਵਾਲੀ ਪਿੰਡ ਤੋਂ ਹੈਗੇ ਜਿਹੜੇ ਬਠਿੰਡੇ ਦੇ ਲਾਗੇ ਹੈਗਾ, ਔਰ ਉਹ ਐਡਮਨ ਬਲੌਗ ਦੇ ਇਸ ਟਾਈਮ ਸਰਸੇ ਦੇ ਮੁਖੀ ਹੈਗੇ ਹੈ ਔਰ ਇਸ ਟਾਈਮ ਮੌਜੂਦ ਵੀ ਹੈ। ਦੇਖੋ ਸਿੱਟ ਕਹਿੰਦੀ ਇੱਕ ਪਾਸੇ ਕਿ ਇਹਦੇ ਵਿੱਚ ਡੇਰਾ ਇਨਵੋਲਵ ਹੈ, ਮੈਂ ਮੰਨ ਸਕਦੀ ਹਾਂ ਡੇਰਾ ਇਨਵੋਲਵ ਹੈ। ਅਰਸ਼ਤੂਰੀ ਪੀਓ ਡਿਕਲੇਅਰ ਹੋ ਸਕਦਾ ਹੈ, ਬਟ ਜਗਜੀਤ ਸਿੰਘ ਦਾ ਮੌਜੂਦ ਹੈ, ਉਹ ਤਾਂ ਨਾ ਪੀਓ ਹੋਏ ਨੇ ਨਾ ਕਿਤੇ ਹੋਰ ਗਏ ਨੇ। ਉਹਨਾਂ ਨੂੰ ਕਿਉਂ ਨਹੀਂ ਸਿੱਟ ਨੇ ਬੁਲਾ ਕੇ ਪੁੱਛਿਆ, ਜਾਂ ਜੋ ਮੈਂ ਗੱਲ ਰੱਖੀ ਔਨ ਮੀਡੀਆ ਰੱਖੀ, ਅਖਬਾਰਾਂ 'ਚ ਰੱਖੀ, ਸਰਕਾਰਾਂ 'ਚ ਰੱਖੀ, ਤੇ ਕਿਉਂ ਨਹੀਂ ਉਹਨਾਂ ਨੇ ਮੇਰੇ ਤੱਕ ਪਹੁੰਚ ਕਰਕੇ ਇੱਕ ਵਾਰ ਵੀ ਪੁੱਛਿਆ ਕਿ ਮੀਮਸਾ ਜੋ ਤੁਸੀਂ ਗੱਲ ਕਹਿ ਰਹੇ ਹੋ ਸੱਚ ਕਹਿ ਰਹੇ ਹੋ। ਕਿਉਂਕਿ ਸੱਚ ਲੋਕਾਂ ਤੱਕ ਲੈ ਕੇ ਆਉਣਾ ਅੱਜ ਕੱਲ੍ਹ ਮੈਨੂੰ ਲੱਗਦਾ ਇੱਕ ਮਜ਼ਾਕ ਦਾ ਪਾਤਰ ਹੀ ਬਣ ਗਿਆ। ਕੋਈ ਵੀ ਸੱਚ ਕਹਿੰਦਾ ਹੈ ਤਾਂ ਲੋਕ ਉਸਦਾ ਨੈਗੇਟਿਵ ਹੀ ਸੋਚਦੇ ਨੇ, ਪੋਜ਼ੀਟਿਵ ਕਿਉਂ ਨਹੀਂ ਸੋਚਦੇ ਮੈਨੂੰ ਨਹੀਂ ਲੱਗਦਾ। ਕਿਉਂਕਿ ਸ਼ਾਇਦ ਸਿਆਸੀਦਾਨਾਂ ਨੇ ਇੰਨੀ ਕੁ ਘਿਓ ਖਿਚੜੀ ਹੋ ਗਏ ਹੈ ਕਿ ਸੱਚ ਨੂੰ ਉਹ ਅਗਰ ਇੱਕ ਵਾਰ ਕਹਿੰਦਾ ਹੈ ਤਾਂ ਝੂਠ ਨੂੰ 10 ਵਾਰ ਕਹਿ ਦਿੰਦੇ ਆ, ਤਾਂ ਝੂਠ ਸੱਚ ਲੱਗਣ ਲੱਗ ਜਾਂਦਾ, ਸੱਚ ਦੱਬ ਜਾਂਦਾ ਹੈ। ਦੁਬਾਰਾ ਕਦੋਂ ਮਿਲੇ ਔਰ ਸਫਦਰਜੰਗ ਕੋਠੀ ਦੁਬਾਰਾ ਕਦੋਂ ਗਏ ਔਰ ਉੱਥੇ ਕੌਣ ਦੁਬਾਰਾ ਦੇਖਿਆ ਤੁਸੀਂ? ਉਸ ਤੋਂ ਬਾਅਦ ਉਸ ਦਿਨ ਤੋਂ ਬਾਅਦ ਚੋਣਾਂ ਹੋ ਚੁੱਕੀਆਂ ਸੀ, ਵੋਟਾਂ ਪੈ ਗਈਆਂ ਸੀ, ਤਾਂ ਬੈਠੇ ਹੋਏ ਸੀਗੇ, ਫ੍ਰੀ ਸੀ ਲਗਭਗ। ਮੈਨੂੰ ਇਹ ਲੱਗਿਆ ਕਿ ਪਤਾ ਨਹੀਂ ਸ਼ਾਇਦ ਆਪਾਂ ਕੁਝ ਗਲਤ ਤਾਂ ਨਹੀਂ ਕੀਤਾ ਅਕਾਲੀ ਦਲ ਦੀ ਮਦਦ ਕਰਕੇ, ਕਿਉਂਕਿ ਮੈਂ ਇਲੈਕਸ਼ਨ ਦੇ ਦੌਰਾਨ ਤਪੇ ਦੇ ਵਿੱਚ, ਕਿਉਂਕਿ ਭਦੌੜ 'ਚ ਮੇਰੀ ਵੋਟ ਬਣੀ ਹੋਈ ਹੈ ਤਪੇ ਦੇ ਵਿੱਚ,
ਅੱਛਾ, ਹਰਸ਼ ਤੂਰੀ ਨੂੰ ਉੱਥੋਂ ਦੇਖਣ ਤੋਂ ਬਾਅਦ ਤੁਸੀਂ ਫਿਰ ਅਕਾਲੀ ਦਲ ਦੀ ਹਿਮਾਇਤ ਕੀਤੀ? ਹਾਂਜੀ ਬਿਲਕੁਲ, ਕਿਉਂਕਿ ਮੈਨੂੰ ਇਹ ਨਹੀਂ ਪਤਾ ਸੀਗਾ ਵੀ ਇਹ ਅਰਸ਼ ਤੂਰੀ ਕੇਸ ਦੇ ਵਿੱਚ ਇਨਵੋਲਵ ਹੈ, ਮਤਲਬ ਇਸ ਤੇ ਪਰਚਾ ਹੋਇਆ ਹੈ। ਫਿਰ ਤੁਹਾਨੂੰ ਇਹ ਪਤਾ ਕਦੋਂ ਲੱਗਾ ਕਿ ਹਰਸ਼ ਤੂਰੀ ਵੀ ਇਹਦੇ ਵਿੱਚ ਉਹਦੀ ਇਨਵੋਲਵਮੈਂਟ ਸੀਗੀ? ਇਹ ਮੈਨੂੰ 2021 ਫਰਵਰੀ ਨੂੰ ਪਤਾ ਲੱਗਿਆ ਜਦ ਅਖਬਾਰ 'ਚ ਆਇਆ, ਕਿਉਂਕਿ ਕਰੋਨਾ ਸੀ ਉਸ ਤੋਂ ਪਹਿਲਾਂ ਤਾਂ, ਕਰੋਨਾ 'ਚ ਤਾਂ ਅਖਬਾਰ ਵੀ ਨਹੀਂ ਆ ਰਹੇ ਸੀ। ਔਰ ਦੂਸਰਾ ਇੱਕਦਮ ਕਿਸਾਨ ਜਥੇਬੰਦੀਆਂ ਧਰਨੇ ਤੇ ਬੈਠ ਗਈਆਂ, ਤਾਂ ਇੱਕ ਮੈਨੂੰ ਪਲੇਟਫਾਰਮ ਵੀ ਨਹੀਂ ਮਿਲ ਰਿਹਾ ਸੀਗਾ ਕਿ ਮੈਂ ਕਿੱਥੇ ਤੱਕ ਆਪਣੀ ਗੱਲ ਕਿਹਦੇ ਕੋਲ ਲੈ ਕੇ ਜਾਵਾਂ, ਕਿਉਂਕਿ ਓਬਵੀਅਸਲੀ ਵੱਡਾ ਪਰਿਵਾਰ, ਵੱਡਾ ਕੱਦ, ਔਰ 25 ਸਾਲ ਰਾਜ ਕੀਤਾ ਬਾਦਲ ਪਰਿਵਾਰ ਨੇ। ਤਾਂ ਮੈਨੂੰ ਇਹ ਲੱਗ ਰਿਹਾ ਸੀਗਾ ਸ਼ਾਇਦ ਪੁਲਿਸ ਦੀ, ਕਿਉਂਕਿ ਮੈਂ ਇੱਕ ਵਾਰ ਨਾ ਸੁਖਬੀਰ ਸਿੰਘ ਬਾਦਲ ਜੀ ਨੂੰ, ਜਦ ਹਰਸ਼ ਤੂਰੀ ਬੈਠਾ ਸੀ ਤੇ ਜਗਜੀਤ ਸਿੰਘ ਬੈਠੇ ਸੀ, ਆਫਿਸ ਦੇ ਵਿੱਚ ਬੈਠੀ ਸੀ ਤੇ ਮੈਂ ਪਿੱਛੇ ਬੈਠੀ ਸੀ, ਤੇ ਉਹਨਾਂ ਨੇ ਹਰਸ਼ ਤੂਰੀ ਨੂੰ ਕਿਹਾ, ਕਹਿੰਦੇ ਕਿ ਪ੍ਰਧਾਨ ਜੀ ਸਾਡਾ ਕੁਝ ਕਰੋ, ਕਾਂਗਰਸ ਦੀ ਸਰਕਾਰ ਬਣ ਗਈ ਹੈ। ਤੇ ਪ੍ਰਧਾਨ ਜੀ ਨੇ ਇੱਕਦਮ ਕਿਹਾ ਤੁਹਾਡਾ ਹੋ ਗਿਆ, ਤੁਹਾਨੂੰ ਛੇਤੀ ਫੋਨ ਆਏਗਾ, ਕੋਈ ਨਾ ਘਬਰਾਉਣ ਦੀ ਜ਼ਰੂਰਤ ਨਹੀਂ, ਇਹ ਆਪਣੀ ਸਰਕਾਰ ਹੈ, ਹਿੱਕ ਠੋਕ ਕੇ ਕਿਹਾ ਉਹਨਾਂ ਨੇ। ਤੇ ਮੈਨੂੰ ਇਹ ਉਸ ਟਾਈਮ ਫਿਰ ਯਾਦ ਆਇਆ ਬਾਅਦ 'ਚ, ਮੈਂ ਕਿਹਾ ਵੀ ਜੇ ਆਪਾਂ ਸਰਕਾਰ ਕੋਲ ਵੀ ਜਾਂਦੇ ਹਾਂ, ਉਹ ਕਹਿੰਦੇ ਮੇਰੀ ਸਰਕਾਰ ਹੈ, ਕਿਉਂਕਿ ਕੈਪਟਨ ਨੂੰ ਮੈਂ ਹੀ ਬਣਾਇਆ ਹੈ। ਸੁਖਬੀਰ ਜੀ ਦਾ ਇਹ ਮੰਨਣਾ ਸੀਗਾ ਕਿ ਜਿਹੜੀ ਕਾਂਗਰਸ ਪਾਰਟੀ ਆਈ ਹੈ ਸੱਤਾ ਦੇ ਵਿੱਚ, ਇਹ ਮੇਰੀ ਬਦੌਲਤ ਆਈ ਹੈ, ਕਿਉਂਕਿ ਅਸੀਂ ਆਮ ਆਦਮੀ ਪਾਰਟੀ ਨੂੰ ਜਗ੍ਹਾ ਨਹੀਂ ਦੇਣਾ ਚਾਹੁੰਦੇ ਸੀਗੇ। ਇੱਕ ਚੀਜ਼ ਦੱਸੋ ਮੀਮਸਾ ਜੀ, ਤੁਸੀਂ ਜਦੋਂ ਕਹਿੰਦੇ ਹੋ ਕਿ ਹਰਸ਼ ਤੂਰੀ ਬਾਦਲ ਸਾਹਿਬ ਕੋ ਮਿਲਿਆ, ਜਾ ਕੇ ਸੁਖਬੀਰ ਬਾਦਲ ਹੋਰਾਂ ਨੂੰ ਮਿਲਿਆ, ਇਹਦੇ ਵਿੱਚ ਇੱਕ ਸਵਾਲ ਇਹ ਵੀ ਉੱਠਦਾ ਕਿ ਜਦੋਂ ਉਹ ਮਿਲਦਾ ਸੀਗਾ, ਉਦੋਂ ਤੁਹਾਡਾ ਉੱਥੇ ਹੋਣਾ ਕਿਉਂ ਜ਼ਰੂਰੀ ਹੁੰਦਾ ਸੀ, ਜਾਂ ਤੁਸੀਂ ਉੱਥੇ, ਤੁਹਾਡੀ ਮੌਜੂਦਗੀ ਕਿਵੇਂ ਹੁੰਦੀ ਸੀ? ਇਸ ਤਰ੍ਹਾਂ ਸੀਗਾ ਜੀ, ਹੋ ਸਕਦਾ ਆਂਦਾ ਤਾਂ ਬਹੁਤ ਵਾਰ ਹੋਊਗਾ, ਕਿਉਂਕਿ ਉੱਥੇ ਰਹਿ ਰਿਹਾ ਹੋਊਗਾ ਕਿਤੇ ਨਾ ਕਿਤੇ, ਜਿਹੜਾ ਇੰਨੀ ਸੌਖੇ ਉਹ ਮਿਲ ਲੈਂਦਾ ਸੀ ਸੁਖਬੀਰ ਜੀ ਨੂੰ। ਮੈਂ ਤਾਂ ਟਾਈਮ ਲੈ ਕੇ ਜਾਂਦੀ ਸੀ, ਚਰਨਜੀਤ ਬਰਾੜ ਮੇਰਾ ਟਾਈਮ ਫਿਕਸ ਕਰਦੇ ਸੀਗੇ ਮਿਲਣ ਵਾਸਤੇ, ਤੇ ਉਹ ਉਹਦੀ ਫਿਕਸ ਕਰਦੇ ਸੀ ਜਦ ਕੋਈ ਕੋਠੀ 'ਚ ਹੁੰਦਾ ਨਹੀਂ ਸੀਗਾ ਵੀ ਇਕੱਲੇ ਮੀਮਸਾ ਜੀ ਮਿਲ ਲੈਣਗੇ ਔਰ ਵਧੀਆ ਤਰੀਕੇ ਨਾਲ ਗੱਲ ਕਰ ਲੈਣਗੇ। ਤਾਂ ਓਬਵੀਅਸਲੀ ਉਹ ਵੀ ਉਹਦੀ ਆਇਆ ਸੀ, ਮੈਂ ਦੇਖੋ ਦੇਖਿਆ 3 ਵਾਰੀ ਹੈ, ਮੈਂ ਇਹ ਨਹੀਂ ਕਹਿੰਦੀ ਕਿ ਉਹ ਬਹੁਤ ਵਾਰ ਆਇਆ ਜਾਂ ਮੇਰੇ ਸਾਹਮਣੇ ਮਿਲਿਆ, ਬਟ ਐ ਦੇਖੋ 3 ਵਾਰ ਮੈਂ ਸੋਲਿਡ ਗੱਲਾਂ ਕਹਿ ਰਹੀ ਹਾਂ ਜਿਹੜੀਆਂ ਉਹ ਸੁਖਬੀਰ ਅੱਜ ਵੀ ਮੇਰੇ ਸਾਹਮਣੇ ਟੇਬਲ ਤੇ ਬੈਠ ਜਾਣ ਜਾਂ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਕਿਤੇ ਵੀ ਮੈਨੂੰ ਪੇਸ਼ ਕਰ ਲੈਣ, ਮੈਂ ਜਾਣ ਨੂੰ ਤਿਆਰ ਹਾਂ। ਚਾਹੇ ਹਰਮੰਦਰ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਹੱਥ ਰੱਖ ਕੇ ਵੀ ਕਹਿਣ, ਮੈਂ ਕਹਿਣ ਨੂੰ ਤਿਆਰ ਹਾਂ ਵੀ ਹਾਂ ਮੈਂ ਸੁਖਬੀਰ ਸਿੰਘ ਬਾਦਲ ਜੀ ਨਾਲ 3 ਵਾਰ ਅਰਸ਼ ਤੂਰੀ ਨੂੰ ਗੱਲਬਾਤ ਕਰਦੇ ਹੋਏ ਦੇਖਿਆ, ਔਰ ਜਿਹੜੀਆਂ ਮੈਂ ਗੱਲਾਂ ਕਹੀਆਂ ਨੇ ਉਹ ਬਿਲਕੁਲ ਸੱਚ ਨੇ। ਦੇਖੋ ਹਰਸ਼ ਤੂਰੀ ਚੋਰੀ ਦੇ ਕੇਸ ਦੇ ਵਿੱਚ ਉਹਨੇ ਗ੍ਰੰਥ ਸਾਹਿਬ ਚੋਰੀ ਕੀਤਾ ਹੈ ਨਹੀਂ ਕੀਤਾ, ਇਹ ਪੁਲਿਸ ਦਾ ਕੰਮ ਹੈ ਵੈਰੀਫਾਈ ਕਰਨਾ, ਕਿਉਂਕਿ ਉਹਦੇ ਨਾਮ ਤੇ ਪਰਚਾ ਕੱਟਿਆ, ਇਸ ਕਰਕੇ ਮੈਂ ਕਹਿ ਰਹੀ ਹਾਂ ਵੀ ਮੈਂ ਉਸ ਨੂੰ ਉੱਥੇ ਮਿਲਦੇ ਦੇਖਿਆ ਹੈ। ਦੂਸਰਾ ਸੁਖਬੀਰ ਜੀ ਕਹਿੰਦੇ ਸਾਡੀ ਸਰਕਾਰ ਦੇ 2015 ਦੇ ਵਿੱਚ ਇਹ ਬੇਅਦਬੀ ਹੋਈ, 1 ਜੂਨ ਨੂੰ ਗ੍ਰੰਥ ਸਾਹਿਬ ਚੋਰੀ ਹੋਇਆ, ਵੀ ਅਸੀਂ ਇਸ ਗੱਲ ਦਾ ਦੁੱਖ ਪ੍ਰਗਟ ਕਰਦੇ ਹਾਂ, ਮਾਫੀ ਵੀ ਮੰਗਦੇ ਹਾਂ ਜਨਤਾ ਤੋਂ, ਬਟ ਅਸੀਂ ਉਹਨਾਂ ਨੂੰ ਪਛਾਣਦੇ ਨਹੀਂ। ਵੀ ਮੈਂ ਕਹਿ ਰਹੀ ਹਾਂ, ਖੁਦ ਕਹਿ ਰਹੀ ਹਾਂ ਵੀ ਮੈਂ ਸੁਖਬੀਰ ਜੀ ਨੂੰ ਉਹਨਾਂ ਨਾਲ ਬੈਠੇ ਹੋਏ ਮੀਟਿੰਗਾਂ ਕਰਦੇ 3 ਵਾਰ ਦੇਖਿਆ। ਸੁਖਬੀਰ ਜੀ ਮੈਨੂੰ ਕਿਉਂ ਨਹੀਂ ਕੁਐਸਚਨ ਕਰਦੇ ਵੀ ਮੀਮਸਾ ਤੂੰ ਕਦ ਦੇਖਿਆ, ਸਾਨੂੰ ਦੱਸ, ਮੈਂ ਦੱਸੂਗੀ ਸੁਖਬੀਰ ਜੀ ਨੂੰ ਵੀ ਸਰ ਆਪਾਂ ਆਹ ਚੀਜ਼ਾਂ ਉੱਥੇ ਕਰ ਰਹੇ ਸੀਗੇ, ਆਹ ਬੰਦੇ ਸਾਡੇ ਨਾਲ। ਤੁਸੀਂ ਜਦੋਂ ਇਹ ਗੱਲ ਕਹਿੰਦੇ ਹੋ ਤਾਂ ਤੁਹਾਡੇ ਕੋਲ ਕੀ ਐਵੀਡੈਂਸ ਹੈ, ਕੀ ਪ੍ਰੂਫ ਹੈ, ਕੀ ਸਬੂਤ ਹੈ ਤੁਹਾਡੇ ਕੋਲ ਇਸ ਚੀਜ਼ ਦਾ, ਪ੍ਰਮਾਣ ਕਿੱਥੇ ਹੈ ਕਿ ਤੁਸੀਂ ਇੱਕ ਵੱਡੇ ਲੀਡਰ ਦੇ ਉੱਤੇ ਇੱਕ ਸਵਾਲੀਆ ਚਿੰਨ੍ਹ ਖੜਾ ਕਰਦੇ ਹੋ ਕਿ ਉਹ ਉਸ ਭਗੌੜੇ ਦੇ ਨਾਲ ਮਿਲਦੇ ਪਏ? ਤੁਹਾਡੇ ਕੋਲ ਸਬੂਤ ਕੀ ਹੈ? ਇਹ ਤਾਂ ਕਹਿ ਸਕਦੇ ਹਾਂ ਅਸੀਂ ਕਿ ਇੱਕ ਹਿਸਾਬ ਦੀ ਕਿਰਦਾਰ ਕੁਸ਼ੀ ਹੋ ਗਈ। ਦੇਖੋ ਮੈਂ ਸੁਖਬੀਰ ਜੀ ਦਾ ਇਸ ਕਰਕੇ ਨਾਮ ਲੈ ਰਹੀ ਹਾਂ, ਮੈਂ ਹੋਰ ਕਿਸੇ ਦਾ ਨਹੀਂ ਲੈ ਰਹੀ, ਮੈਂ ਬੀਬਾ ਹਰਸਿਮਰਤ ਜੀ ਦਾ ਨਹੀਂ ਲੈ ਰਹੀ, ਮੈਂ ਕੈਪਟਨ ਅਮਰਿੰਦਰ ਦਾ ਨਹੀਂ ਲੈ ਰਹੀ, ਮੈਂ ਚੰਨੀ ਦੇ ਨਾਲ ਲੈ ਰਹੀ, ਕਿਸੇ ਦਾ ਨਾਮ ਨਹੀਂ ਲੈ ਰਹੀ ਹੈਗੀ। ਮੈਂ ਸੁਖਬੀਰ ਜੀ ਦਾ ਇਸ ਕਰਕੇ ਲੈ ਰਹੀ ਹੈਗੀ ਹਾਂ ਕਿਉਂਕਿ ਸੁਖਬੀਰ ਜੀ ਦੀ ਉਹਨਾਂ ਨਾਲ ਨੇੜਤਾ ਤੇ, ਔਰ ਸੁਖਬੀਰ ਜੀ ਦੀ ਉਹਨਾਂ ਨਾਲ ਵਾਰਤਾਲਾਪ ਕਾਫੀ ਇਕੱਲੇ ਲੰਬੇ ਟਾਈਮ ਹੁੰਦੀ ਸੀ। ਦੂਸਰੇ ਨੰਬਰ 'ਤੇ ਮੈਂ ਸੁਖਬੀਰ ਜੀ ਦਾ ਇਸ ਕਰਕੇ ਵੀ ਨਾਮ ਲੈ ਰਹੀ ਹੈਗੀ ਹਾਂ ਕਿਉਂਕਿ ਉਹ ਖੁਦ ਕਹਿੰਦੇ ਨੇ ਵੀ ਘਟਨਾ ਸਾਡੇ ਦੌਰਾਨ ਹੋਈ ਪਰ ਅਸੀਂ ਦੋਖੀਆਂ ਨੂੰ ਪਛਾਣ ਨਹੀਂ ਸਕੇ, ਮੈਂ ਪਛਾਣ ਕਰਾ ਦੇਣੀ ਨਾ, ਮੈਨੂੰ ਮੌਕਾ ਦੇਣ। ਤੁਸੀਂ ਕਹਿੰਦੇ ਹੋ ਕਿ ਤੁਸੀਂ ਸੁਖਬੀਰ ਬਾਦਲ ਦਾ ਇਸ ਕਰਕੇ ਨਾਮ ਲੈਂਦੇ ਹੋ ਕਿਉਂਕਿ ਤੁਸੀਂ ਉੱਥੇ ਹਰਸ਼ ਤੂਰੀ ਨੂੰ ਮੌਜੂਦ ਵੇਖਿਆ। ਹਾਂਜੀ। ਲੇਕਿਨ ਇਹ ਅਕਾਲੀ ਦਲ ਦੀ ਅਖਬਾਰ ਦੇ ਵਿੱਚ ਖਬਰ ਛਪੀ, ਉਹਨਾਂ ਨੇ ਨਾਲ ਦੀ ਨਾਲ ਇਹ ਵੀ ਕਹਿਤਾ ਜਦੋਂ ਤੁਸੀਂ ਇਸ ਚੀਜ਼ ਦਾ ਬਿਆਨ ਦਿੱਤਾ, ਉਹ ਕਹਿੰਦੇ ਕਿ ਰਜਿੰਦਰ ਕੌਰ ਮੀਮਸਾ ਨੂੰ ਕਾਂਗਰਸ ਪਿਆਦੇ ਤਰ੍ਹਾਂ, ਮੋਹਰੇ ਦੀ ਤਰ੍ਹਾਂ ਯੂਜ਼ ਕਰਦੀ ਪਈ ਔਰ ਸਿਰਫ ਤੇ ਸਿਰਫ ਸੁਖਬੀਰ ਬਾਦਲ ਨੂੰ ਫਸਾਉਣ ਦੀਆਂ ਸਾਜ਼ਿਸ਼ਾਂ ਨੇ। ਨਹੀਂ, ਇਸ ਤਰ੍ਹਾਂ ਕੁਝ ਨਹੀਂ ਸੀਗਾ। ਜਦ ਮੈਨੂੰ ਲੱਗਿਆ ਕਿ ਜਦ ਮੈਂ ਸਿੱਟ ਦੇ ਕਿਸੇ ਮੈਂਬਰ ਨੂੰ ਮਿਲੀ ਔਰ ਮੈਂ ਸਾਰੀ ਆਪਣੀ ਗੱਲ ਰੱਖੀ, ਤਾਂ ਉਸ ਤੋਂ ਬਾਅਦ ਮੈਨੂੰ ਲੱਗਿਆ ਕਿ ਮੈਂ ਡੀਜੀਪੀ ਸਾਹਿਬ ਸਿੱਟ ਦੇ ਕਿਹੜੇ ਮੈਂਬਰ ਨੂੰ ਮਿਲੇ ਤੁਸੀਂ? ਸੋਲ ਜੀ ਨੂੰ ਮਿਲੀ ਸੀ ਜੀ ਮੈਂ। ਔਰ ਇਹ ਕਿਵੇਂ ਰਾਬਤਾ ਤਾਲੁਕਾਤ ਕਿਵੇਂ ਹੋਇਆ? ਉਹ ਸਾਡੇ ਫੈਮਿਲੀ, ਮੇਰੇ ਹਸਬੰਡ ਦੇ ਕਿਉਂਕਿ ਗੁਰਦਾਸਪੁਰ ਦੇ ਵਿੱਚ ਐਸਐਸਪੀ ਸੀਗੇ ਉਸ ਟਾਈਮ। ਐਸਐਸਪੀ ਸੀ ਉਸ ਟਾਈਮ, ਤੇ ਉਹਨਾਂ ਨੇ ਇਨਵਾਈਟ ਕੀਤਾ ਸੀ ਸਾਨੂੰ ਆਪਣਾ ਲੰਚ ਵਾਸਤੇ ਕਿਉਂਕਿ ਉਸ ਟਾਈਮ ਉਹ ਉੱਥੇ ਸੀਗੇ। ਓਬਵੀਅਸਲੀ ਬੈਠੇ ਬੈਠੇ ਗੱਲ ਚੱਲ ਪਈ, ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਬੀਬਾ ਹਰਸਿਮਰਤ ਜੀ ਨਾਲ ਹੁੰਦੀ ਹਾਂ ਇਸ ਟਾਈਮ, ਤੇ ਉਹ ਪੁੱਛਣ ਲੱਗੇ ਕਿ ਤੁਹਾਡਾ ਪਿੰਡ ਕਿਹੜਾ ਹੈ। ਇਹ ਸਾਲ ਕਦੋਂ ਦੀ ਗੱਲ ਦੱਸ ਰਹੇ ਜਦੋਂ ਮੀਟਿੰਗ ਹੋਈ ਤੁਹਾਡੀ ਉਹਨਾਂ ਨਾਲ ਸੋਲ ਸਾਹਿਬ ਨਾਲ? ਇਹ 21 ਦੀ ਹੈ ਜੀ ਗੱਲ। 21 ਦੀ ਗੱਲ ਹੈ, ਹਾਂਜੀ, ਅੱਛਾ। ਔਰ ਇਹ ਪਹਿਲੀ ਮੁਲਾਕਾਤ ਹੋਈ ਸੀ ਰਜਿੰਦਰ ਸੋਲ ਨਾਲ? ਮੇਰੇ ਹਸਬੰਡ ਨਾਲ ਤਾਂ ਕਾਫੀ ਉਹਨਾਂ ਦੀ ਗੱਲਬਾਤ ਮਿਲਦੇ ਰਹਿੰਦੇ ਸੀ ਕਿਉਂਕਿ ਉਹਨਾਂ ਦਾ ਬਡਵਰ ਕਾਲਜ ਹੈਗਾ। ਓਕੇ।
ਫਿਰ ਤੁਹਾਡੀ ਉੱਥੇ ਕੀ ਬਟਵਾ ਗੱਲਬਾਤ ਨਹੀਂ, ਹੋਈ? ਆਪਣਾ ਉੱਥੇ ਹੈਗਾ ਕਿ ਆਪਣਾ ਹੈਗਾ ਮਾਨਸਾ ਬਰਲਾਡਾ ਉਹਨਾਂ ਦਾ ਕਾਲਜ ਹੈਗਾ। ਤੇ ਉੱਥੇ ਇਹਨਾਂ ਨੇ ਕੋਈ ਕੈਂਪ ਲਗਾਇਆ ਸੀਗਾ, ਰੋਜ਼ਗਾਰ ਕੈਂਪ, ਕਾਂਗਰਸ ਪਾਰਟੀ ਵੱਲੋਂ ਕੋਈ ਪ੍ਰੋਗਰਾਮ ਚਲਾਇਆ ਗਿਆ ਸੀਗਾ। ਉੱਥੇ ਮੇਰੇ ਹਸਬੰਡ ਨੇ ਵੀ ਵਿਜ਼ਿਟ ਕੀਤਾ ਸੀਗਾ ਤੇ ਉੱਥੇ ਉਹ ਬੈਠੇ, ਉੱਥੋਂ ਉਹਨਾਂ ਦੀ ਇੰਟਰੋਡਕਸ਼ਨ ਸ਼ੁਰੂ ਹੋ ਗਈ ਸੀਗੀ ਜੀ। ਤੇ ਔਰ ਉੱਥੇ ਕੀ ਗੱਲਬਾਤ ਹੋਈ ਤੁਹਾਡੀ? ਤੁਸੀਂ ਕਿਹ ਸਿੱਟ ਦੇ ਮੈਂਬਰ ਨੂੰ ਮਿਲੇ, ਤੁਸੀਂ ਐਸਐਸਪੀ ਰਾਜਿੰਦਰ ਸੋਲ ਨੂੰ ਉਸ ਟਾਈਮ ਮਿਲੇ? ਜਦ ਅਸੀਂ ਸਰ ਨੂੰ ਮਿਲੇ, ਮਤਲਬ ਵੀਰ ਜੀ ਕਹਿੰਦੀ ਹਾਂ ਮੈਂ ਮੋਸਟਲੀ ਉਹਨੂੰ, ਵੀਰ ਜੀ ਨੂੰ ਮਿਲੇ ਤੇ ਸੁਭਾਵਿਕ ਪਰਿਵਾਰ ਦੀ ਗੱਲਾਂ, ਉਹਨਾਂ ਨੇ ਆਪਣੀ ਵਾਈਫ ਦੀ ਇੰਟਰੋਡਕਸ਼ਨ ਦਿੱਤੀ, ਫਿਰ ਮੇਰੀ ਇੰਟਰੋਡਕਸ਼ਨ ਲਈ ਤੇ ਮੈਂ ਸਿਆਸਤ 'ਚ ਹੁਣ ਤੱਕ ਕਿਉਂ ਇੱਥੇ ਤੱਕ ਪਹੁੰਚੀ, ਕਿਵੇਂ ਪਹੁੰਚੀ। ਅਚਾਨਕ ਉਹਨਾਂ ਨੇ ਕੁਐਸਚਨ ਕਰਤਾ ਮੈਨੂੰ ਵਿੱਚ ਦੀ, ਕਹਿੰਦੇ ਅੱਛਾ ਤੁਹਾਡਾ ਪਿੰਡ ਮੀਮਸਾ ਹੈਗਾ। ਮੈਂ ਕਿਹਾ ਨਹੀਂ ਜੀ ਮੇਰਾ ਪਿੰਡ ਮੀਮਸਾ ਨਹੀਂ, ਮੇਰਾ ਸਹੁਰਾ ਪਿੰਡ ਮੀਮਸਾ, ਮੇਰੇ ਹਸਬੈਂਡ ਦਾ ਪਿੰਡ ਮੀਮਸਾ ਹੈ। ਤੇ ਉਹਨਾਂ ਨੇ ਫਿਰ ਹਲਕੀ ਜਿਹੀ ਮੱਧਮ ਜਿਹੀ ਆਵਾਜ਼ ਨਾਲ ਕਿਹਾ ਫਿਰ ਤੁਸੀਂ ਹਰਸ਼ਤੂਰੀ ਨੂੰ ਵੀ ਜਾਣਦੇ ਹੋਵੋਗੇ। ਮੈਂ ਕਿਹਾ ਮੈਂ ਫਿਰ ਕੁਝ ਬੋਲ ਨਹੀਂ ਪਾਈ ਅੱਗੇ, ਕਿਉਂਕਿ ਮੈਨੂੰ ਇਹ ਲੱਗ ਰਿਹਾ ਸੀ ਵੀ ਮੈਂ ਉਸ ਪਰਿਵਾਰ ਦੇ ਨੇੜੇ ਹਾਂ ਤੇ ਮੈਂ ਇਹੀ ਜਿਹੀ ਕੋਈ ਗੱਲ ਨਾ ਕਰਦਾ ਵੀ ਜਿਸ ਨਾਲ ਉਸ ਪਰਿਵਾਰ ਨੂੰ ਕੋਈ ਠੇਸ ਪਹੁੰਚੇ। ਪਰਿਵਾਰ ਤੋਂ ਤੁਹਾਡਾ ਕੀ ਮਤਲਬ ਹੈ? ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦਾ, ਬੀਬਾ ਜੀ ਦਾ ਪਰਿਵਾਰ Okay. ਤੇ ਮੈਨੂੰ ਇੱਕਦਮ ਆਪਣਾ ਪਰਿਵਾਰ ਲੱਗਦਾ ਸੀਗਾ। ਉਸ ਟਾਈਮ ਤੁਸੀਂ ਅਕਾਲੀ ਦਲ ਦਾ ਬਿਲਕੁਲ ਹਿੱਸਾ ਸੀ ਔਰ ਉਸ ਟਾਈਮ ਤੁਹਾਡੇ ਕੋਲੋਂ ਮੈਂ ਸਿੱਟ ਦੇ ਮੁੱਖ ਜੋ ਸਲਾਹਕਾਰ ਮੈਂਬਰ ਸੀਗੇ ਰਾਜਿੰਦਰ ਸੋਲ ਐਸਐਸਪੀ ਗੁਰਦਾਸਪੁਰ, ਉਸ ਵੇਲੇ ਉਹਨਾਂ ਨੇ ਤੁਹਾਡੇ ਕੋਲ ਪੁੱਛਿਆ ਕਿ ਤੁਸੀਂ ਹਰਸ਼ਤੂਰੀ ਨੂੰ ਜਾਣਦੇ ਹੋ। ਉਸ ਵੇਲੇ ਤੁਸੀਂ ਉਸ ਮੈਂ ਚੀਜ਼ ਦਾ silent ਜਵਾਬ ਹੈਗੀ ਸੀ। ਦੇਣਾ ਸਹੀ ਨਹੀਂ ਸਮਝਿਆ? ਹਾਂ, ਮੈਂ ਇੱਕ ਕਾਰਨ ਇਹ ਵੀ ਸੀਗਾ ਕਿਉਂਕਿ ਨਾ ਤਾਂ ਉਹਨਾਂ ਨੇ ਪੁਲਿਸ ਨੇ ਕੋਈ ਫੋਟੋ ਜਨਤਕ ਕੀਤੀ ਸੀ ਹਰਸ਼ਤੂਰੀ ਦੀ, ਜਿਹਦੇ ਨਾਲ ਮੈਨੂੰ ਇਹ ਲੱਗ ਜੇ ਵੀ ਇਹ ਉਹੀ ਹਰਸ਼ਤੂਰੀ ਹੈ, ਹੈ ਨਾ। ਹਰਸ਼ਤੂਰੀ ਕੋਈ ਵੀ ਹੋ ਸਕਦਾ ਤੂਰੀ ਤੋਂ। ਦੂਸਰਾ ਦੇਖੋ ਕਿਸੇ ਦੀ ਬਾਲੀਆਂ ਖੋਨੇ ਆ, ਮੋਬਾਈਲ ਖੋਨੇ ਆ, ਈਵਨ ਅੱਜ ਮੂਸੇਵਾਲ ਜੀ ਦੀ ਡੈਥ ਹੋਈ ਹੈ, ਕਿੰਨਾ ਜਵਾਨ ਪੁੱਤ ਚਲਾ ਗਿਆ ਆਪਣੇ। ਪਰ ਫਿਰ ਬਹੁਤ ਤੋਂ ਬਾਅਦ ਤੁਸੀਂ ਸ਼ੋਰ ਕਿਵੇਂ ਹੋਏ ਕਿ ਇਹ ਉਹੀ ਹਰਸ਼ਤੂਰੀ ਹੈ? ਉਸ ਤੋਂ ਬਾਅਦ ਨਾ ਜਦ ਮੈਂ ਘਰ ਆ ਗਈ ਮੈਨੂੰ ਕਾਫੀ ਅਪਸੈਟ ਹੋ ਗਈ, ਮੈਨੂੰ ਡਿਪਰੈਸ਼ਨ ਜਿਹਾ ਟਾਈਪ ਹੋਣ ਲੱਗ ਗਿਆ ਕਿ ਮੈਂ ਇੱਕ ਵਾਰ ਕਨਫਰਮ ਕਰ ਲਾਂ, ਕਿਉਂਕਿ ਮੇਰੇ ਮਨ 'ਚ ਇਹ, ਹਾਲਾਂਕਿ ਬੀਬਾ ਜੀ ਨੂੰ ਵੀ ਪਤਾ ਹੈ, ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਵੀ ਪਤਾ ਹੈ ਕਿ ਮੀਮਸਾ ਦੇ ਮਨ 'ਚ ਜਿਹੜਾ ਵੀ ਕੁਐਸਚਨ ਆਉਂਦਾ ਹੈ ਉਹ ਚਾਹੇ 10 ਦਿਨ ਬਾਅਦ ਮਿਲੇ, ਉਹਨੇ ਟੇਬਲ 'ਤੇ ਗੱਲ ਰੱਖ ਦੇਣੀ ਹੈ। ਤੇ ਜਦ ਮੇਰੇ ਮਨ 'ਚ ਇੱਕ ਕੁਐਸਚਨ ਉੱਠਿਆ ਤਾਂ ਮੈਂ ਆਪਣੇ ਹਸਬੈਂਡ ਨੂੰ ਫਿਰ ਕਿਹਾ, ਮੈਂ ਕਿਹਾ ਇੱਕ ਵਾਰ ਆਪਾਂ ਟਾਈਮ ਲੈ ਕੇ ਜ਼ਰੂਰ ਉਹਨਾਂ ਤੋਂ ਮਿਲੀਏ ਨਾ, ਆਪਾਂ ਫੋਟੋ ਤਾਂ ਨਹੀਂ ਦੇਖੀਏ। ਇੱਕ ਮਤਲਬ ਕਿ ਮੇਰੇ ਮਨ ਦੇ ਵਿੱਚ ਜਿਗਿਆਸਾ ਜੀ ਬਣੀ ਰਹਿੰਦੀ ਹੈ ਹਰ ਕੁਝ ਨਿਆ ਜਾਣਨ ਦੀ। ਤੇ ਇਹਨਾਂ ਨੇ ਟਾਈਮ ਲਿੱਤਾ, ਅਸੀਂ ਚਲੇ ਗਏ ਤੇ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਵੀਰ ਜੀ ਤੁਸੀਂ ਉਸ ਦਿਨ ਹਰਸ਼ਤੂਰੀ ਦੀ ਗੱਲ ਕਰ ਰਹੇ ਸੀ, ਮੈਨੂੰ ਫੋਟੋ ਤਾਂ ਦਿਖਾ ਦਿਓ। ਉਹ ਕਹਿੰਦੇ ਕਿ ਅਸੀਂ ਉਹ ਫੋਟੋ ਜਨਤਕ ਨਹੀਂ ਕਰ ਸਕਦੇ। ਤੇ ਮੈਂ ਆਪਣੇ ਮੋਬਾਈਲ 'ਚ ਫੋਟੋ ਦਿਖਾਈ, ਮੈਂ ਕਿਹਾ ਇਹੀ ਹੈਗੇ ਆ। ਉਹ ਕਹਿੰਦੇ ਤੁਹਾਡੇ ਕੋਲ ਫੋਟੋ ਕਿੱਥੋਂ ਆਈ? ਮੈਂ ਕਿਹਾ ਜੀ ਸੁਖਬੀਰ ਸਿੰਘ ਬਾਦਲ ਜੀ ਦੀ ਰੈਜ਼ੀਡੈਂਸ 12 ਸਫਦਰਜੰਗ ਰੋਡ ਤੇ ਮੈਂ ਇਹਨਾਂ ਨੂੰ 3 ਵਾਰ ਦੇਖਿਆ। ਪਰ ਉਹ ਫੋਟੋ ਕਿੱਥੋਂ ਸੀ? ਨੈਟ ਤੋਂ ਆਈ ਸੀ ਤੁਹਾਡੇ ਕੋਲ? ਕਿੱਥੋਂ ਆਈ ਸੀ ਫੋਟੋ? ਦੇਖੋ ਇੱਕ ਤਾਂ ਤੁਸੀਂ ਹਰਸ਼ਤੂਰੀ ਨੂੰ ਜਾਣਦੇ ਸੀ, ਹਾਂਜੀ। ਦੂਜਾ ਤੁਸੀਂ ਉਹ ਫੋਟੋ ਜਿਹੜੀ ਸੀਗੀ ਉਹ ਉੱਥੇ ਖਿੱਚੀ ਸੀ ਸਫਦਰਜੰਗ ਰੋਡ ਦੀ ਕੋਠੀ ਦੇ ਉੱਤੇ, ਜਾਂ ਫਿਰ ਤੁਸੀਂ ਕਿਸੇ ਨੈਟ ਤੋਂ ਡਾਊਨਲੋਡ ਕੀਤੀ ਸੀ? ਦੇਖੋ ਜਿਹੜੀ ਹਰਸ਼ਤੂਰੀ ਦੀ ਫੋਟੋ ਹੈ ਓਬਵੀਅਸਲੀ ਮੈਂ ਉਸਦੀ ਸ਼ਕਲ ਪਛਾਣ ਦਿੱਤੀ, ਇਸ ਕਰਕੇ ਮੇਰੇ ਕੋਲ ਅਵੇਲੇਬਲ ਸੀ ਨੈਟ ਤੇ। ਅੱਛਾ, ਤੁਸੀਂ ਉਹ ਡਾਊਨਲੋਡ ਕਰ ਲਈ? ਹਾਂਜੀ। ਫਿਰ ਤੁਸੀਂ ਉਹ ਐਸਐਸਪੀ ਸਾਹਿਬ ਨੂੰ, ਰਜਿੰਦਰ ਦਿਖਾਈ ਸੋਲ ਸਾਹਿਬ ਨੂੰ ਦਿਖਾਈ? ਹਾਂ ਕਿ ਅੱਛਾ, ਇਹ ਇੱਕ ਹਰਸ਼ਤੂਰੀ ਫਿਰ ਉਹਨਾਂ ਨੇ ਤੁਹਾਡੇ ਕੋਲੋਂ ਸਵਾਲ ਕੀਤਾ ਕਿ ਫੋਟੋ ਤੁਹਾਡੇ ਕੋਲ ਕਿੱਥੋਂ ਆਈ? ਹਾਂ, ਉਹਨਾਂ ਨੇ ਮੈਨੂੰ ਪੁੱਛਿਆ ਤੁਹਾਡੇ ਕੋਲ ਫੋਟੋ ਕਿੱਥੋਂ ਆਈ, ਤੇ ਮੈਂ ਕਿਹਾ ਮੇਰੇ ਕੋਲ, ਮੈਂ ਲਈ ਸੀ ਕਿਤੋਂ। ਤੇ ਉਸ ਤੋਂ ਬਾਅਦ ਬੋਲਦੇ ਵੀ ਇਹ ਕਿਵੇਂ ਉੱਥੇ ਪਹੁੰਚਿਆ। ਮੈਂ ਫਿਰ ਜ਼ਿਕਰ ਕੀਤਾ ਵੀ ਜਗਜੀਤ ਸਿੰਘ ਬਾਲੇਲੀ ਪਿੰਡ ਤੋਂ ਹੈਗੇ ਨੇ, ਵੀ ਉਹਨਾਂ ਨਾਲ ਉੱਥੇ ਮੌਜੂਦ ਰਿਹਾ 3 ਵਾਰ, ਉਹਨਾਂ ਨਾਲ ਹੀ ਆਂਦਾ ਸੀਗਾ। ਤੇ ਅਗਰ ਐਂਟਰੀ ਦੇਖੋ, ਮੈਨੂੰ ਨਹੀਂ ਪਤਾ ਉਹਨਾਂ ਨੇ ਐਂਟਰੀ ਸਹੀ ਪਾਈ ਹੈ ਜਾਂ ਨਹੀਂ ਪਾਈ, ਮੈਂ ਕਹਿ ਨਹੀਂ ਸਕਦੀ ਇਹ ਗੱਲ, ਬਟ ਮੇਰੀ ਐਂਟਰੀਆਂ ਤਾਂ ਬਿਲਕੁਲ ਸਹੀ ਪਈਆਂ ਹੋਈਆਂ, ਮੇਰੇ ਫ਼ੋਨ ਨੰਬਰ ਤੇ ਮੇਰੇ ਨਾਮ ਤੇ, ਉਹ ਚੈੱਕ ਹੋ ਸਕਦੀਆਂ ਹੈਗੀਆਂ। ਬਾਕੀ ਉਹਨਾਂ ਦੇ ਕੈਮਰੇ ਲੱਗੇ ਹੋਣਗੇ, ਉਹਨਾਂ 'ਤੇ ਵੀ ਫੋਟੋ ਆ ਸਕਦੀ ਹੈ ਉਹਦੀ ਹਰਸ਼ਤੂਰੀ ਦੀ, ਹੈ ਨਾ ਜੀ। ਮੈਂ ਇਸ ਕਰਕੇ ਨਹੀਂ ਕਹਿ ਰਹੀ ਹੈਗੀ ਕਿ ਦੇਖੋ ਅੱਜ ਜਿਹੜਾ ਸਿੱਟ ਨੇ ਇੱਕ ਰਿਪੋਰਟ ਸਬਮਿਟ ਕਰਤੀ, ਮੈਨੂੰ ਉਦੋਂ ਪ੍ਰੋਬਲਮ ਹੋਈ ਇਹ ਕੱਲ੍ਹ ਕਿ ਉਹਨਾਂ ਨੇ ਮਾਨ ਸਰਕਾਰ ਕੋਲ ਜਾ ਕੇ ਇੱਕਦਮ ਹੀ ਰਿਪੋਰਟ ਸਬਮਿਟ ਕਰਤੀ। ਹਾਲਾਂਕਿ ਮੇਰਾ ਕੋਰਟ ਹਾਈ ਕੋਰਟ ਚੰਡੀਗੜ੍ਹ ਚੱਲ ਰਿਹਾ ਹੈ, ਉਹਨਾਂ ਨੇ ਇੱਕ ਵਾਰ ਵੀ ਮੈਨੂੰ ਮਿਲਣਾ ਜਾਂ ਮੇਰੇ ਤੋਂ ਪੁੱਛਣਾ ਮੁਨਾਫਿਜ਼ ਨਹੀਂ ਸਮਝਿਆ। ਕੀ ਉਹਨਾਂ 'ਤੇ ਇਹੋ ਜਿਹਾ ਪ੍ਰੈਸ਼ਰ ਸੀਗਾ ਕਿ ਇੱਕ ਪਾਸੇ ਉਹ ਕਹਿੰਦੇ ਨੇ ਇਹਦੇ ਵਿੱਚ ਪੋਲੀਟੀਕਲ ਪਾਰਟੀਜ਼ ਦਾ ਕੋਈ ਇਨਵੋਲਵਮੈਂਟ ਨਹੀਂ, ਬਟ ਮੈਂ ਦਾਅਵੇ ਨਾਲ ਕਹਿ ਰਹੀ ਹਾਂ ਵੀ ਹੈ, ਪੋਲੀਟੀਕਲ ਪਾਰਟੀ ਦਾ ਪ੍ਰੈਸ਼ਰ ਹੈਗਾ, ਇਸ ਕਰਕੇ ਪੁਲਿਸ ਸਾਇਲੈਂਟ ਹੈ, ਪੁਲਿਸ ਨਹੀਂ ਕੋਈ ਕਰ ਰਹੀ। ਉਹਨਾਂ ਦੀ ਗਰਜ਼ਾਂ ਜਾਂ ਮਰਜ਼ਾਂ ਜੁੜੀਆਂ ਹੋ ਸਕਦੀਆਂ ਨੇ, ਮੈਂ ਵਿਅਕਤੀ ਵਿਸ਼ੇਸ਼ ਦਾ ਨਾਮ ਨਹੀਂ ਲਊਂਗੀ, ਬਟ ਅਗਰ ਸਿੱਟ ਪਰਮਾਰ ਜੀ ਨੇ ਇਹ ਬਣਾਈ ਹੈ। ਜਦੋਂ ਤੁਸੀਂ ਮੀਮਸਾ ਜੀ ਇਹ ਗੱਲ ਕਹਿੰਦੇ ਹੋ ਕਿ ਇਹਦੇ 'ਚ ਪੋਲੀਟੀਕਲ ਪਾਰਟੀਆਂ ਜੁੜੀਆਂ ਹੋਈਆਂ, ਤੇ ਨਾਲ ਸਵਾਲ ਤੁਹਾਡੇ ਤੇ ਵੀ ਤਾਂ ਹੁੰਦਾ ਹੈ ਕਿ ਤੁਹਾਡੇ ਵੀ ਕੋਈ ਸਿਆਸੀ ਮਫਾਦ ਹੋ ਸਕਦੇ ਆ। ਨਹੀਂ, ਮੇਰਾ ਕਿਸੇ ਪਾਰਟੀ ਨਾਲ ਅੱਜ ਤੱਕ, ਜੇ ਤੁਹਾਨੂੰ ਅਕਾਲੀ ਦਲ ਟਿਕਟ ਦੇ ਦਿੰਦਾ ਫਿਰ ਤੁਸੀਂ ਚੁੱਪ ਰਹਿੰਦੇ? ਨਹੀਂ, ਬਿਲਕੁਲ ਵੀ ਨਹੀਂ, ਮੈਂ ਟਿਕਟ ਛੱਡ ਦਿੰਦੀ, ਕਿਉਂਕਿ ਸਾਲ ਪਹਿਲਾਂ ਟਿਕਟ ਦੇ ਬਾਰੇ ਡਿਸਕਸ ਹੋ ਚੁੱਕਿਆ ਸੀ ਬੀਬਾ ਹਰਸਿਮਰਤ ਜੀ ਨਾਲ। ਮੈਂ ਕੋਈ ਇਲੈਕਸ਼ਨ ਲੜਨ ਦੀ ਇੰਟਰਸਟਡ ਨਹੀਂ ਸੀ, ਕਿਉਂਕਿ ਮੈਂ ਭਦੌੜ ਕੰਮ ਹੀ ਨਹੀਂ ਕਰ ਰਹੀ ਸੀ। ਆਲਵੇਜ਼ ਸਭ ਨੂੰ ਪਤਾ ਹੈ, ਪੂਰੇ ਵਰਲਡ ਨੂੰ ਪਤਾ ਹੈ ਇਹ ਗੱਲ, ਕਿਉਂਕਿ ਜਦ ਮੈਂ ਸੋਸ਼ਲ ਮੀਡੀਆ ਤੇ ਆਈ ਕਿ ਮੈਂ ਭਦੌੜ 'ਚ ਇੰਟਰਸਟ ਹੀ ਨਹੀਂ ਲੈ ਰਹੀ, ਨਾ ਮੈਂ ਕੋਈ ਐਕਟੀਵਿਟੀ ਕੀਤੀ ਹੈ। ਹਾਂ, ਮੈਂ ਬੀਬਾ ਜੀ ਵਾਸਤੇ ਜ਼ਰੂਰ ਬਠਿੰਡੇ ਉਹਨਾਂ ਦੀ ਬੂਥ ਕਮੇਟੀਜ਼ ਵਗੈਰਾ ਬਣਾ ਰਹੀ ਸੀ, ਬਟ ਮੈਂ ਕਦੀ ਇੰਟਰਸਟ ਸ਼ੋ ਨਹੀਂ ਕੀਤਾ, ਨਾ ਮੈਂ ਕਦੀ ਅਖਬਾਰਾਂ 'ਚ ਆਪਣੀ ਦਿੱਤੀ ਹੈਗੀ ਹੈ ਕਿ ਆਈ ਐਮ ਇੰਟਰਸਟਡ ਟੂ ਫਾਈਟ ਇਲੈਕਸ਼ਨ ਫਰੋਮ ਸੱਚ ਐਂਡ ਸੱਚ ਅਸੈਂਬਲੀ। ਮੈਂ ਕਦੀ ਨਹੀਂ ਬੋਲਿਆ, ਮੈਂ ਬੀਬਾ ਜੀ ਦੇ ਉੱਪਰ ਛੱਡਤਾ ਸੀ। ਮੈਂ ਹਾਂ ਬੀਬਾ ਜੀ ਨੂੰ ਇੱਕ ਵਾਰ ਜ਼ਰੂਰ ਕਿਹਾ ਸੀ, ਬੀਬਾ ਜੀ ਅਗਰ ਤੁਸੀਂ ਚਾਹੋ ਤਾਂ ਮੈਨੂੰ ਇਲੈਕਸ਼ਨ ਲੜਾਉਣਾ ਚਾਹੁੰਦੇ ਹੋ ਤਾਂ ਆਈ ਐਮ ਇੰਟਰਸਟਡ। ਇਹ ਜ਼ਰੂਰ ਬੀਬਾ ਜੀ ਨਾਲ ਗੱਡੀ 'ਚ ਬੈਠ ਕੇ ਇੱਕ ਵਾਰ ਗੱਲ ਹੋਈ ਸੀ, ਔਰ ਜਦ ਵੀ ਮੈਂ ਬੀਬਾ ਜੀ ਨਾਲ ਗੱਲ ਕਰਦੀ ਸੀ ਅਨਮੋਲ ਵੀਰ ਜੀ ਉੱਥੇ ਮੌਜੂਦ ਹੁੰਦੇ ਸੀ। ਸਾਡੇ 3 ਬੰਦਿਆਂ ਤੋਂ ਇਲਾਵਾ ਚੌਥਾ ਬੰਦਾ ਕਦੀ ਹੁੰਦਾ ਹੀ ਨਹੀਂ ਸੀਗਾ।
ਹੁਣ ਜਦੋਂ ਤੁਸੀਂ ਇਹ ਰਿਟ ਪਟੀਸ਼ਨ ਦਾਖਲ ਕੀਤੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ, ਉਸ ਤੋਂ ਬਾਅਦ ਅੱਗੇ ਕੀ ਹੋਇਆ, ਪ੍ਰੋਸੈਸ ਕੀ ਸੀ ਉਸ ਤੋਂ ਬਾਅਦ? ਤੁਸੀਂ 2021 12/11/2021 ਨੂੰ ਤੁਸੀਂ ਕਰਦੇ ਹੋ? ਬਿਲਕੁਲ ਜੀ। ਜੀ, ਉਸ ਤੋਂ ਬਾਅਦ ਕੀ ਹੋਇਆ ਅੱਗੇ? ਨਹੀਂ, ਜਦ ਮੈਂ ਡੀਜੀਪੀ ਸਾਹਿਬ ਕੋਲ ਪਹੁੰਚੀ ਸੀਗੀ, ਉਸ ਤੋਂ ਬਾਅਦ ਅਕਾਲੀ ਦਲ ਦੇ ਸਰਦਾਰ ਸੁਖਬੀਰ ਇਸ ਸਿੰਘ ਤੋਂ ਪਹਿਲਾਂ ਤੁਸੀਂ ਡੀਜੀਪੀ ਸਾਹਿਬ ਕੋਲ ਗਏ ਹੋ? ਹਾਂਜੀ, ਮੈਂ ਬਿਲਕੁਲ ਗਈ ਸੀ ਡੀਜੀਪੀ ਸਾਹਿਬ ਕੋਲ। ਮੈਂ ਕੇਸ ਫਾਈਲ ਨਹੀਂ ਕਰਨਾ ਚਾਹੁੰਦੀ ਸੀ। ਮੈਨੂੰ ਇਹ ਸੀਗਾ ਅਗਰ ਪੁਲਿਸ ਹੀ ਬਹੁਤ ਸੌਖੀ ਤਰ੍ਹਾਂ ਕੇਸ ਨੂੰ ਸੋਲਵ ਕਰਨਾ ਚਾਹੁੰਦੀ ਹੈ ਤੇ ਫਿਰ ਕੋਰਟ ਕਚਹਿਰੀਆਂ ਦੇ ਚੱਕਰ ਲਾਉਣ ਦਾ ਕੀ ਆਈਡੀਆ। ਫਿਰ ਕੋਰਟ ਕਚਹਿਰੀਆਂ 'ਚ ਲੰਬਾ ਪ੍ਰੋਸੈਸ ਹੁੰਦਾ ਹੈ, ਨਹੀਂ ਕੇਸ ਫਾਈਨਲ ਤੇ ਹੁੰਦਾ। ਜਿੰਨਾ ਚਿਰ ਸਿੱਟ ਨੂੰ ਸਹੀ ਜਾਂਚ ਨਾ ਦਿੱਤੀ ਜਾਵੇ ਤਾਂ ਕੇਸ ਵੀ ਤਾਂ ਹੀ ਫਾਈਲ ਹੋਏਗਾ ਸਹੀ ਤਰੀਕੇ ਨਾਲ ਕੋਰਟ ਦੇ ਵਿੱਚ। ਇਸ ਕਰਕੇ ਮੈਂ ਸਿੱਟ ਨੂੰ ਮਿਲਣਾ ਠੀਕ ਸਮਝਿਆ ਸੀ। ਉਹ ਮੈਨੂੰ ਹੋਰ ਕੋਈ ਜ਼ਰੀਆ ਸੁੱਝ ਨਹੀਂ ਰਿਹਾ ਸੀ ਕਿਉਂਕਿ ਇਹਨਾਂ ਨੂੰ ਵੀ ਮੈਂਬਰ ਤੋਂ ਕੱਢ ਦਿੱਤਾ ਗਿਆ ਸੀਗਾ, ਆਪਣੇ ਸੋਲ ਸਾਹਿਬ ਨੂੰ। ਜਿਸ ਦਿਨ ਮੈਂ ਡੀਜੀਪੀ ਸਾਹਿਬ ਨੂੰ ਮਿਲੀ ਤਾਂ ਨੈਕਸਟ ਡੇ ਸੋਲ ਸਾਹਿਬ ਨੂੰ ਵੀ ਉਹਦੇ ਵਿੱਚੋਂ ਕੱਢ ਦਿੱਤਾ ਗਿਆ, ਟੀਮ 'ਚੋਂ। ਮੈਨੂੰ ਨਹੀਂ ਪਤਾ ਕਿਸ ਕਾਰਨਾਂ ਨੂੰ ਕੱਢਿਆ, ਬਟ ਉਹ ਉਸ ਤੋਂ ਵੱਖ ਕਰ ਦਿੱਤੇ ਗਏ ਸੀ, ਜਿਸ ਕਰਕੇ ਮੇਰੇ ਕੋਲ ਹੋਰ ਕੋਈ ਸੋਰਸ ਰਿਹਾ ਨਹੀਂ ਸੀਗਾ। ਫਿਰ ਮੈਂ ਡੀਜੀਪੀ ਸਾਹਿਬ ਨੂੰ ਮਿਲੀ ਤਾਂ ਉਹਨਾਂ ਨੇ ਮੈਨੂੰ ਕਿਹਾ ਤੁਹਾਨੂੰ ਫੋਨ ਆਏਗਾ ਤੇ ਤੁਹਾਡੇ ਐਵੀਡੈਂਸ ਕਰਵਾ ਦਿੱਤੇ ਜਾਣਗੇ। ਮੈਨੂੰ ਨਹੀਂ ਪਤਾ ਸੀ ਕੋਈ ਐਵੀਡੈਂਸ ਹੁੰਦੇ ਆ ਜਾਂ ਕੀ ਹੁੰਦਾ ਹੈ, ਕਿਹੜੀ ਮੈਂ ਗਵਾਹੀ ਦੇਣੀ ਹੈ, ਕਿਹੜੀ ਧਾਰਾ ਲੱਗਣੀ ਹੈ, ਮੈਨੂੰ ਕੁਝ ਇਸ ਬਾਰੇ ਜਾਣਕਾਰੀ ਨਹੀਂ ਸੀ। ਹਾਂ, ਮੈਂ ਸਿਆਸਤ ਜ਼ਰੂਰ ਕਰ ਰਹੀ ਹਾਂ, ਬਟ ਮੈਂ ਅੱਜ ਤੱਕ ਕਿਸੇ ਵੀ ਐਸੇ ਕੋਰਟ ਕਚਹਿਰੀ ਦੇ ਕੇਸਾਂ ਦੇ ਵਿੱਚ ਇਨਵੋਲਵ ਨਹੀਂ ਹੋਈ ਹਾਂ ਤੇ ਨਾ ਮੈਂ ਕਦੀ ਕੋਈ ਇਸ ਤਰ੍ਹਾਂ ਦਾ ਕਿਸੇ ਤੇ ਬਲੇਮ ਲਾਇਆ। ਇਹ ਸਭ ਤਾਂ ਨਹੀਂ ਤੁਹਾਡੀ ਸਿਆਸਤ ਦਾ ਹਿੱਸਾ? ਨਹੀਂ, ਇਹ ਅਗਰ ਸਿਆਸਤ ਦਾ ਹਿੱਸਾ ਹੁੰਦਾ, ਦੇਖੋ ਸਭ ਲੋਕ ਕਹਿ ਰਹੇ ਸੀ ਵੀ ਇਲੈਕਸ਼ਨ ਹੈ, ਮੀਮਸਾ ਸ਼ਾਇਦ ਟਿਕਟ ਲੈਣ ਵਾਸਤੇ ਕਿਸੇ ਨਾ ਕਿਸੇ ਪਾਰਟੀ ਤੋਂ ਇਹ ਸਟੰਟ ਬਣਾ ਰਹੀ ਹੈ। ਅਗਰ ਉਸ ਟਾਈਮ ਇਲੈਕਸ਼ਨ ਦਾ ਟਾਈਮ ਸੀ, ਅੱਜ ਤਾਂ ਕੋਈ ਇਲੈਕਸ਼ਨ ਦਾ ਟਾਈਮ ਨਹੀਂ ਹੈਗਾ। ਅੱਜ ਤਾਂ ਸਿੱਟ ਨੇ ਆਪਣੀ ਪੂਰਾ ਕਰ ਜਿਹੜਾ ਵੀ ਉਹਨਾਂ ਦਾ ਹੈਗਾ ਸੀਗਾ ਪੁਲਿੰਦਾ, ਉਹ ਤਿਆਰ ਕਰਕੇ 400 450 ਪੰਨਿਆਂ ਦਾ ਮਾਨ ਸਰਕਾਰ ਨੂੰ, ਆਮ ਆਦਮੀ ਪਾਰਟੀ ਨੂੰ ਹੈਂਡਓਵਰ ਕਰਤਾ। ਮੈਨੂੰ ਬਹੁਤ ਆਸ ਜਾਗੀ ਜਦ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ। ਮੈਂ ਕਿ ਵੀ ਇਹ ਕਹਿੰਦੇ ਸੀਗੇ ਵੀ ਇਹਨਾਂ ਵਿੱਚ ਸੁਖਬੀਰ ਬਾਦਲ ਜੀ ਦਾ ਬਹੁਤ ਰੋਲ ਹੈ, ਵੀ ਸਾਡੀ ਸਰਕਾਰ ਬਣਨ ਤੋਂ ਅਸੀਂ ਖਿੱਚਾਂਗੇ। ਕੁਝ ਕੁ ਦਿਨਾਂ ਪਹਿਲਾਂ ਮਾਨ ਸਾਹਿਬ ਨੇ ਕਿਹਾ ਕਿ ਜਿਹੜਾ ਇਹ ਸਿਸਵਾ ਫਾਰਮ ਹਾਊਸ ਹੈ ਆਪਣਾ, ਇੱਥੇ ਇਹਨਾਂ ਦਾ ਸੁਖਬੀਰ ਬਾਦਲ ਜੀ ਦਾ ਇੱਕ ਬਣਾਇਆ ਹੋਇਆ ਹੋਟਲ ਹੈ, ਵੀ ਮੈਂ ਉਹਦੀ ਵੀ ਪੜਤਾਲ ਕਰਾਊਂਗਾ। ਤਾਂ ਸੁਖਬੀਰ ਸਿੰਘ ਬਾਦਲ ਦੇ ਧਮਕੀ ਭਰਾ ਅੰਦਾਜ਼ ਸੀਗਾ, ਅੱਖ ਭਰ ਕੇ ਝਾਕ ਕੇ ਤਾਂ ਦੇਖੇ ਮਾਨ, ਅਸੀਂ ਦੇਖ ਲਾਂਗੇ। ਸੁਖਬੀਰ ਜੀ ਨੇ ਵਰਡਿੰਗ ਕਹੀ ਸੀ। ਫਿਰ ਮੈਨੂੰ ਇਹ ਲੱਗਿਆ ਵੀ ਵਾਕਈ ਇਨਸਾਫ ਨਾਮ ਦੀ ਤਾਂ ਹੁਣ ਕੋਈ ਚੀਜ਼ ਰਹੀ ਨਹੀਂ ਪੰਜਾਬ ਦੇ ਵਿੱਚ, ਤੇ ਮੈਨੂੰ ਕਿੱਥੇ ਸੁਣਵਾਈ ਹੋਏਗੀ। ਔਰ ਜਦ ਕੱਲ ਸਿੱਟ ਨੇ ਹੈਂਡਓਵਰ ਕਰਤੀ ਆਪਣੀ ਸਾਰੀ ਰਿਪੋਰਟ, ਤਾਂ ਮੈਨੂੰ ਲੱਗਿਆ ਵਾਕਈ ਸਭ ਕੁਝ ਅੰਡਰਗਰਾਊਂਡ ਹੀ ਹੋ ਰਿਹਾ ਹੈ। ਉਹਨਾਂ ਨੇ ਤਾਂ ਸਾਰਾ ਹੀ ਠੀਕਰਾ ਇਹ 'ਤੇ ਫੋੜਤਾ ਪ੍ਰੇਮੀਆਂ ਤੇ ਉਹਦੇ ਵਿੱਚ ਪੋਲੀਟੀਕਲ ਪਾਰਟੀਆਂ ਦਾ ਇਨਵੋਲਵਮੈਂਟ ਹੀ ਖਤਮ ਕਰਤੀ। ਇਹਦਾ ਮਤਲਬ ਇਹ ਕੇਸ ਨੂੰ ਰਫਾ ਦਫਾ ਕਰਨਾ ਚਾਹੁੰਦੇ ਨੇ ਤਾਂ ਕਿ ਇਸ ਨੂੰ ਅੱਗੇ ਇਨਸਾਫ ਨਾ ਮਿਲ ਸਕੇ ਲੋਕਾਂ ਨੂੰ। ਮੀਮਸਾ, ਇਹ ਸਾਰੀ ਗੱਲਬਾਤ ਦੌਰਾਨ ਨਾ ਮੈਂ ਸਿਰਫ ਇੱਕ ਚੀਜ਼ ਤੇ ਯਕੀਨ ਕਰਨ ਦੀ ਕੋਸ਼ਿਸ਼ ਕਰਨਾ ਚਾਹ ਰਿਹਾ, ਹਾਂਜੀ, ਕਿ ਇੱਥੇ ਕਿਵੇਂ ਲੋਕ ਵੀ ਯਕੀਨ ਕਰਨ ਕਿ ਵਾਕਈ ਤੁਸੀਂ ਉੱਥੇ ਮੀਟਿੰਗ ਦੌਰਾਨ ਹਰਸ਼ ਧੂਰੀ ਨੂੰ ਉੱਥੇ ਦੇਖਿਆ ਔਰ ਇਹ ਹਰਸ਼ ਧੂਰੀ ਉਹੀ ਹੈ। ਤੁਹਾਡੇ ਤੇ ਯਕੀਨ ਕਿਵੇਂ ਕਰਨ ਲੋਕ? ਦੇਖੋ, ਮੈਡੀਕਲੀ ਟੈਸਟ ਜਿਹੜੇ ਵੀ ਹੁੰਦੇ ਆ ਮੈਂ ਉਹ ਕਰਾਉਣ ਨੂੰ ਅੱਜ ਵੀ ਤਿਆਰ ਹਾਂ। ਮੈਂ ਪਹਿਲਾਂ ਵੀ ਕਿਹਾ ਸੀਗਾ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦਾ ਟੈਸਟ ਹੋ ਜਾਏ, ਮੇਰਾ ਵੀ ਟੈਸਟ ਹੋ ਜਾਏ, ਠੀਕ ਹੈ। ਅਗਰ ਹਰਸ਼ ਧੂਰੀ ਪੀਓ ਹੈਗਾ ਤਾਂ ਜਗਜੀਤ ਸਿੰਘ ਅਵੇਲੇਬਲ ਹੈ, ਉਸਨੂੰ ਬੁਲਾ ਕੇ ਟੇਬਲ ਟਾਕ ਕਰ ਲੈਂਦੇ ਹਾਂ। ਸੁਖਬੀਰ ਜੀ ਬੈਠ ਜਾਣ, ਜਗਜੀਤ ਜੀ ਬੈਠ ਜਾਣ, ਮੈਂ ਬੈਠ ਜਾਂਦੀ ਹਾਂ। ਅਸੀਂ ਤਿੰਨੇ ਵਾਰਤਾਲਾਪ ਕਰ ਲਾਂਗੇ ਵੀ ਆਪਣੀ ਉੱਥੇ ਕੀ ਗੱਲਾਂ ਹੋਈਆਂ ਸੀ, ਆਪਾਂ ਚਾਹ ਕਿਵੇਂ ਸਾਂਝੀ ਕੀਤੀ ਸੀ, ਔਰ ਉੱਥੇ ਕਿੰਨੇ ਕੁ ਬੰਦੇ। ਈਵਨ ਜਦ ਇਹ ਹਰਸ਼ ਧੂਰੀ ਉੱਥੇ ਹੁੰਦਾ ਸੀ ਨਾ, ਜਾਂ ਅਸੀਂ ਹੁੰਦੇ ਸੀ ਪਹਿਲੀ ਮੀਟਿੰਗ 'ਚ, ਤਾਂ ਬਹੁਤ ਰਸ਼ ਸੀ ਉੱਥੇ ਕਿਉਂਕਿ ਟਿਕਟਾਂ ਦਾ ਦੌਰ ਸੀ। ਬਟ ਉਸ ਤੋਂ ਬਾਅਦ 2 ਵਾਰ ਮੈਂ ਦੇਖਿਆ ਉੱਥੇ ਇੱਕਦਮ ਸ਼ਾਂਤ ਮਾਹੌਲ ਸੀਗਾ ਜਦ ਮੈਂ 2 ਵਾਰ ਮਿਲੀ। ਉਸ ਤੋਂ ਬਾਅਦ ਮੈਂ ਅਨੇਕਾਂ ਵਾਰ ਗਈ, ਬਟ ਮੈਂ ਉਸ ਤੋਂ ਬਾਅਦ ਨਹੀਂ ਦੇਖਿਆ ਕਿਉਂਕਿ ਉਸ ਦਿਨ ਇਹਨਾਂ ਦੀ ਵਰਡਿੰਗ ਸੀ ਤੁਹਾਡਾ ਕਰਤਾ ਤੇ ਆਪਾਂ ਛੇਤੀ ਮਿਲਦੇ ਹਾਂ। ਕੀ ਕਰਤਾ ਅੱਜ ਤੱਕ ਉਹ ਕੁਐਸਚਨ ਮੇਰੇ ਮਨ ਦੇ ਵਿੱਚ ਹੈ, ਵੈਦਰ ਹੀ ਇਜ਼ ਲਾਈਵ ਔਰ ਡੈਡ। ਘੱਟੋ ਘੱਟ ਇੱਕ ਮਾਂ ਦਾ ਪੁੱਤ ਹੈ, ਉਸਨੂੰ ਤਾਂ ਜਾਣਨ ਦਾ ਹੱਕ ਹੈ ਨਾ ਕਿ ਹਰਸ਼ ਧੂਰੀ ਮੇਰਾ ਬੇਟਾ ਕਿੱਥੇ ਹੈ, ਉਸਨੂੰ ਕੀ ਕੀਤਾ ਗਿਆ, ਕਿੱਥੇ ਪੀਓ ਹੈ। ਪੁਲਿਸ ਸਭ ਕੁਝ ਕਰ ਸਕਦੀ ਹੈ। ਮੂਸੇਵਾਲੇ ਦੀ ਇਨਵੈਸਟੀਗੇਸ਼ਨ ਹੋਈ, ਸਭ ਕੁਝ ਹੋਇਆ। 25 ਮਾਰਚ ਨੂੰ ਜਦ ਮੂਸੇਵਾਲੇ ਦੀ ਦਿੱਲੀ ਤੋਂ ਰਿਪੋਰਟ ਆਉਂਦੀ ਹੈ ਕਿ ਇਸ ਨੂੰ ਜਾਨ ਦਾ ਖਤਰਾ ਹੈ, ਮਾਨ ਸਰਕਾਰ ਕੋਲ ਆਉਂਦੀ ਹੈ, ਕੋਈ ਪੈਰਵਾਈ ਨਹੀਂ ਹੁੰਦੀ ਹੈਗੀ। ਉਸਦੀ ਸਿਕਿਉਰਿਟੀ ਉਲਟਾ ਘੱਟ ਕਰ ਦਿੱਤੀ ਜਾਂਦੀ ਹੈ, ਉਹਦੀ ਡੈਥ ਹੋ ਗਈ। ਮੈਂ ਸਿਕਿਉਰਿਟੀ ਨੂੰ ਅਪਲਾਈ ਕੀਤਾ ਹੋਇਆ, ਨਹੀਂ ਸਿਕਿਉਰਿਟੀ ਦਿੰਦੇ ਮੈਨੂੰ ਕੋਈ ਪ੍ਰੋਬਲਮ ਨਹੀਂ, ਮੈਨੂੰ ਵਾਹਿਗੁਰੂ ਦਾ ਆਸਰਾ ਹੈ। ਬਟ ਕਾਹਦੀਆਂ ਸਰਕਾਰਾਂ ਜੇ ਇਸ ਤਰ੍ਹਾਂ ਦੇ ਕਾਗਜ਼ ਖਾਨਾ ਪੂਰਤੀ ਕਰਨੀ ਹੈ। ਅੱਜ ਮਾਨ ਸਰਕਾਰ ਆ ਗਈ, ਫਿਰ ਹੋਰ ਸਰਕਾਰ ਆ ਜਾਏਗੀ, ਕਾਂਗਰਸ ਸਰਕਾਰ ਆ ਕੇ ਚਲੀ ਗਈ, ਅਕਾਲੀ ਦਲ ਸਰਕਾਰ ਆ ਕੇ ਚਲੀ ਗਈ। ਹੁਣ ਕਿਹੜੀ ਸਰਕਾਰ ਤੋਂ ਉਮੀਦ ਰੱਖੀ ਅਸੀਂ ਕਿ ਸੱਚ ਸਾਹਮਣੇ ਆਏਗਾ? ਮੈਂ ਬਿਲਕੁਲ ਠੋਕ ਵਜਾ ਕੇ ਅੱਜ ਵੀ ਕਹਿ ਰਹੀ ਹਾਂ, ਸਰਦਾਰ ਸੁਖਬੀਰ ਸਿੰਘ ਬਾਦਲ ਮਿਲਦੇ ਸੀ, ਉਹਨਾਂ ਨੂੰ ਕਿਉਂ ਮਿਲਦੇ ਸੀ? ਜਨਤਕ ਕਰਨ ਨਾ, ਆ ਕੇ ਮੈਨੂੰ ਕਹਿਣਾ ਵੀ ਮੀਮਸਾ ਤੂੰ ਅੱਛਾ। ਫਿਰ ਉਹਨਾਂ ਨੇ ਚਰਨਜੀਤ ਬਰਾੜ ਨੂੰ ਕਿਉਂ ਭੇਜਿਆ ਮੇਰੇ ਕੋਲ ਸੈਟਿੰਗ ਕਰਨ ਵਾਸਤੇ? ਮੈਂ ਔਨ ਰਿਕਾਰਡ ਬਾਈ ਨੇਮ ਕਹਿ ਰਹੀ ਹਾਂ। ਫਿਰ ਮੇਰੇ ਬੇਟੇ ਨੂੰ ਧਮਕੀ ਦਿੱਤੀ, ਬੇਟੇ
ਤੂੰ ਦੇਖਿਆ ਹੈ ਮਿੱਡੂ ਖੇੜੇ ਦਾ ਕੀ ਹਸ਼ਰ ਹੋਇਆ, ਸੋਸ਼ਲ ਮੀਡੀਆ ਤੇ ਤੂੰ ਦੇਖਦਾ ਹੀ ਹੋਏਗਾ, ਤੈਨੂੰ ਦੇਖ ਲਿਆ, ਲੋਕੇਸ਼ਨ ਦੇਖ ਲਈ, ਆਪਣੀ ਤੇਰੀ ਮੰਮੀ ਤਾਂ ਗਵਾਹੀ ਦੇ ਕੇ ਪਾਸੇ ਹੋ ਜਾਏਗੀ, ਭੁਗਤਣਾ ਤਾਂ ਕਾਕੇ ਤੈਨੂੰ ਪਏਗਾ। ਇੰਨੀ ਡੇਰ ਕਿਵੇਂ, ਕਿਉਂ ਡੇਰ ਕਰਦੇ ਆ ਨਹੀਂ ਬੋਲਣ ਦੀ? ਜੇ ਉਹਨਾਂ ਨੂੰ ਸ਼ੈ ਹੈਗੀ ਪੋਲੀਟੀਕਲ ਹਾਈ ਅਥਾਰਟੀ ਦੀ, ਲੀਡਰਸ ਦੀ, ਤਦੀ ਉਹਨਾਂ ਦੇ ਵਰਕਰ ਚਮਚੇ ਚੇਲੇ ਆ ਕੇ ਇਹ ਚੀਜ਼ ਵਰਡਿੰਗ ਬੋਲਦੇ ਆ ਨਾ ਕਿ ਚਰਨਜੀਤ ਬਰਾੜ ਦਾ ਕੋਈ ਬੇਟਾ ਨਹੀਂ, ਕਿ ਸੁਖਬੀਰ ਬਾਦਲ ਦਾ ਕੋਈ ਬੇਟਾ ਨਹੀਂ। ਮੈਂ ਕਦੀ ਫੈਮਿਲੀ ਮੈਂ ਸਿਆਸਤ ਦੇ ਵਿੱਚ ਵਾਈ ਵੀ ਆਰ ਇਨਵੋਲਵਿੰਗ ਦ ਫੈਮਿਲੀ ਮੈਂਬਰਸ, ਸਿਆਸਤ ਮੈਂ ਕਰ ਰਹੀ ਹਾਂ, ਮੇਰੇ ਨਾਲ ਹੈਂਡਲ ਕਰੋ ਨਾ। ਕਿਉਂ ਸੱਚ ਨੂੰ ਦਬਾ ਰਹੀ ਹੈ, ਸਿੱਟ ਕਿਉਂ ਦਬਾ ਰਹੀ ਹੈ? ਪਰਮਾਰ ਸਿੱਟ ਦੇ ਮੁਖੀ ਪਰਮਾਰ ਸਾਹਿਬ ਸੁਨਾਰੀਆ ਜੇਲ੍ਹ ਜਾ ਕੇ ਸਵਾਲ ਜਵਾਬ ਕਰਦੇ ਆ ਰਾਮ ਰਹੀਮ ਦੇ ਕੋਲੋਂ। ਬਿਲਕੁਲ। ਤੁਸੀਂ ਕੋਸ਼ਿਸ਼ ਕੀਤੀ ਉਹਨਾਂ ਦੇ ਕੋਲ ਪਹੁੰਚ ਕਰਨ ਦੀ, ਆਪਣੇ ਬਿਆਨ ਦਰਜ ਕਰਵਾਉਣ ਦੀ, ਉਹਨਾਂ ਨੂੰ ਦੱਸਣ ਦੀ, ਜਾਂ ਤੁਹਾਡੀ ਕੋਈ ਗੱਲਬਾਤ ਹੋਈ ਉਹਨਾਂ ਨਾਲ? ਦੇਖੋ, ਜਿਸ ਦਿਨ ਰਾਮ ਰਹੀਮ ਜੀ ਦੀ ਪੁੱਛਗਿੱਛ ਕਰਨ ਵਾਸਤੇ 8 ਨੂੰ ਜਾ ਰਹੇ ਸੀ ਸੁਨਾਰੀਆ ਜੇਲ੍ਹ, ਉਸ ਤੋਂ 2 ਦਿਨ ਪਹਿਲਾਂ ਮੈਨੂੰ ਫੋਨ ਆਇਆ ਸੀ ਜ਼ਰੂਰ ਉਹਨਾਂ ਦਾ। ਇਹ ਔਨ ਰਿਕਾਰਡ ਕਹਿ ਰਹੇ ਹੋ ਤੁਸੀਂ? ਹਾਂ ਬਿਲਕੁਲ ਔਨ ਰਿਕਾਰਡ ਕਹਿ ਰਹੀ ਹਾਂ। ਮੈਨੂੰ ਫੋਨ ਆਇਆ ਸੀ ਉਹਨਾਂ ਦਾ ਤੇ ਉਹਨਾਂ ਨੇ ਕਿਹਾ ਸੀ ਮੈਡਮ ਤੁਸੀਂ ਰਜਿੰਦਰ ਕੌਰ ਮੀਮ ਸਾਹਿਬ ਬੋਲ ਰਹੇ ਹੋ? ਮੈਂ ਕਿਹਾ ਹਾਂਜੀ। ਕਹਿੰਦੇ ਮੈਡਮ ਤੁਹਾਡੇ ਅਸੀਂ ਨਾ ਬਿਆਨ ਕਰਵਾਉਣਾ ਚਾਹੁੰਦੇ ਹਾਂ। ਮੈਂ ਕਿਹਾ ਜੀ ਮੈਨੂੰ ਕਿੱਥੇ ਆਉਣਾ ਪਏਗਾ? ਮੈਂ ਕੋਈ ਕੁਐਸਚਨ ਨਹੀਂ ਪੁੱਛਿਆ ਕਿਉਂਕਿ ਆਲਰੇਡੀ ਮੈਨੂੰ ਪਤਾ ਸੀ ਉਹ ਕੇਸ ਦੇ ਬਾਰੇ ਹੀ ਗੱਲ ਚੱਲ ਰਹੀ ਹੈ। ਤੇ ਮੈਂ ਕਿਹਾ ਮੈਨੂੰ ਕਿੱਥੇ ਆਉਣਾ ਪਏਗਾ? ਚੰਡੀਗੜ੍ਹ ਆਉਣਾ ਪਏਗਾ। ਅਗਰ ਜੋ ਮੈਂ ਗੱਲ ਕਹਿ ਰਹੀ ਹਾਂ ਉਹ ਪੁਲਿਸ ਵਾਲੇ ਕੋਲ ਵੀ ਔਨ ਰਿਕਾਰਡ ਪਈ ਹੋਏਗੀ ਤਾਂ ਜ਼ਰੂਰ ਇਸ ਨੂੰ ਮੈਚ ਕਰ ਲੈਣ। ਤੇ ਉਹ ਕਹਿੰਦੇ ਨਹੀਂ ਤੁਹਾਨੂੰ ਫਰੀਦਕੋਟ ਆਉਣਾ ਪਏਗਾ, ਉੱਥੇ ਤੁਹਾਨੂੰ ਮਤਲਬ ਕਿ ਆ ਕੇ ਆਪਣੇ ਬਿਆਨ ਤਲਬ ਕਰਾਉਣੇ ਪੈਣਗੇ। ਥੋੜ੍ਹੀ ਦੇਰ ਬਾਅਦ, ਘੰਟੇ ਬਾਅਦ ਫਿਰ ਉਹਨਾਂ ਦਾ ਫੋਨ ਆਉਂਦਾ, ਮੈਡਮ ਤੁਸੀਂ ਬਿਆਨ ਕੀ ਦੇਣਾ ਚਾਹੁੰਦੇ ਹੋ? ਮੈਨੂੰ ਇੰਨੀ ਮਤਲਬ ਕਿ ਉਹ ਹੋਇਆ ਵੀ ਇੱਕ ਪਾਸੇ ਤਾਂ ਬਿਆਨ ਲੈਣੇ, ਉੱਪਰ ਫਿਰ ਪੁੱਛ ਰਹੇ ਜਦ ਮੈਂ ਜਾਊਂਗੀ ਤਾਂ ਮੈਂ ਬਿਆਨ ਦੂੰਗੀ ਜੇ ਵੀ ਦੇਣੇ ਆ। ਮੈਂ ਉਹਨਾਂ ਨੂੰ ਜਲਦੀ ਜਲਦੀ 'ਚ ਕਹਿਤਾ ਵੀ ਮੈਂ ਰਿਗਾਰਡਿੰਗ ਸੁਖਬੀਰ ਜੀ ਦੇ ਵੀ ਹਰਸ਼ਤੂਰੀ ਨਾਲ ਮਿਲਦੇ ਹੋ 3 ਵਾਰ ਦੇਖਿਆ, ਮੈਂ ਇਹ ਬਿਆਨ ਦੇਣਾ ਚਾਹੁੰਦੀ ਹਾਂ। ਇੰਨੀ ਕੀ ਗੱਲ ਸੀ, ਪਤਾ ਨਹੀਂ ਸ਼ਾਮ ਤੱਕ ਕਿਵੇਂ ਸੁਖਬੀਰ ਜੀ ਬਾਦਲ ਕੋਲ ਪਹੁੰਚ ਗਈ ਉਹ ਗੱਲ, ਤੇ ਨਾਲ ਦੀ ਨਾਲ ਮੇਰੇ ਤੇ ਐਕਸ਼ਨ ਸ਼ੁਰੂ ਹੋ ਗਿਆ। ਐਕਸ਼ਨ ਇਹ ਹੋ ਗਿਆ ਨਾ ਵਿਦਿਨ ਸ਼ਾਮ ਨੂੰ 7 ਵਜੇ ਤੋਂ ਮੈਨੂੰ ਬੀਬਾ ਜੀ ਦੇ। ਤੁਸੀਂ ਕੀ ਕਹਿਣਾ ਚਾਹ ਰਹੇ ਹੋ ਕਿ ਜਿਹੜੀ ਪਰਮਾਰ ਸਾਹਿਬ ਨਾਲ ਤੁਹਾਡੀ ਗੱਲਬਾਤ ਹੋਈ ਉਹ ਬਾਦਲ ਸਾਹਿਬ ਕੋਲ ਪਰਮਾਰ ਸਾਹਿਬ ਦੇ ਹੱਥੋਂ ਗਈ? ਨਹੀਂ, ਮੈਨੂੰ ਇਹ ਲੱਗ ਰਿਹਾਗਾ ਕਿ ਜਿਨ੍ਹਾਂ ਨੇ ਮੇਰੇ ਬਿਆਨ ਕਰਵਾਉਣੇ ਸੀਗੇ, ਜਿਹੜੇ ਉੱਥੇ ਮਤਲਬ ਕਿ ਸੰਬੰਧਿਤ ਅਫਸਰ ਕਹਿ ਲਓ ਜਾਂ ਕਰਮਚਾਰੀ ਕਹਿ ਲਓ, ਜਿਨ੍ਹਾਂ ਨੇ ਮੈਨੂੰ ਪੁੱਛਿਆ, ਸ਼ਾਇਦ ਮੇ ਵੀ ਉਹਨਾਂ ਦੇ ਥਰੂ ਲੀਕ ਹੋਏਗੀ। ਕਿਉਂਕਿ ਨਾਲ ਦੀ ਨਾਲ ਸੁਖਬੀਰ ਜੀ ਉੱਥੇ ਹੈਗੇ ਸੀਗੇ ਆਪਣੇ ਕਿਤੇ ਲੁਧਿਆਣੇ ਸਾਈਡ ਤੇ। ਉਹਨਾਂ ਨੇ ਨਾਲ ਦੀ ਨਾਲ ਪ੍ਰੈਸ ਕਾਨਫਰੰਸ ਕਰਕੇ ਕਿਹਾ ਵੀ ਅੱਜ ਕਾਂਗਰਸ ਪਾਰਟੀ ਕੋਈ ਸਾਜ਼ਿਸ਼ ਕਰ ਰਹੀ ਹੈ ਮੇਰੇ ਖਿਲਾਫ, ਔਰ ਉਹ ਰਜਿੰਦਰ ਕੌਰ ਮੀਮਸਾ ਦੇ ਥਰੂ ਕੁਝ ਕਹਾ ਕੇ ਮੈਨੂੰ ਫਸਾਉਣਾ ਚਾਹੁੰਦੀ ਹੈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੈਟਰ 'ਚ। ਸੁਖਬੀਰ ਬਾਦਲ ਹੋਰਾਂ ਨੇ ਪ੍ਰੈਸ ਕਾਨਫਰੰਸ ਤੁਹਾਡਾ ਨਾਮ ਲੈ ਕੇ ਕਿਹਾ? ਬਿਲਕੁਲ। ਉਹਨਾਂ ਨੇ ਮਤਲਬ ਕਿ ਕਾਂਗਰਸ ਪਾਰਟੀ ਨੂੰ ਬਲੇਮ ਕੀਤਾ, ਮੇਰਾ ਨਾਮ ਨਹੀਂ ਲਿਆ। ਮੇਰਾ ਨਾਮ ਅੱਜ ਤੱਕ ਨਹੀਂ ਕੀਤਾ ਸੁਖਬੀਰ ਜੀ ਨੇ ਆਪਣੇ ਮੂੰਹ ਤੋਂ। ਔਰ ਉਸ ਤੋਂ ਬਾਅਦ ਫਿਰ ਜਿਸ ਦਿਨ ਮਤਲਬ ਕਿ ਮੈਨੂੰ ਉਸ ਤੋਂ ਬਾਅਦ ਉਹਨਾਂ ਨੇ ਬਿਆਨ ਨਹੀਂ ਲਿਆ। ਉਹਨਾਂ ਨੇ ਕਿਹਾ ਮੈਡਮ ਅਸੀਂ 2 ਦਿਨ ਬਾਅਦ ਤੁਹਾਨੂੰ ਬੁਲਾਵਾਂਗੇ ਕਿਉਂਕਿ ਸਾਡੀ ਸਾਰੀ ਟੀਮ ਨਾ ਸੁਨਾਰੀਆ ਜੇਲ੍ਹ ਜਾ ਰਹੀ ਹੈ, ਸਾਡੇ ਕੋਲ ਕੋਈ ਬੰਦਾ ਅਵੇਲੇਬਲ ਨਹੀਂ ਹੈ ਜਿਹੜਾ ਤੁਹਾਡੇ ਬਿਆਨ ਕੋਰਟ 'ਚ ਜਾ ਕੇ ਕਰਾ ਦੇ। ਉਹਨਾਂ ਨੇ ਕੋਰਟ ਵਰਡ ਯੂਜ਼ ਕੀਤਾ ਸੀ ਵੀ ਕੋਰਟ 'ਚ ਜਾ ਕੇ ਤੁਹਾਡੇ ਬਿਆਨ ਅਸੀਂ ਦਰਜ ਕਰਾਂ। ਫਿਰ ਮੈਨੂੰ ਤਾਂ ਇਹ ਵੀ ਨਹੀਂ ਪਤਾ ਸੀ ਵੀ ਕੋਰਟ 'ਚ ਸਿੱਧੇ ਬਿਆਨ ਤਾਂ ਹੁੰਦੇ ਨਹੀਂ, ਵਕੀਲ ਦੀ ਹੈਲਪ ਲੈਣੀ ਪੈਂਦੀ ਹੈ, 100 ਉਹ ਚੀਜ਼ਾਂ ਹੁੰਦੀਆਂ ਨੇ, ਮੈਨੂੰ ਨਹੀਂ ਨੌਲੇਜ ਸੀ ਇਹ ਚੀਜ਼ ਦੀ। ਮੈਂ ਕਿਹਾ ਠੀਕ ਹੈ ਜੀ, ਮੈਂ 2 ਦਿਨ ਬਾਅਦ ਤੁਹਾਨੂੰ ਕਾਲ ਕਰੂੰਗੀ। ਮੈਂ ਵੀਰਵਾਰ ਫਿਰ ਕਾਲ ਕੀਤੀ ਉਹਨਾਂ ਨੂੰ, ਬਟ ਉਹਨਾਂ ਨੇ ਮੈਨੂੰ ਕਿਹਾ ਕੋਈ ਨਾ ਮੈਡਮ ਤੁਹਾਨੂੰ ਬੁਲਾਉਂਦੇ ਆ, ਇਹ ਕਹਿ ਕੇ ਉਹਨਾਂ ਨੇ ਮੈਨੂੰ ਇਗਨੋਰ ਕਰਤਾ। ਫਿਰ ਮੈਨੂੰ ਲੱਗਿਆ ਵੀ ਕੁਛ ਨਾ ਕੁਛ ਗੜਬੜ ਹੈ ਕਿਉਂਕਿ ਉਸ ਤੋਂ ਬਾਅਦ ਫਿਰ ਮੈਨੂੰ ਲਗਾਤਾਰ ਫੋਨ ਆਉਣ ਲੱਗ ਗਏ, ਬੰਦੇ ਵੀ ਘਰ ਆਉਣ ਲੱਗ ਗਏ। ਤੇ ਮੈਂ ਪਿਛਲੀ ਆਪਣੇ ਕਾਫੀ ਮੀਡੀਆ ਦੇ ਵਿੱਚ ਵੀ ਕਿਹਾ ਹੈ ਮੈਨੂੰ ਕਿਸ ਤਰ੍ਹਾਂ। ਇਸ ਚੀਜ਼ ਨੂੰ ਸਾਬਤ ਕਰਨ ਲਈ ਤੁਹਾਡੇ ਕੋਲ ਕੀ ਚੀਜ਼ ਪਈ ਹੈ? ਕੁਝ ਹੈ ਤੁਹਾਡੇ ਕੋਲ ਐਵੀਡੈਂਸ ਹੈਗਾ ਕਿ ਤੁਹਾਡੀ ਪਰਮਾਰ ਸਾਹਿਬ ਨਾਲ ਗੱਲ ਹੋਈ ਹੈ ਔਰ ਇਹ ਸਭ ਚੀਜ਼ਾਂ ਤੁਸੀਂ ਔਨ ਰਿਕਾਰਡ ਕਹਿ ਰਹੇ ਹੋ? ਦੇਖੋ, ਪਰਮਾਰ ਸਾਹਿਬ ਨੇ ਨਹੀਂ ਮਤਲਬ ਮੈਨੂੰ ਫੋਨ ਕੀਤਾ ਸੀ, ਉਹਨਾਂ ਦੇ ਡੀਐਸਪੀ ਨੇ ਫੋਨ ਕਰਕੇ ਮੈਨੂੰ ਕਿਹਾ ਸੀਗਾ ਉੱਥੇ ਦੇ ਨੇ ਕਿ ਆਪਣੇ ਜਿਹੜੇ ਡੀਜੀਪੀ ਹੈਗੇ ਆ ਸੋਤਾ ਜੀ, ਵੀ ਉਹਨਾਂ ਦਾ ਸਾਨੂੰ ਫੋਨ ਆਇਆ ਸੀ ਤੇ ਤੁਹਾਡਾ ਨੰਬਰ ਦਿੱਤਾ ਗਿਆ ਵੀ ਤੁਹਾਡੇ ਕੋਈ ਬਿਆਨ ਲੈਣੇ ਆ ਅਸੀਂ। ਤੁਹਾਡੀ ਡਾਇਰੈਕਟ ਪਰਮਾਰ ਸਾਹਿਬ ਨਾਲ ਗੱਲ ਨਹੀਂ, ਮੈਂ ਪਰਮਾਰ ਸਾਹਿਬ ਨੂੰ ਅੱਜ ਤੱਕ ਦੇਖਿਆ ਵੀ ਨਹੀਂ ਹੈਗਾ, ਮੈਂ ਜਾਣਦੀ ਵੀ ਨਹੀਂ, ਮੈਂ ਕਦੀ ਫੋਨ ਵੀ ਨਹੀਂ ਕੀਤਾ ਉਹਨਾਂ ਨੂੰ ਕਿਉਂਕਿ ਜੋ ਕੰਮ ਉਹਨਾਂ ਦੀ ਟੀਮ ਕਰ ਰਹੀ ਸੀਗੀ ਤਾਂ ਆਪਾਂ ਹਾਈ ਅਥਾਰਟੀ ਤੱਕ ਪਹੁੰਚ ਵੀ। ਹਾਂ, ਮੇਰੇ ਜਿਹੜਾ ਮੈਂ ਕੇਸ ਕੀਤਾ ਇਹਦੀ ਜ਼ਰੂਰ ਨੋਟੀਫਿਕੇਸ਼ਨ ਉਹਨਾਂ ਤੱਕ ਪਹੁੰਚੀ ਸੀ, ਫਿਰ ਉਸ ਦੇ ਬਾਵਜੂਦ ਵੀ ਸਾਲ ਹੋ ਗਿਆ ਹੁਣ। ਮੀਮਸਾ ਜੀ, ਸਿੱਟ ਨੇ ਤਾਂ ਕਹਿਤਾ ਕਿ ਕੋਈ ਪੋਲੀਟੀਕਲ ਪਾਰਟੀ ਦੀ ਇਨਵੋਲਵਮੈਂਟ ਨਹੀਂ ਹੈਗੀ ਹੈ। ਸੁਨਾਰੀਆ ਜੇਲ੍ਹ ਦੇ ਵਿੱਚ ਜਦੋਂ ਸਵਾਲ ਜਵਾਬ ਹੁੰਦੇ ਆ ਰਾਮ ਰਹੀਮ ਤੋਂ, ਉਹ ਵੀ ਵਾਰ-ਵਾਰ ਉਹਨਾਂ ਸਵਾਲਾਂ ਦੇ ਵਿੱਚ ਵੀ ਘੱਟ ਤੋਂ ਘੱਟ 180 ਦੇ ਨੇੜੇ ਤੇੜੇ ਸਵਾਲ ਜਵਾਬ ਸੀਗੇ। ਉਹਨਾਂ ਸਵਾਲਾਂ ਦੇ ਵਿੱਚ ਵਾਰ-ਵਾਰ ਇਹ ਸਵਾਲ ਕੀਤਾ ਗਿਆ ਕਿ ਤੁਹਾਡਾ ਪੋਲੀਟੀਕਲ ਵਿੰਗ ਤੇ ਕਿਹੜੀ ਪੋਲੀਟੀਕਲ ਪਾਰਟੀ ਦੇ ਨਾਲ ਤੁਹਾਡਾ ਤਾਲੁਕਾਤ ਰਿਹਾ। ਉਹ ਸਾਫ਼-ਸਾਫ਼ ਚੀਜ਼ਾਂ ਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਸਾਡਾ ਰਾਮ ਰਹੀਮ ਨੇ ਇਹ ਚੀਜ਼ ਕਹੀ ਹੈ ਔਨ ਰਿਕਾਰਡ ਕਿ ਨਹੀਂ, ਮੇਰਾ ਕਿਸੇ ਵੀ ਪੋਲੀਟੀਕਲ ਪਾਰਟੀ ਨਾਲ ਜਾਂ ਡੇਰੇ ਦਾ ਕਿਸੇ ਪੋਲੀਟੀਕਲ ਪਾਰਟੀ ਦੇ ਨਾਲ ਕੋਈ ਰਿਸ਼ਤਾ ਨਹੀਂ ਰਿਹਾ। ਸਿੱਟ ਨੇ 467 ਪੇਜਾਂ ਦੀ ਜਿਹੜੀ ਰਿਪੋਰਟ ਮਾਨ ਸਾਹਿਬ ਕੋਲ ਭੇਜੀ, ਉਸ ਤੋਂ ਬਾਅਦ ਮਾਨ ਸਾਹਿਬ ਨੇ ਸਿੱਖ ਆਗੂਆਂ ਕੋਲ ਭੇਜੀ।
ਉਹਦੇ ਵਿੱਚ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਪੋਲੀਟੀਕਲ ਪਾਰਟੀ ਦੀ ਕੋਈ ਵੀ ਇਨਵੋਲਵਮੈਂਟ ਨਹੀਂ ਹੈਗੀ ਹੈ। ਇਹ ਸਿੱਟ ਦੀ ਰਿਪੋਰਟ ਕਹਿ ਰਹੀ ਹੈ। ਬਿਲਕੁਲ, ਮੈਂ ਵੀ ਕੱਲ ਸੁਣਿਆ ਸੀਗਾ ਕਿ ਸਿੱਟ ਦੀ ਰਿਪੋਰਟ ਇਹ ਕਹਿ ਰਹੀ ਹੈ, ਬਟ ਮੈਂ ਕਹਿ ਰਹੀ ਹਾਂ, ਦਾਅਵੇ ਦੇ ਨਾਲ ਕਹਿ ਰਹੀ ਹਾਂ, ਪੋਲੀਟੀਕਲ ਪਾਰਟੀਜ਼ ਆਰ ਇਨਵੋਲਵਡ ਇਨ ਦੀ ਕੇਸ। ਕਿਉਂ? ਸੁਖਬੀਰ ਜੀ ਕਿਉਂ ਮਿਲ ਰਹੇ ਸੀ ਹਰਸ਼ ਨੂੰ? ਉਹਨਾਂ ਦੀ ਸਰਕਾਰ ਦੇ ਟਾਈਮ 2015-16 ਦੇ ਵਿੱਚ ਇਹ ਵਾਰਦਾਤ ਹੋਈ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਚੋਰੀ ਹੋਈ ਹੈ ਜਿਹੜੀ, ਉਹ ਉਸ ਟਾਈਮ ਹੋਈ ਹੈ। ਔਰ ਉਸ ਮੁੰਡੇ ਤੇ ਪਰਚਾ, ਉਹ ਗ੍ਰਹਿ ਮੰਤਰੀ ਸੀਗੇ, ਉਹਨਾਂ ਨੂੰ ਕੀ ਪਤਾ ਨਹੀਂ ਸੀ ਕਿ ਇਹ ਅਰਸ਼ਟੋਰੀ ਹੈ, ਵੀ ਜਿਹਨੇ ਇਸ ਨੂੰ ਇਲਜ਼ਾਮ ਨੂੰ ਉਹ ਕੀਤਾ ਹੈਗਾ, ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ, ਕਿ ਸੁਖਬੀਰ ਜੀ ਬਾਈ ਨੇਮ ਜਾਣਦੇ ਨਹੀਂ ਸੀ ਉਹਨਾਂ ਨੂੰ? ਔਰ ਉਹ ਕਿਸ ਤਰ੍ਹਾਂ ਦਾ ਉਹਨਾਂ ਦਾ ਅਰੇਂਜਮੈਂਟ ਕਰ ਰਹੇ ਸੀ ਕਿ ਉਹ ਜਾਣਦੇ ਨਹੀਂ ਸੀ ਕਿ ਉਹ ਫੋਨ ਕਰਕੇ ਕਹਿੰਦੇ ਯਾਰ ਫੋਨ ਫਾਨ ਤਾਂ ਕਰ ਲਿਆ ਕਰੋ, ਮੈਨੂੰ ਮਰਵਾਓਗੇ ਕਿਸੇ ਦਿਨ। ਕਿ ਸੁਖਬੀਰ ਜੀ ਅਨਨੋਨ ਸੀ ਇਸ ਚੀਜ਼ਾਂ ਤੋਂ? ਨਹੀਂ, ਜਾਣਦੇ ਹੋਣਗੇ। ਇਹ ਸਾਰੀ ਚੀਜ਼ਾਂ ਜਾਣਦੇ ਹੋਏ ਵੀ ਦੇਖੋ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ, ਬਟ ਪੁਲਿਸ ਪ੍ਰਸ਼ਾਸਨ ਹੈ ਜਿਹੜਾ, ਉਹਨਾਂ ਦੇ ਕਿਤੇ ਨਾ ਕਿਤੇ ਇਸ ਤਰ੍ਹਾਂ ਦੀ ਇਨਵੋਲਵਮੈਂਟ ਹੋ ਜਾਂਦੀ ਹੈ ਲੀਡਰਸ਼ਿਪ ਦੇ ਨਾਲ ਕਿ ਉਹ ਆਪਣੇ ਆਪ ਨੂੰ ਕੱਟ ਆਫ ਨਹੀਂ ਕਰ ਸਕਦੇ। ਮੈਂ ਸਮਝਦੀ ਹਾਂ, ਦੇਖੋ ਜਿਹੜੀ ਇੱਕ ਗੱਲ ਉਹਨਾਂ ਨੇ ਕਹਿਤੀ ਕਿ ਡੇਰਾ ਪ੍ਰੇਮੀ ਹੀ ਇਸ ਦੇ ਵਿੱਚ ਭਾਗੀਦਾਰੀ ਨੇ, ਬਟ ਮੈਂ ਦਾਅਵੇ ਦੇ ਨਾਲ ਅੱਜ ਵੀ ਕਹਿ ਰਹੀ ਹਾਂ, ਗੁਰੂ ਗ੍ਰੰਥ ਸਾਹਿਬ ਨੂੰ ਹਾਜ਼ਰ ਨਾਜ਼ਰ ਮੰਨ ਕੇ, ਕਿ ਅਗਰ ਡੇਰਾ ਪ੍ਰੇਮੀ ਇਨਵੋਲਵ ਸੀ, ਫਿਰ ਉਹਨਾਂ ਨੂੰ ਮਾਫੀਨਾਮਾ ਕਿੱਥੋਂ ਮਿਲਿਆ? ਫਿਰ ਉਹਨਾਂ ਦੀ ਫਿਲਮਾਂ ਕਿਉਂ ਚੱਲੀਆਂ? ਫਿਰ ਬੀਬਾ ਹਰਸਿਮਰਤ ਦੀ ਸਪੋਰਟ ਵਾਸਤੇ ਕਿੱਥੇ ਜਾ ਕੇ ਉਹਨਾਂ ਨੇ ਸਾਜ਼ਿਸ਼ਾਂ ਘੜੀਆਂ? ਕਿਹੜੀ ਮੋਟਰ ਤੇ ਗਏ, ਕਿਹਨਾਂ ਨਾਲ ਗਏ, ਉਹ ਸਾਰੇ ਮੈਨੂੰ ਪਤਾ ਹੈ। ਬਟ ਜਿਹੜੇ ਕਹਿੰਦੇ ਨੇ ਨਾ ਕਿ ਉਹ ਫਿਲਮ ਨਹੀਂ ਚੱਲ ਰਹੀ ਸੀ, ਇਸ ਕਰਕੇ ਡੇਰਾ ਪ੍ਰੇਮੀਆਂ ਦੇ ਮਨ ਦੇ ਵਿੱਚ ਰੋਸ਼ ਆਇਆ ਤੇ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਚੋਰੀ ਕੀਤੀ ਤੇ ਬੇਅਦਬੀ ਕੀਤੀ। ਮੈਮ ਸਾਹਿਬ ਜੀ, ਇੱਕ ਚੀਜ਼ ਦੱਸੋ, ਤੁਸੀਂ ਇੱਕ ਚੀਜ਼ ਦਾ ਜ਼ਿਕਰ ਕੀਤਾ, ਜਦੋਂ ਤੁਸੀਂ ਐਸਐਸਪੀ ਰਜਿੰਦਰ ਸੋਲ ਨੂੰ ਮਿਲਦੇ ਹੋ ਪਹਿਲੀ ਵਾਰੀ, ਉਹ ਤੁਹਾਡੇ ਕੋਲੋਂ ਪੁੱਛਦੇ ਆ, ਜਿਵੇਂ ਤੁਸੀਂ ਕਹਿੰਦੇ ਹੋ ਹਲਕੀ ਜਿਹੀ ਆਵਾਜ਼ ਦੇ ਵਿੱਚ, ਕਿ ਹਰਸ਼ ਧੁਰੀ ਨੂੰ ਜਾਣਦੇ ਹੋ। ਤੁਸੀਂ ਉਸ ਵਕਤ ਤੁਹਾਡੇ ਜ਼ਿਹਨ ਦੇ ਵਿੱਚ ਇਹ ਖਿਆਲ ਆਉਂਦਾ ਹੈ ਕਿ ਤੁਹਾਡਾ ਰਿਸ਼ਤਾ, ਤੁਹਾਡਾ ਤਾਲੁਕਾਤ ਬਾਦਲ ਫੈਮਿਲੀ ਦੇ ਨਾਲ ਚੰਗਾ ਹੈ, ਉਸ ਵਕਤ ਤੁਸੀਂ ਜ਼ੁਬਾਨ 'ਤੇ ਜ਼ਿਪ ਲਗਾ ਕੇ ਉੱਥੋਂ ਆ ਜਾਂਦੇ ਹੋ। ਫਿਰ ਦੂਜੀ ਵਾਰੀ ਤੁਸੀਂ ਜਾ ਕੇ ਸਪੈਸ਼ਲੀ ਮੀਟਿੰਗ ਕਰਦੇ ਹੋ, ਉਹਨਾਂ ਨੂੰ ਦੱਸਦੇ ਹੋ ਕਿ ਤੁਸੀਂ ਉਹਨਾਂ ਨੂੰ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਨਾਲ ਦੇਖਿਆ। ਮੈਨੂੰ ਇਹ ਜਿਹੜਾ ਗੈਪ ਹੈਗਾ ਇਹਦੇ ਵਿੱਚ, ਇਹ ਇੰਜ ਕਿਉਂ ਲੱਗਦਾ ਪਿਆ ਕਿ ਪਹਿਲੀ ਵਾਰੀ ਜਦੋਂ ਤੁਸੀਂ ਚੁੱਪ ਕੀਤੇ, ਉੱਥੇ ਨਹੀਂ ਤੁਸੀਂ ਬੋਲੇ, ਉਦੋਂ ਸ਼ਾਇਦ ਤੁਹਾਡਾ ਕੋਈ ਸਿਆਸੀ ਮਫਾਦ ਹੋਏਗਾ ਜਾਂ ਤੁਸੀਂ ਕੋਈ ਪੋਲੀਟੀਕਲੀ ਬੈਨੀਫਿਟ ਲੈਣਾ ਚਾਹ ਰਹੇ ਹੋਗੇ ਅਕਾਲੀ ਦਲ ਦੇ ਕੋਲੋਂ। ਔਰ ਜਦੋਂ ਦੂਜੀ ਵਾਰੀ ਤੁਸੀਂ ਜਾ ਕੇ ਮਿਲਦੇ ਹੋ ਤਾਂ ਮੈਨੂੰ ਇੰਜ ਕਿਉਂ ਲੱਗਦਾ ਹੈਗਾ ਕਿ ਉਹ ਤੁਹਾਡਾ ਜਿਹੜਾ ਸਿਆਸੀ ਜਾਂ ਪੋਲੀਟੀਕਲ ਪ੍ਰੋਫਿਟ ਤੁਸੀਂ ਲੈਣਾ ਚਾਹ ਰਹੇ ਸੀ, ਬੈਨੀਫਿਟ ਲੈਣਾ ਚਾਹ ਰਹੇ ਸੀ, ਉਹ ਪੂਰਾ ਨਹੀਂ ਹੋਇਆ, ਇਸ ਕਰਕੇ ਤੁਸੀਂ ਰੰਜਿਸ਼ ਦੀ ਭਾਵਨਾ ਦੇ ਨਾਲ ਇਹਨਾਂ ਚੀਜ਼ਾਂ ਤੇ ਉਤਰ ਆਏ? ਨਹੀਂ, ਐਵੇਂ ਦਾ ਕੁਝ ਨਹੀਂ ਸੀਗਾ। ਦੇਖੋ ਜਦ ਇਲੈਕਸ਼ਨ ਨੇੜੇ ਸੀਗੀ, ਉਦੋਂ ਵੀ ਕੋਈ ਟਿਕਟਾਂ ਬਾਰੇ ਕੋਈ ਗੱਲ ਨਹੀਂ ਚੱਲੀ ਸੀਗੀ। ਬਸ ਇਹ ਸੀ, ਮੈਂ ਬੀਬਾ ਜੀ ਨੂੰ ਓਬਵੀਅਸਲੀ ਮਿਲਦੀ ਸੀ, ਦਿੱਲੀ ਵੀ ਜਾ ਕੇ ਮਿਲ ਕੇ ਆਈ ਹਾਂ। ਜਦ ਮੈਂ ਇਹਨਾਂ ਨੂੰ ਮਿਲੀ ਸੀਗੀ ਆਪਣੇ IG ਸਾਹਿਬ ਨੂੰ, ਤੇ ਉਦੋਂ ਵੀ ਮੈਂ ਦਿੱਲੀ ਜਾ ਕੇ ਮਿਲ ਕੇ ਆਈ ਸੀ ਥੋੜ੍ਹੇ ਕੁ ਦਿਨ ਪਹਿਲਾਂ। ਮੇਰੇ ਮਨ ਦੇ ਵਿੱਚ ਇਸ ਤਰ੍ਹਾਂ ਦਾ ਕੁਝ ਨਹੀਂ ਸੀ ਕਿ ਮੈਂ ਪਾਰਟੀ ਛੱਡੂੰਗੀ ਜਾਂ ਮੈਂ ਪਾਰਟੀ ਮੈਨੂੰ ਕੁਝ ਫੁੱਲਫਿਲ ਨਹੀਂ ਕਰੀ, ਕਿਉਂਕਿ ਬੀਬਾ ਜੀ ਚਾਹੁੰਦੇ ਸੀ ਵੀ ਮੇਰੇ ਨਾਲ ਰਹੋ। ਮੈਨੂੰ ਇਹ ਲੱਗ ਰਿਹਾ ਸੀ ਵੀ ਸਰਕਾਰ ਬਣੇਗੀ, ਬੀਬਾ ਜੀ ਵਿਲ ਬੀ ਦਾ CM ਵਾਈਫ, ਔਰ ਓਬਵੀਅਸਲੀ ਮੇਰੀ ਸਾਰੀ ਜਗ੍ਹਾ ਚੱਲੇਗੀ। ਦੇਖੋ ਅਗਰ ਮੈਂ MLA ਟਿਕਟ ਮੰਗਦੀ, ਮੈਂ ਕਿਤੇ MLA ਦੀ ਤਿਆਰੀ ਵੀ ਕਰਦੀ ਨਾ, ਉਸ ਅਸੈਂਬਲੀ ਵਾਸਤੇ ਤਿਆਰੀ ਵੀ ਕਰਦੀ, ਆਪਣੀ ਨਿਊਜ਼ ਦੇ ਵਿੱਚ ਦਿੰਦੀ, ਆਪਣੇ ਮੀਡੀਆ 'ਚ ਜਾਂਦੀ, ਆਪਣੀ ਗੱਲ ਰੱਖਦੀ। ਬਟ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਸੀ। ਮੈਂ ਸੁਖਬੀਰ ਜੀ ਨੂੰ ਕਦੀ ਕਿਹਾ ਹੀ ਨਹੀਂ ਕਿ ਆਈ ਐਮ ਇੰਟਰਸਟਡ ਟੂ ਫਾਈਟ ਦ ਇਲੈਕਸ਼ਨ। ਚਰਨਜੀਤ ਬਰਾੜ ਵੀਰ ਜੀ ਨੇ ਜਦ ਮੈਨੂੰ ਜੁਆਇਨ ਕੀਤਾ ਸੀ, ਇਵਨ ਦੈਨ ਆਲਸੋ ਹੀ ਟੋਲਡ ਮੀ ਦੈਟ ਵੀ ਵਿਲ ਨਾਟ ਗਿਵ ਯੂ ਟਿਕਟ, ਜਸਟ ਜੁਆਇਨ ਦ ਪਾਰਟੀ। ਮੈਂ ਕਿਹਾ ਸੀ ਹਾਂ ਠੀਕ ਹੈ। ਉਹਨਾਂ ਨੇ ਕਿਹਾ ਭਦੌੜ ਸਾਡਾ ਆਲਰੇਡੀ ਇੱਕ ਕੈਂਡੀਡੇਟ ਫਾਈਨਲ ਹੈ, ਉਹੀ ਇਲੈਕਸ਼ਨ ਲੜੇਗਾ, ਤੁਸੀਂ ਉੱਥੇ ਇੰਟਰਫੇਅਰ ਨਹੀਂ ਕਰਨਾ। ਔਰ ਮੈਂ ਕਦੀ ਗਈ ਵੀ ਨਹੀਂ ਭਦੌੜ। ਦੂਸਰਾ, ਜਦ ਮੈਨੂੰ ਬੀਬਾ ਜੀ ਦੇ ਵਾਸਤੇ ਮੁੱਖ ਸਲਾਹਕਾਰ ਦੇ ਤੌਰ 'ਤੇ ਉਹਨਾਂ ਨਾਲ ਅਟੈਚ ਕਰਤਾ, ਮੈਂ ਬਹੁਤ ਇੰਟਰਸਟ ਲੈ ਕੇ, ਦੇਖੋ ਕਰੋਨਾ ਦੇ ਡਿਊਰਿੰਗ ਵੀ ਮੈਂ ਬੀਬਾ ਜੀ ਵਾਸਤੇ ਕੰਮ ਕੀਤਾ। ਬੀਬਾ ਜੀ ਨੋ ਦਿਸ ਕਿ ਮੀਮਸਾ ਨੇ ਬਿਨਾਂ ਸਵਾਰਥ, ਅੱਜ ਤੱਕ ਮੈਂ ਬੀਬਾ ਜੀ ਬਾਦਲ ਪਰਿਵਾਰ ਦਾ 1 ਰੁਪਈਆ ਲੈ ਕੇ ਆਪਣੇ ਪਾਰਟੀ ਬੈਨੀਫਿਟ ਵਾਸਤੇ ਨਹੀਂ ਲਿਆ। ਇੱਕ ਕੰਮ ਵੀ ਬੀਬਾ ਜੀ ਤੋਂ ਹੈਲਪ ਨਹੀਂ ਲਈ ਕਿ ਮੇਰਾ ਆਹ ਸਵਾਰਥ ਠੀਕ ਹੋ ਜਾਏ ਜਾਂ ਮੇਰਾ ਆਹ ਕੰਮ ਕਰ ਦਿਓ, ਮੈਂ ਕਦੀ ਵੀ ਨਹੀਂ ਲਿਆ। ਔਰ ਰਹੀ ਗੱਲ ਕੌਣ ਬੰਦਾ ਇਹੋ ਜਿਹਾ ਹੈ, 2018 ਦੇ ਵਿੱਚ ਜਦ ਮੈਂ ਅਕਾਲੀ ਦਲ ਜੁਆਇਨ ਕਰਦੀ ਹਾਂ, ਕਾਂਗਰਸ ਦੀ ਸਰਕਾਰ ਸੀ, ਉਹਨਾਂ ਨੇ ਕਿਹੜਾ ਮੈਨੂੰ ਧੱਕੇ ਮਾਰ ਕੇ ਕਾਂਗਰਸ ਨੇ ਕੱਢਿਆ ਸੀਗਾ। ਸੋ ਮੈਨੀ ਟਾਈਮਸ ਕੇਮ, MP ਇਲੈਕਸ਼ਨ ਆਈ, ਸਰਪੰਚੀ ਇਲੈਕਸ਼ਨ ਆਈ, MC ਇਲੈਕਸ਼ਨਸ ਆਈ, ਆਈ ਕੈਨ ਜੁਆਇਨ ਇਟ ਈਜ਼ੀਲੀ, ਮੈਂ ਜੁਆਇਨ ਕਰ ਸਕਦੀ ਹਾਂ ਕਾਂਗਰਸ ਪਾਰਟੀ। ਔਰ ਮੈਨੂੰ ਇਹ ਵੀ ਵਿਸ਼ਵਾਸ ਸੀ ਮੇਰਾ ਕੰਮ ਨੂੰ ਦੇਖਦੇ ਹੋਏ ਕਿ ਜਿਹੜੀ ਕਾਂਗਰਸ ਪਾਰਟੀ ਹੈ ਮੈਨੂੰ ਬਹੁਤ ਮਾਣ ਸਤਿਕਾਰ ਦੇ ਕੇ ਵਧੀਆ ਅਹੁਦੇ 'ਤੇ ਨਿਵਾਜ ਸਕਦੀ ਸੀ, ਕਿਉਂਕਿ ਮੈਂ ਪੰਜਾਬ ਦੀ ਸੈਕਟਰੀ ਰਿਟਾਇਰ ਹੋਈ ਸੀ ਜਦ ਮੈਂ ਪਾਰਟੀ ਛੱਡੀ ਸੀਗੀ। ਔਰ ਮੈਂ ਇਲੈਕਸ਼ਨ ਕਮਿਸ਼ਨ 'ਚ RO ਦੇ ਤੌਰ 'ਤੇ ਕੰਮ ਕਰਦੀ ਸੀ। ਮੈਨੂੰ ਅਵਾਰਡ ਵੀ ਮਿਲਿਆ ਹੋਇਆ ਬੈਸਟ ਵਰਕਰ ਦਾ ਰਾਹੁਲ ਜੀ ਵੱਲੋਂ। ਦੇਖੋ ਇੰਨਾ ਸਭ ਹੁੰਦੇ ਹੋਏ ਵੀ ਪਤਾ ਨਹੀਂ, ਕਹਿ ਲਓ ਕਿ ਹਾਲਾਤ ਹੀ ਇਸ ਤਰ੍ਹਾਂ ਦੇ ਬਣ ਗਏ ਸੀ ਵੀ ਮੈਨੂੰ ਲੱਗ ਰਿਹਾ ਸੀਗਾ ਵੀ ਮੇਰਾ ਅਕਾਲੀ ਦਲ 'ਚ ਜਾਣਾ ਬਹੁਤ ਜ਼ਰੂਰੀ ਹੈ। ਇਵਨ ਆਈ ਫਾਈਟ ਵਿਦ ਮਾਈ ਹਸਬੈਂਡ ਆਲਸੋ ਕਿ ਇਹ ਕਹਿੰਦੇ ਸੀ ਉਹ ਕੌਣ ਮੂਰਖ ਹੈ, ਸਰਕਾਰ ਬੰਦੀ ਛੱਡ ਕੇ ਦੂਜੀ ਪਾਰਟੀ 'ਚ ਜਾਂਦਾ। ਆਈ ਟੋਲਡ ਹਿਮ ਦੈਟ ਨਹੀਂ, ਮੇਰਾ ਤਾਂ ਮਨ ਕਰਦਾ ਵੀ ਮੈਂ ਬੀਬਾ ਜੀ ਨੂੰ ਇੱਕ ਵਾਰ ਮਿਲਾਂ, ਮੇਰਾ ਬਹੁਤ ਮਨ ਕਰਦਾ ਮੈਂ ਵੱਡੇ ਬਾਲ ਸਾਹਿਬ ਨੂੰ ਮਿਲਾਂ। ਤੇ ਕਹਿੰਦੇ ਮਿਲਣਾ ਹੋਰ ਚੀਜ਼ ਹੁੰਦੀ ਹੈ, ਬਟ ਪਾਰਟੀ ਛੱਡ ਕੇ ਦੂਜੀ ਪਾਰਟੀ 'ਚ ਜਾਣਾ, ਪੈਰ ਲਗਾਉਣਾ ਬਹੁਤ ਔਖਾ ਹੁੰਦਾ ਹੈ।
एवरी लीडर, कोई भी स्थापित लीडर है 10 बार सोच के पार्टी बदलता है, बट मैं अननोइंगली ਤੁਹਾਡਾ ਸਿਆਸੀ ਭਵਿੱਖ ਕੀ ਹੈ? ਵਾਹਿਗੁਰੂ ਸੱਚੇ ਪਾਤਸ਼ਾਹ, ਕਿਉਂਕਿ ਜੋ ਮੈਂ ਸਟੈਪ ਚੱਕਿਆ ਐਡਾ ਵੱਡਾ, ਮੈਨੂੰ ਲੱਗਦਾ ਹੈ ਕਿ ਅਗਰ ਇਹ ਸੱਚੇ ਤੇ ਤੌਰ ਤੇ ਅੱਗੇ ਆ ਜਾਂਦਾ ਹੈ ਤਾਂ ਮੈਂ ਸਮਝਦੀ ਹਾਂ ਸਭ ਕੁਝ ਮਿਲ ਜਾਂਦਾ ਹੈ। ਕਿਉਂਕਿ ਮੈਨੂੰ ਕੋਈ ਅੱਜ ਵੀ ਲਾਲਚ ਨਹੀਂ, ਕੋਈ ਪਾਰਟੀ ਮੈਨੂੰ ਕੋਈ ਦੇਖੋ ਕੋਈ ਅਹੁਦੇ ਤੋਂ ਲਾਲਚ ਨਹੀਂ, ਕੋਈ ਪਾਰਟੀ 'ਚ ਜੁਆਇਨਿੰਗ ਤੋਂ ਲਾਲਚ ਨਹੀਂ। ਈਵਨ ਮੈਨੂੰ ਹੁਣ ਇਲੈਕਸ਼ਨਾਂ ਦੇ ਟਾਈਮ ਆਮ ਆਦਮੀ ਪਾਰਟੀ ਵੱਲੋਂ ਵੀ ਆਫਰ ਆਈ ਸੀ ਵੀ ਜੁਆਇਨ, ਹੁਣ ਬਾਈ ਇਲੈਕਸ਼ਨ ਹੋਈ ਹੈ ਤਦ ਵੀ ਮੈਨੂੰ ਆਫਰ ਆਈ ਹੈ ਕਿ ਤੁਸੀਂ ਜੁਆਇਨ ਕਰੋ। ਮੈਂ ਬਾਈ ਇਲੈਕਸ਼ਨ ਦੇ ਵਿੱਚ ਇੰਟਰਫੇਅਰ ਵੀ ਨਹੀਂ ਕੀਤਾ। ਮੈਂ ਕਿਸੇ ਅੱਜ ਵੀ ਔਨ ਰਿਕਾਰਡ ਕੋਈ ਬੰਦਾ ਕਹਿ ਦੇ ਕਿ ਮੀਮਸਾ ਨੂੰ ਉੱਥੇ ਪ੍ਰਚਾਰ ਕਰਦੇ ਪਾਇਆ ਗਿਆ ਫਲਾਨੀ ਪਾਰਟੀ ਦੇ ਸੰਬੰਧ ਦੇ ਵਿੱਚ, ਮੈਂ ਸਿੰਪਲੀ ਵੋਟ ਵਾਲੇ ਦਿਨ ਗਈ, ਆਪਣੀ ਵੋਟ ਡਾਲੀ ਔਰ ਮੈਂ ਵਾਪਸ ਆ ਗਈ। ਮੈਂ ਕਿਸੇ ਨੂੰ ਇਹ ਨਹੀਂ ਕਿਹਾ ਕਿ ਮੈਂ ਤੁਹਾਡੀ ਸਪੋਰਟ ਕਰਦੀ ਜਾਂ ਉਸ ਦੀ ਸਪੋਰਟ ਕਰਦੀ ਹਾਂ। ਦੇਖੋ ਅਗਰ ਆਪਾਂ ਸਹੀ ਮਾਇਨੇ 'ਚ ਇਨਸਾਫ ਚਾਹੁੰਦੇ ਗੁਰੂ ਗ੍ਰੰਥ ਸਾਹਿਬ ਵਾਸਤੇ ਤਾਂ ਸਭ ਤੋਂ ਪਹਿਲਾਂ ਆਪਣੀ ਮਨਸ਼ਾਵਾਂ ਆਪਾਂ ਨੂੰ ਤਿਆਗਣੀਆਂ ਪੈਣਗੀਆਂ, ਕਿਉਂਕਿ ਕੁਰਬਾਨੀਆਂ ਦੇਣੀ ਪੈਂਦੀਆਂ ਨੇ। ਗੁਰੂ ਮਹਾਰਾਜ ਨੇ ਵੀ ਤਾਂ ਆਪਣੇ 4 ਪੁੱਤਰ ਵਾਰਤੇ ਸੀਗੇ ਸਿੱਖ ਕੌਮ ਨੂੰ ਸਥਾਪਿਤ ਕਰਨ ਵਾਸਤੇ, ਅਤੇ ਮੇਰੇ ਵਾਸਤੇ ਵੀ ਇਹ ਕੋਈ ਸਿਆਸਤ ਸਭ ਕੁਝ ਨਹੀਂ ਹੁੰਦੀ। ਸਿਆਸਤ ਨੂੰ ਟਾਈਮ ਦੇ ਨਾਲ ਇਤਿਹਾਸ ਰਚਣ ਵਾਸਤੇ ਆਪਣੇ ਆਪ ਇੱਕ ਪਲੇਟਫਾਰਮ ਮਿਲ ਜਾਂਦਾ ਹੈ, ਜੋ ਮੇਰਾ ਨਜ਼ਰੀਆ ਹੈ, ਮੈਂ ਸਮਝਦੀ ਹਾਂ। ਕਿਉਂਕਿ ਸਿਆਸਤ ਵੀ ਉਹੀ ਹੈ ਜੋ ਆਪਾਂ ਹੈਗੇ ਹਾਂ। ਅਗਰ ਮੈਂ ਅੱਜ ਇਹ ਆਵਾਜ਼ ਚੁੱਕ ਰਹੀ ਹਾਂ ਤਾਂ ਮੇ ਵੀ ਲੌਂਗ ਟਰਮ 'ਚ ਹਿਸਟਰੀ ਬਣ ਕੇ ਰਿਪੀਟ ਹੋਏਗੀ ਔਰ ਇੱਕ ਸਿਆਸਤ ਹੋਏਗੀ। ਸੋ ਦੋਸਤੋ, ਤੁਸੀਂ ਸੁਣ ਰਹੇ ਸੀਗੇ ਰਜਿੰਦਰ ਕੌਰ ਮੀਮਸਾ ਨੂੰ। ਸਿੱਟ ਨੇ ਕਿਹਾ ਕਿ ਕਿਸੇ ਵੀ ਪੋਲੀਟੀਕਲ ਪਾਰਟੀ ਦੀ ਜੋ ਕੁਝ ਵੀ ਬਹਿਬਲ ਕਲਾਂ ਜਾਂ ਬਰਗਾੜੀ ਦੇ ਵਿੱਚ ਹੋਇਆ, ਉਹਦੇ ਵਿੱਚ ਕਿਸੇ ਵੀ ਸਿਆਸੀ ਪਾਰਟੀ ਦੀ ਕੋਈ ਸ਼ਮੂਲੀਅਤ ਨਹੀਂ ਸੀ। ਲੇਕਿਨ ਇਹਨਾਂ ਦੀ ਆਪਣੀ ਇਹ ਖੁਦ ਕਹਿੰਦੇ ਵੀ ਕਿ ਇਹਨਾਂ ਨੇ ਆਪਣੀ ਅੱਖੋਂ ਇਹਨਾਂ ਦੇ ਦੇਖੇ ਜੋ ਉੱਥੋਂ ਦੇ ਮੰਜ਼ਰ ਸੀਗੇ ਔਰ ਵੱਡੇ ਸਿਆਸੀ ਲੀਡਰ ਦਾ ਵੀ ਨਾਮ ਲੈਂਦੇ, ਔਰ ਜਿਸ ਤਰੀਕੇ ਦੇ ਨਾਲ ਇਹ ਕਹਿੰਦੇ ਆ ਕਿ ਹਰਸ਼ ਧੁਰੀ ਨੂੰ ਉਹਨਾਂ ਨੇ ਇੱਕ ਵੱਡੇ ਸਿਆਸੀ ਲੀਡਰ ਦੇ ਨਾਲ ਦੇਖਿਆ, ਉਹਦੇ ਨਾਲ ਇਹ ਸਾਫ਼-ਸਾਫ਼ ਕਹਿੰਦੇ ਨੇ ਕਿ ਸਿੱਟ ਦੇ ਕੋਲ ਵੀ ਇਹਨਾਂ ਨੇ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਔਰ ਇਹਨਾਂ ਨੇ ਇਹ ਵੀ ਕੋਸ਼ਿਸ਼ ਕੀਤੀ ਕਿ ਇਹਨਾਂ ਦੇ ਜੋ ਬਿਆਨ ਨੇ ਉਹ ਦਰਜ ਕਰਵਾਏ ਜਾਣ। ਇਸ ਤੋਂ ਇਲਾਵਾ ਇਹਨਾਂ ਨੇ ਪੰਜਾਬ ਹਰਿਆਣਾ ਹਾਈ ਕੋਰਟ ਦਾ ਵੀ ਰੁਖ ਕੀਤਾ ਔਰ ਵਾਇਆ ਕੋਰਟ ਜਾਂ ਕੋਰਟ ਦੇ ਮਾਧਿਅਮ ਰਾਹੀਂ ਇਹਨਾਂ ਨੇ ਕੋਸ਼ਿਸ਼ ਕੀਤੀ ਕਿ ਜੋ ਇਹਨਾਂ ਨੇ ਦੇਖਿਆ ਔਰ ਉਸ ਦੇ ਦੇਖਣ ਦੇ ਨਾਲ ਇਹ ਆਪਣੇ ਬਿਆਨ ਜੋ ਹੈਗੇ ਨੇ ਉਹਦੇ ਵਿੱਚ ਵੀ ਦਰਜ ਕਰਾਉਣ। ਲੇਕਿਨ ਹਾਲੇ ਤੱਕ ਇਹ ਕਹਿੰਦੇ ਨੇ ਕਿ ਜੋ 467 ਪੇਜਾਂ ਦੀ ਰਿਪੋਰਟ ਜੋ ਸਿੱਟ ਨੇ ਪੇਸ਼ ਕੀਤੀ ਹੈ ਉਹਦੇ 'ਚ ਇਹਨਾਂ ਦੇ ਬਿਆਨ ਜੋ ਸੀਗੇ ਦਰਜ ਨਹੀਂ ਕਰਵਾਏ ਗਏ। ਸਾਡੇ ਨਾਲ ਇਸ ਵਕਤ ਫੋਨ ਲਾਈਨ ਤੇ ਚਰਨਜੀਤ ਸਿੰਘ ਬਰਾੜ ਜੁੜ ਚੁੱਕੇ ਨੇ। ਕੁਝ ਸਵਾਲ ਨੇ ਉਹਨਾਂ ਕੋਲੋਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਬਰਾੜ ਸਾਹਿਬ, ਬਹੁਤ ਬਹੁਤ ਸਵਾਗਤ ਹੈ ਰੋਜ਼ਾਨਾ ਸਪੋਕਸਮੈਨ ਤੇ। ਜੀ ਧੰਨਵਾਦ ਜੀ। ਸਰ, ਸਿੱਟ ਵੱਲੋਂ ਜੋ ਰਿਪੋਰਟ ਪੇਸ਼ ਕੀਤੀ ਗਈ ਆ ਔਰ ਮਾਣਯੋਗ ਮੁੱਖ ਮੰਤਰੀ ਪੰਜਾਬ ਵੱਲੋਂ ਇਹ ਜੋ ਰਿਪੋਰਟ ਹੈਗੀ ਹੈ ਸਿੱਖ ਆਗੂਆਂ ਨੂੰ ਦੇ ਦਿੱਤੀ ਗਈ ਹੈ ਔਰ ਇਹਦੇ ਵਿੱਚ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਜੋ ਕੁਝ ਵੀ ਹੋਇਆ ਉਹਦੇ 'ਚ ਕਿਸੇ ਵੀ ਪੋਲੀਟੀਕਲ ਪਾਰਟੀ ਦਾ ਕੋਈ ਰੋਲ ਨਹੀਂ ਸੀਗਾ। ਲੇਕਿਨ ਲਗਾਤਾਰ ਰਜਿੰਦਰ ਕੌਰ ਇਸ ਚੀਜ਼ ਦੇ ਉੱਤੇ ਵਾਰ-ਵਾਰ ਇਸ ਚੀਜ਼ ਦੇ ਉੱਤੇ ਤੁਹਾਡੇ ਉੱਤੇ ਪ੍ਰਹਾਰ ਵੀ ਕਰਦੇ ਪਏ, ਅਟੈਕ ਵੀ ਕਰਦੇ ਪਏ ਆ ਕਿ ਉਹਨਾਂ ਨੇ ਜੋ ਭਗੌੜੇ ਹਰਸ਼ ਧੁਰੀ ਹੋਰੀ ਸੀ ਉਹਨਾਂ ਨੂੰ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਨਾਲ ਸਫਦਰਜੰਗ ਕੋਠੀ ਦਿੱਲੀ ਵੇਖਿਆ ਸੀਗਾ। ਇਹ ਜੋ ਵਾਰ-ਵਾਰ ਉਹਨਾਂ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਆ, ਇਸ ਨੂੰ ਤੁਸੀਂ ਕਿਸ ਤਰੀਕੇ ਦੇ ਨਾਲ ਦੇਖਦੇ ਹੋ? ਸਿਰਫ ਤੇ ਸਿਰਫ ਪੋਲੀਟੀਕਲ ਮੋਟੀਵੇਟਡ ਇਹ ਬਿਆਨ ਹੈ, ਪਰ ਮੈਂ ਸਮਝਦਾ ਕਿ ਕਾਂਗਰਸ ਪਾਰਟੀ ਦੇ ਸਮੇਂ ਦੇ ਵਿੱਚ ਸਿੱਟ ਬਣੀ ਜਿਹੜੀ ਮਾਨਯੋਗ ਹਾਈ ਕੋਰਟ ਦੇ ਹੁਕਮ ਤੇ ਬਣੀ ਸੀ ਔਰ ਉਸ ਵੇਲੇ ਅਫਸਰਾਂ ਦੀ ਚੋਣ ਹੋਈ, ਸਿੱਟ ਬਣੀ ਔਰ ਸਿੱਟ ਬਣਨ ਤੋਂ ਬਾਅਦ ਸਰਕਾਰ ਬਦਲ ਗਈ ਹੈ। ਹੁਣ ਦੇ ਮੁੱਖ ਮੰਤਰੀ ਸਾਹਿਬ ਨੇ ਉਹ ਆਪਦੀਆਂ ਸਮੇਂ-ਸਮੇਂ ਤੇ ਰਿਪੋਰਟਾਂ ਲੈ ਕੇ ਜਾਂ ਸਮੇਂ-ਸਮੇਂ ਤੇ ਆਪਦੀ ਜਿਹੜੀ ਹੈਗੀ ਹੈ ਮੌਕੇ ਦੇ ਹਿਸਾਬ ਨਾਲ ਉਹਨਾਂ ਦੀ ਖੋਜ ਪੜਤਾਲ ਕਰਕੇ ਜਾਂ ਅਫਸਰਾਂ ਦੀ ਬਣਾਈ ਹੋਈ ਸਿੱਟ ਦੀ ਰਿਪੋਰਟ ਜਿਹੜੀ ਉਹ ਜਾਰੀ ਕੀਤੀ ਹੈ। ਇਸ ਤੋਂ ਬਾਅਦ ਮੇਰਾ ਖਿਆਲ ਹੈ ਕੋਈ ਕਿੰਤੂ ਪਰੰਤੂ ਰਹਿ ਨਹੀਂ ਜਾਂਦਾ, ਕਿਉਂਕਿ ਦੋਨੋਂ ਸਰਕਾਰਾਂ ਹੀ ਸਾਡੇ ਆਪੋਜ਼ਿਟ ਸਰਕਾਰਾਂ ਨੇ, ਨਾ ਕੋਈ ਅਸੀਂ ਜਾਂਚ ਨੂੰ ਪ੍ਰਭਾਵਿਤ ਕਰ ਸਕਦੇ ਹਾਂ। ਇਸ ਕਰਕੇ ਮੇਰਾ ਖਿਆਲ ਹੈ ਕਿ ਇਹ ਸਿਰਫ ਪੋਲੀਟੀਕਲ ਮੋਟੀਵੇਟਡ ਕੋਈ ਬਿਆਨ ਹੈਗੇ ਆ ਔਰ ਇਹਨਾਂ ਬਿਆਨਾਂ ਨੂੰ ਅਸੀਂ ਸਿਰੇ ਤੋਂ ਖਾਰਜ ਕਰਦੇ ਹਾਂ। ਰਜਿੰਦਰ ਕੌਰ ਮੀਮਸਾ ਨਾਲ ਇਹ ਵੀ ਕਹਿੰਦੇ ਪਏ ਕਿ ਉਹਨਾਂ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਰਿਟ ਪਟੀਸ਼ਨ ਦਾਖਲ ਕੀਤੀ ਹੈ, ਜਿਸ ਤੋਂ ਬਾਅਦ ਉਹਨਾਂ ਨੇ ਇਹ ਕਿਹਾ ਕਿ ਜੋ ਸਿੱਟ ਸੀਗੀ ਪਰਮਾਰ ਸਾਹਿਬ ਦੀ ਉਹਦੇ ਵਿੱਚ ਉਹਨਾਂ ਦੇ ਜੋ ਬਿਆਨ ਨੇ ਉਹ ਦਰਜ ਕਰਵਾਉਣੇ ਚਾਹੀਦੇ ਆ। ਦੇਖੋ, ਜੋ ਮਾਨਯੋਗ ਹਾਈ ਕੋਰਟ ਦੇ ਵਿੱਚ ਜੇ ਕੋਈ ਰਿਟ ਹੈ ਉਹਦੇ 'ਚ ਮੇਰਾ ਤੇ ਨਾ ਤੁਹਾਡਾ ਕਿਸੇ ਦਾ ਕੋਈ ਕਿੰਤੂ ਪਰੰਤੂ ਬਣਦਾ ਹੀ ਨਹੀਂ ਹੈ। ਹੁਣ ਵੀ ਜਿਹੜੀ ਸਿੱਟ ਦੀ ਰਿਪੋਰਟ ਹੈ ਉਹ ਹਾਈ ਕੋਰਟ ਨੂੰ ਹੀ ਜਵਾਬਦੇਹ ਹੈ। ਇਸ ਕਰਕੇ ਜੇ ਮਾਨਯੋਗ ਹਾਈ ਕੋਰਟ ਨੂੰ ਕੁਝ ਲੱਗੇਗਾ ਕਿ ਉਹ ਦੇਖ ਲੈਣ ਕਿ ਮੇਰਾ ਖਿਆਲ ਹੈ ਕਿ ਕੋਈ ਕਿੰਤੂ ਪਰੰਤੂ ਕਰਨਾ ਨਹੀਂ ਚਾਹੀਦਾ ਉਨੀ ਦੇਰ। ਅੱਛਾ ਬਰਾੜ ਸਾਹਿਬ, ਰਜਿੰਦਰ ਕੌਰ ਇਹ ਵੀ ਕਹਿੰਦੇ ਨੇ ਕਿ ਤੁਸੀਂ ਉਹਨਾਂ ਦੀ ਜੁਆਇਨਿੰਗ ਕਰਵਾਈ ਸੀਗੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਔਰ ਜਦੋਂ ਰਜਿੰਦਰ ਕੌਰ ਮੀਮਸਾ ਇਸ ਤਰੀਕੇ ਦੇ ਇਲਜ਼ਾਮ ਲਗਾਉਂਦੇ ਆ ਔਰ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਛੱਡਤਾ, ਤੇ ਤੁਸੀਂ ਇਸ ਚੀਜ਼ ਨੂੰ ਕਿਸ ਤਰੀਕੇ ਦੇ ਨਾਲ ਦੇਖਦੇ ਹੋ, ਕਿਉਂਕਿ ਤੁਸੀਂ ਉਹਨਾਂ ਦੀ ਕਿਤੇ ਨਾ ਕਿਤੇ ਜੁਆਇਨਿੰਗ ਵੀ ਕਰਵਾਈ ਸੀ?
ਦੇਖੋ ਇੱਕ ਗੱਲ ਹੈ ਕਿ ਪਾਰਟੀ ਦੇ ਵਿੱਚ ਆਉਣਾ ਛੱਡ ਜਾਣਾ ਇਹ ਹਰ ਬੰਦੇ ਦਾ ਆਪਣਾ ਫੈਸਲਾ ਹੁੰਦਾ ਹੈ। ਇਸ ਕਰਕੇ ਇਹ ਉਹਨਾਂ ਦਾ ਨਿੱਜੀ ਫੈਸਲਾ ਸੀ। ਜਦੋਂ ਉਹ ਆਏ ਸੀ ਮੇਰੇ ਕੋਲੇ ਪਾਰਟੀ ਦਫ਼ਤਰੀ 2-3 ਵਾਰੀ ਆ ਕੇ ਮਿਲੇ ਤੇ ਉਸ ਤੋਂ ਬਾਅਦ ਦੀ ਪਾਰਟੀ ਜੁਆਇਨਿੰਗ ਹੋਈ। ਜਦੋਂ ਉਹਨਾਂ ਨੂੰ ਕੋਈ ਉਹਨਾਂ ਦੇ ਨਿੱਜੀ ਸਵਾਰਥ, ਕਿਉਂਕਿ ਹਰ ਬੰਦਾ ਪਾਰਟੀ 'ਚ ਜਾਂ ਸੰਸਥਾ 'ਚ ਕਿਤੇ ਕੰਮ ਕਰਦਾ ਹੈ, ਉਹਦੇ ਪਿੱਛੇ ਕੋਈ ਨਾ ਕੋਈ ਵਜ੍ਹਾ ਹੁੰਦੀ ਹੈ, ਮੋਟੀਵੇਟ ਹੁੰਦਾ ਕਿ ਕੀ ਕਰਨਾ ਮੈਂ ਅੱਗੇ। ਉਹ ਮੇਰਾ ਖਿਆਲ ਹੈ ਕਿ ਇੱਧਰੋਂ ਜਦੋਂ ਲੱਗਿਆ ਕਿ ਮੈਨੂੰ ਕਿਤੇ ਇਲੈਕਸ਼ਨ ਪਾਰਟੀ ਨਹੀਂ ਲੜਾ ਰਹੀ ਤੇ ਉਹ ਛੱਡ ਕੇ ਜਿਹੜੇ ਹੈਗੇ ਵਾਪਸ, ਮੇਰਾ ਖਿਆਲ ਮੈਨੂੰ ਤਾਂ ਇਹ ਵੀ ਨਹੀਂ ਪਤਾ ਕਾਂਗਰਸ ਪਾਰਟੀ ਚਲੇ ਗਏ ਜਾਂ ਕਿੱਥੇ ਚਲੇ ਗਏ। ਪਰ ਇਲਜ਼ਾਮ ਵੱਡੇ ਲਗਾ ਰਹੇ ਆ, ਉਹ ਉਸ ਸ਼ਖਸ ਦਾ ਜ਼ਿਕਰ ਕਰਦੇ ਆ ਹਰਸ਼ ਧੂਰੀ ਦਾ ਜੋ ਭਗੌੜਾ ਕਰਾਰ ਦਿੱਤਾ ਗਿਆ, ਔਰ ਉਹ ਸਾਫ਼ ਕਹਿੰਦੇ ਹੈਗੇ ਕਿ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਦੇ ਨਾਲ ਉਹਨਾਂ ਨੂੰ ਦੇਖਿਆ ਹੈਗਾ। ਤੁਸੀਂ ਇਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਹੋ? ਮੈਂ ਦੁਬਾਰਾ ਦੁਹਰਾ ਦਿੰਦਾ ਕਿ ਪਹਿਲੀ ਗੱਲ, ਮਾਨਯੋਗ ਹਾਈ ਕੋਰਟ ਦੇ ਵਿੱਚ ਜੇ ਕੋਈ ਉਹਨਾਂ ਨੇ ਰਿਟ ਪਾਈ ਹੈ ਤੇ ਉੱਥੇ ਆਪਦੀ ਚਾਰਾਜੋਈ ਕਰ ਰਹੇ ਹੋਣਗੇ, ਔਰ ਜੋ ਮਾਨਯੋਗ ਹਾਈ ਕੋਰਟ ਕਰੇਗਾ ਸਾਰਿਆਂ ਦੀ ਪ੍ਰਵਾਨਿਤ ਹੁੰਦਾ। ਇੱਕ ਗੱਲ। ਦੂਜੀ ਗੱਲ ਮੈਂ ਕਹੂੰਗਾ ਕਿ ਪੋਲੀਟੀਕਲ ਮੋਟੀਵੇਟਡ ਬਿਆਨ, ਇਸ ਕਰਕੇ ਹੁਣ ਤੇ 2 ਸਰਕਾਰਾਂ ਦੀ ਸਿੱਟ ਨੇ ਫੈਸਲਾ ਕਰ ਲਿਆ। ਅਗਰ ਇਹਨਾਂ ਦੇ ਬਿਆਨਾਂ ਦੇ ਵਿੱਚ ਕੋਈ ਨਾ ਕੋਈ ਸਿੱਟ ਨੂੰ ਗੱਲ ਲੱਗਦੀ ਹੁੰਦੀ ਜਾਂ ਕੋਈ ਸਬੂਤ ਹੁੰਦੇ ਤੇ ਮੇਰਾ ਖਿਆਲ ਹੈ ਕਿ ਜ਼ਰੂਰ ਉਹਨੂੰ ਵੀ ਵਿੱਚ ਇਨਕਲੂਡ ਕੀਤਾ ਹੁੰਦਾ ਜਾਂ ਕੀਤਾ ਹੋਏਗਾ। ਮੈਂ ਇਹਦੇ 'ਚ ਡਿਟੇਲ 'ਚ ਨਹੀਂ ਜਾਣਾ ਚਾਹੁੰਦਾ। ਮੈਂ ਜਿਹੜੇ ਕਿ ਅੱਜ ਵੀ ਮੈਂ ਤਾਂ ਭੈਣ ਜੀ ਕਹਿ ਕੇ ਸੰਬੋਧਨ ਕਰਦਾ, ਕਿਉਂਕਿ ਜਦੋਂ ਪਾਰਟੀ 'ਚ ਆਏ ਸੀ ਉਸ ਦਿਨ ਤੋਂ ਮੈਂ ਭੈਣ ਜੀ ਇਹਨਾਂ ਨੂੰ ਕਹਿੰਦਾ ਸੀ। ਇਹਨਾਂ ਨੇ ਕੀ, ਇਹਨਾਂ ਦੇ ਪਿੱਛੇ ਮਨਸ਼ਾ ਹੈ, ਕੌਣ ਇਹਨਾਂ ਦੇ ਪਿੱਛੇ ਜਾਂ ਕਿਹਦੇ ਕਹੇ ਤੋਂ ਇਹ ਜਾਂ ਕੁਝ ਕਰ ਰਹੇ, ਮੈਨੂੰ ਨਹੀਂ ਇਸ ਗੱਲ ਬਾਰੇ ਗਿਆਨ। ਪਰ ਮੈਂ ਇਹ ਬਿਆਨਾਂ ਨੂੰ, ਇਹਨਾਂ ਦੇ ਨੂੰ ਸਿਰੇ ਤੋਂ ਖਾਰਜ ਕਰਦਾ ਹੈ। ਪਰ ਪੋਲੀਟੀਕਲ ਮੋਟੀਵੇਟਡ ਬਿਆਨ। ਬਹੁਤ ਬਹੁਤ ਸ਼ੁਕਰੀਆ ਸਰ ਜੁੜਨ ਦੇ ਲਈ। ਤੁਸੀਂ ਕਿਸ ਤਰੀਕੇ ਦੇ ਨਾਲ ਇਹਨਾਂ ਦੀ ਗੱਲਬਾਤ ਨੂੰ ਦੇਖਦੇ ਹੋ ਇਹ ਤੁਹਾਡੇ ਤੇ ਨਿਰਭਰ ਕਰਦਾ, ਔਰ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਵੀ ਦੇ ਦੇਣਾ।